प्रभाते प्रभ नाम जप, गुर के चरण ते आए। जन्म मरण मल उतरै, साचे के गुण गाए। हमें दृष्ट शुभ करै, हरै यज्ञ पाप सगल मल। काम क्रोध अर लोभ मोह, वस करै सभै बल। सदा सुख मन वसै, दुख संसारै होवै। गुर नवनित दरियाओ, जन्म हम कालख धोवै। गुर नवनित दरियाओ, जन्म हम कालख धोवै। सतनाम वाहिगुरु साहिब जियो। पैरो महला पंजवा, सबते ऊच जाका दरबार। सदा सदा ताको जोहार। ऊंचे ते ऊंचा जाका थान, कोट अघां मिटै हर नाम। सबते ऊंच जाका दरबार, सदा सदा ताको जोहार। ऊंचे ते ऊंचा जाका थान, कोट अघां मिटै हर नाम। तिस शरण आई सदा सुख होए, कर कृपा जाको मिलै सोए। रहाओ जाके करतब लखे न जाहें, जाका परवासा सब घट माहे। प्रगट भया साधु कै संग, भगत आराधें अनदिन रंग। देंदे टोट नहीं पंडार, खिन मह थाप उथापन हार। जाका हुक्म न मिटै कोय, सिर पातशाहां साचा सोए। जिसकी ओट तिसै की आसा, दुख सुख हमरा तिस ही पासा। राख लीनो सब जन का पड़दा, नानक तिसकी उस्तुत करदा। जिसकी ओट तिसै की आसा, दुख सुख हमरा तिस ही पासा। राख लीनो सब जन का पड़दा, नानक तिसकी उस्तत करदा। वाहिगुरु जी का खालसा, वाहिगुरु जी की फतेह। जुगो जुगा अटल शब्द सतगुरु धन धन गुरु ग्रंथ साहिब जी, गुरु पातशाह जी दी अजीम अपार अजमत बख्शिश। प्रभात समय असी सत्संगत का समा माण पा रहे हैं। अहो भागी हाँ। साडा जमाती नितनेम
ਗੁਰਬਾਣੀ ਕੀਰਤਨ ਆਸਾ ਕੀ ਵਾਰ ਦੇ ਰੂਪ ਵਿੱਚ ਅਜੇ ਹੁਣੇ ਸੰਪੂਰਨ ਹੋਇਆ ਹੈ। ਹੁਣ ਸਮਾਂ ਬਣਿਆ ਜੋ ਸਾਡੀ ਲੜੀਵਾਰ ਗੁਰਬਾਣੀ ਵਿਆਖਿਆ ਹੋ ਰਹੀ ਹੈ ਇਸ ਅਸਥਾਨ ਤੋਂ, ਉਸ ਨਾਲ ਅਸੀਂ ਸਾਂਝ ਪਾਈਏ। ਯਕੇ ਬਾਅਦ ਦੀਗਰੇ ਇੱਕ ਕੰਟੀਨਮ ਦੇ ਵਿੱਚ ਅਸੀਂ ਰਾਗ ਭੈਰੋ ਦੇ ਬਚਨ ਵਿਚਾਰਦੇ ਆ ਰਹੇ ਹਾਂ। ਧੰਨ ਗੁਰੂ ਅਰਜਨ ਮਹਾਰਾਜ ਜੀ ਦਾ ਇਹ ਪਾਵਨ ਸੰਦੇਸ਼ ਹੈ। ਆਪ ਜੀ ਨੇ ਇਸ ਲੜੀ ਵਿੱਚ ਅਗਲੇਰਾ ਸ਼ਬਦ ਸਰਵਨ ਕੀਤਾ ਹੈ। ਬਚਨ ਦੀ ਵਿਆਖਿਆ ਹਮੇਸ਼ਾ ਦੀ ਤਰ੍ਹਾਂ ਰਹਾਉ ਦੇ ਬੰਦ ਤੋਂ ਪ੍ਰਾਰੰਭ ਕਰ ਰਹੇ ਹਾਂ। ਸਾਹਿਬ ਜ਼ਿਕਰ ਕਰਦੇ ਨੇ, ਤਿਸ ਸ਼ਰਨ ਆਈ ਸਦਾ ਸੁਖ ਹੋਏ, ਕਰ ਕਿਰਪਾ ਜਾਂ ਕੋ ਮੇਲੈ ਸੋਏ। ਰਹਾਉ, ਤਿਸ ਸ਼ਰਨ ਆਈ ਸਦਾ ਸੁਖ ਹੋਏ। ਸ਼ਰਨ ਆਈ, ਸ਼ਰਨ ਲੈਣੀ, ਓਟ ਆਸਰਾ ਲੈਣਾ, ਕਿਸੇ ਦੇ ਹਜ਼ੂਰ ਆਉਣਾ, ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਸਮਰਪਿਤ ਕਰ ਦੇਣਾ, ਇਹ ਸ਼ਬਦ ਸ਼ਰਨ ਦੇ ਰੂਪ ਵਿੱਚ ਆਉਂਦਾ ਹੈ। ਬਾਬਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਾਰ-ਵਾਰ ਸਾਨੂੰ ਅਹਿਸਾਸ ਕਰਾਉਂਦੇ, ਸਾਡੇ ਬਾਣੀਕਾਰ ਦੱਸਦੇ ਕਿ ਬੰਦੇ ਤੇਰੀ ਪਾਇਆ ਇੱਕ ਲਿਮਟਿਡ ਲੈਵਲ 'ਤੇ ਹੈ। ਕੁਦਰਤ ਨੇ ਸਾਨੂੰ ਜੋ ਸ਼ਕਤੀ ਬਖਸ਼ੀ ਹੈ, ਸਾਡੇ ਸਰੀਰ ਕਰਕੇ, ਸਾਡੇ ਮਨ ਕਰਕੇ, ਸਾਡੀ ਬੌਧਿਕਤਾ ਕਰਕੇ, ਇਹਨੂੰ ਅਸੀਂ ਇਸਤੇਮਾਲ ਕਰਦੇ ਹਾਂ ਜੀਵਨ ਦੇ ਸਭ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ। ਸਭ ਤਰੀਕੇ ਦੀ ਜੋ ਸਾਡੀ ਆਵਸ਼ਕਤਾ, ਜੋ ਸਾਡੀ ਲੋੜ ਆ, ਉਹਨੂੰ ਐਡਰੈਸ ਕਰਨ ਵਾਸਤੇ, ਉਹਨੂੰ ਇੱਕ ਤਰੀਕੇ ਦੇ ਨਾਲ ਨਿਵਾਜਣ ਵਾਸਤੇ। ਪਰ ਆਖਰਕਾਰ ਕਿਤੇ ਨਾ ਕਿਤੇ ਜਾ ਕੇ ਅਸੀਂ ਥੱਕ ਜਾਂਦੇ ਹਾਂ, ਹਾਰ ਜਾਂਦੇ ਹਾਂ, ਸਾਡੀ ਪਾਇਆ ਮੁੱਕ ਜਾਂਦੀ ਹੈ। ਸਾਡੇ ਕੋਲ ਸਾਡੀ ਸਮਰੱਥਾ ਕਿਉਂਕਿ ਲਿਮਟਿਡ ਆ, ਤੇ ਇਸ ਕਰਕੇ ਉਸ ਰੂਪ ਵਿੱਚ ਅਸੀਂ ਥਕੇ ਹਾਰੇ ਫਿਰ ਦੁੱਖ ਦੇ ਉਸ ਪੜਾਅ ਵਿੱਚ ਜਾਂਦੇ ਹਾਂ। ਸਾਨੂੰ ਕਿਹਾ ਗਿਆ, ਬੰਦੇ ਸਭ ਆਸਰੇ ਪਰਨੇ ਛੱਡ ਕੇ ਫਿਰ ਵੀ ਤੇ ਆਏਗਾ, ਕਿਉਂ ਨਾ ਪਹਿਲਾਂ ਹੀ ਉਹਦੀ ਸ਼ਰਨ ਲੈ, ਪਹਿਲਾਂ ਹੀ ਓਟ ਲੈ। ਜੇ ਉਹਦੀ ਸ਼ਰਨ ਤੇ ਓਟ ਲੈ ਕੇ ਤੁਰੇਗਾ, ਹੋ ਸਕਦਾ ਹੈ ਤੇਰੀ ਸੁਰਤ ਵਿੱਚ, ਤੇਰੀ ਬੌਧਿਕਤਾ ਦੇ ਵਿੱਚ, ਤੇਰੇ ਮਨ ਵਿੱਚ, ਤੇਰੇ ਤਨ ਵਿੱਚ ਉਹ ਰਵੇ ਤੇ ਉਹੀ ਵਰਤੇ, ਤੇ ਉਹਦੇ ਵਰਤਨ ਸਦਕਾ ਜੋ ਵਾਕਿਆ 'ਚ ਹੀ ਤੂੰ ਚਾਹੁੰਦਾ ਆ, ਜੋ ਵਾਕਿਆ 'ਚ ਹੀ ਤੇਰੀ ਸਹੀ ਰੂਪ ਵਿੱਚ ਖਾਹਿਸ਼ ਬਣਦੀ ਹੈ ਸੰਸਾਰ ਦੇ ਵਿੱਚ, ਉਹ ਪੁੱਗਦੀ ਹੋ ਸਕੇ। ਇਸ ਬਾਬਤ ਮਹਾਰਾਜ ਨੇ ਬੜੇ ਬਚਨ ਲਿਖੇ। ਪਰ ਇਹ ਹੈ, ਮਨੁੱਖ ਦੇ ਰੂਪ ਵਿੱਚ ਅਸੀਂ ਕਹਿੰਦੇ ਹਾਂ ਨਹੀਂ, ਮੈਂ ਸੈਲਫ ਸਫੀਸ਼ੀਐਂਟ ਹੈਗਾ, ਮੈਂ ਆਪ ਕਰ ਸਕਦਾ, ਮੈਂ ਆਹ ਕਰ ਸਕਦਾ। ਬਾਣੀ ਦੇ 2-4 ਬਚਨ ਤੁਹਾਡੇ ਸਾਹਮਣੇ ਰੱਖਦੇ ਹਾਂ। ਨਿਤਨੇਮ ਦੀ ਬਾਣੀ 'ਚ ਅਸੀਂ ਰੋਜ਼ ਪੜ੍ਹਦੇ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਿਆ ਦਾਤਾ, ਜਪ ਤਪ ਸੰਜਮ ਧਰਮ ਨਾ ਕਮਾਇਆ। ਇਹ ਮੰਨਿਆ ਗਿਆ ਅਸੀਂ ਸੰਸਾਰ 'ਤੇ ਕਮਾਈਆਂ ਕਰਦੇ ਹਾਂ, ਤੇ ਉਹ ਕਮਾਈਆਂ ਜ਼ਿਆਦਾਤਰ ਸਾਡੀ ਜਿਹੜੀ ਸਿੱਧੇ ਤੌਰ 'ਤੇ ਕਮਾਈ ਦੀ ਗੱਲ ਕੀਤੀ ਜਾਂਦੀ ਸੀ, ਰੋਕੜ ਕਮਾਉਣ ਦੀ ਗੱਲ ਕਰਦੇ ਹਾਂ। ਬੰਦੇ ਨੇ ਦੌਲਤ ਕਮਾ ਲਈ, ਪੈਸਾ ਕਮਾ ਲਿਆ, ਜਾਇਦਾਦ ਕਮਾ ਲਈ, ਇਹਨੂੰ ਅਸੀਂ ਕਮਾਈ ਕਹਿੰਦੇ ਹਾਂ। ਪਰ ਜੇ ਬੜੇ ਧਿਆਨ ਨਾਲ ਦੇਖੋਗੇ, ਕਮਾਈ ਇਹ ਤੋਂ ਕਿਤੇ ਬਿਯੋਂਡ, ਕਿਤੇ ਜ਼ਿਆਦਾ ਅੱਗੇ ਹੈ। ਲੋਕੀ ਸੰਸਾਰ ਦੇ ਉੱਤੇ ਮਾਣ ਵੀ ਕਮਾਉਂਦੇ ਨੇ, ਇੱਜ਼ਤ ਵੀ ਕਮਾਉਂਦੇ ਨੇ, ਸਤਿਕਾਰ ਵੀ ਕਮਾਉਂਦੇ ਨੇ, ਰਿਸ਼ਤੇ ਵੀ ਕਮਾਉਂਦੇ ਨੇ, ਇੱਕ ਦੂਜੇ ਤੋਂ ਇਤਬਾਰ ਵੀ ਕਮਾਉਂਦੇ ਨੇ। ਇਹ ਸਭ ਕਮਾਈਆਂ ਨੇ। ਜੇ ਬੰਦੇ ਨੂੰ ਇਹਦਾ ਨਹੀਂ ਅਹਿਸਾਸ, ਹੁਣ ਸਪੋਜ਼ ਕਰੋ ਇੱਕੋ ਹੀ ਹੈ ਕਿ ਹਾ ਕਰਤ ਬਿਹਾਨੀ ਅਵਧ ਹੈ ਤਾਂ ਮੈਂ ਸੰਤੋਖ ਨਾ ਪਾਇਆ। ਮਹਾਰਾਜ ਕਹਿੰਦੇ ਇੱਕੋ ਹੀ ਨੁਕਤਾ ਨਿਗਾਹ ਬੰਦੇ ਨੇ ਜ਼ਿੰਦਗੀ ਦਾ ਰੱਖਿਆ, ਹਾਏ ਮਾਇਆ, ਮਰਗੇ ਮਾਇਆ, ਥੋੜੀ ਮਾਇਆ, ਬਸ ਇਹੀ ਕਰਦਿਆਂ ਜੀਵਨ ਬਤੀਤ ਕਰਨਾ ਹੈ। ਹੋਏਗਾ ਕਿ ਆਖਰਕਾਰ ਇੱਕ ਦਿਨ ਬੰਦੇ ਥੱਕ ਜਾਏਗਾ, ਹਾਰ ਜਾਏਗਾ। ਇਹਦੇ ਤੋਂ ਬਾਹਰ ਆ ਕੱਲਾ ਲੋੜ ਹੈ ਸਾਡੇ ਸੰਸਾਰ ਚਲਾਉਣ ਵਾਸਤੇ। ਮਾਇਆ ਗੁਜਰਾਨ ਹੈ, ਉਹਦੇ ਬਿਨਾਂ ਗੁਜ਼ਰ ਨਹੀਂਗਾ, ਉਹ ਕਮਾਉਣੀ ਪੈਂਦੀ ਹੈ। ਕਦੀ ਵੀ ਧਨ ਤੁਹਾਡੇ ਕੋਲ ਨਹੀਂ ਚੱਲ ਕੇ ਆਉਂਦਾ, ਤੁਹਾਨੂੰ ਧਨ ਕੋਲ ਜਾਣਾ ਪੈਂਦਾ। ਤੁਹਾਨੂੰ ਆਪਣੇ ਹਿੱਸੇ ਦਾ ਧਨ, ਆਪਣੇ ਹਿੱਸੇ ਦੇ ਦਾਣੇ, ਆਪਣੇ ਹਿੱਸੇ ਦੀਆਂ ਲੋੜਾਂ ਕਮਾਉਣੀਆਂ ਪੈਂਦੀਆਂ। ਅੱਜ ਅਸੀਂ ਕੈਨੇਡਾ 'ਚ ਬੈਠੇ ਹਾਂ, ਕਿੰਨੇ ਦੂਰ ਆਪਣੇ ਮੁਲਕਾਂ ਤੋਂ ਲੋਕ ਆ ਕੇ ਇੱਥੇ ਬੈਠੇ। ਫਿਰ ਬਸ ਸਿਆਲੀ ਰੁੱਤ ਸ਼ੁਰੂ ਹੋ ਗਈ ਹੈ,
तो आप देखोगे किन्नी ठंड इत्थे वधदी तुरी लगी जानी है, बर्फां पैणियां, लोग इत्थे बर्फां लताड़दे ठंडां विच रहिंदे, मतलब जिन्हां लई बड़ा औखा। पर हाँ करिए कि रोजगार इत्थे है, साधन इत्थे ने, साधन संसाधन जुटाउण वास्ते बंदा आ रहा है इत्थे। फिर कई बार असीं शिकवे शिकायतां भी करते हैं, भाई धक्के खा रहे हैं, इन्हां मुल्खां च आह चीज़ है, बच्चियां करके खा रहे हैं, इहदे करके खा रहे हैं। महाराज कहते कोई किसी करके नहीं खा रहा। हकीकत यह है नक नथ खसम हथ किरत धक्के दे। ਇਹ ਸਾਡੇ ਨੱਕ 'ਚ ਨਥਲੀ ਪਾਈ ਤੇ ਪਾਈ ਆ ਖਸਮ ਨੇ, ਅਕਾਲ ਪੁਰਖ ਵਾਹਿਗੁਰੂ ਨੇ। ਨੱਕ ਨੱਥ ਖਸਮ ਹੱਥ ਉਹਦੇ ਹੱਥ 'ਚ। ਜਿਵੇਂ ਜਿਹੜੇ ਪਸ਼ੂ ਬੜੇ ਕਹਿ ਲਓ ਮੂੰਹ ਜ਼ੋਰ ਹੁੰਦੇ ਨੇ, ਬੜੇ ਅੜਬੱਗ ਹੁੰਦੇ ਨੇ, ਜਿਨ੍ਹਾਂ ਨੂੰ ਤੁਸੀਂ ਉਵੇਂ ਕਾਬੂ ਨਹੀਂ ਕਰ ਸਕਦੇ। ਫਿਰ ਕੀਤਾ ਕੀ ਜਾਂਦਾ, ਉਹਨਾਂ ਦੇ ਨੱਕ ਦੇ ਵਿੱਚ ਸਭ ਤੋਂ ਜਿਹੜਾ ਕਹਿ ਲਓ ਜ਼ੋਰ ਦਾ ਪ੍ਰਤੀਕ ਆ ਮੇਰੂ ਪਸ਼ੂਆਂ ਦੇ ਵਿੱਚ, ਜਿਹਨੂੰ ਅਸੀਂ ਝੋਟੇ ਦੇ ਰੂਪ ਵਿੱਚ ਦੇਖਦੇ ਹਾਂ, ਕਿੰਨੀ ਜਾਨ ਹੈ, ਕਿੰਨੀ ਤਾਕਤ ਹੈ ਉਹਦੇ ਵਿੱਚ। ਫਿਰ ਹੈ ਵੀ ਬੜਾ ਅੜਬੱਗ, ਲੜਨ ਨੂੰ ਮਾਰਨ ਨੂੰ, ਮਤਲਬ ਪੂਰਾ ਮਾਰਖੋਰਾ ਉਸ ਰੂਪ ਦੇ ਵਿੱਚ ਆ। ਰੋਸੇ ਨੂੰ ਹੀ ਗੱਡਿਆਂ 'ਚ ਜੋ ਕੇ ਜੋ ਸਵੇਰ ਤੋਂ ਸ਼ਾਮ ਤੱਕ ਮਜ਼ਦੂਰੀ ਕਰਾਉਂਦਾ ਕਿਸਾਨ, ਜੋ ਜਿਹੜਾ ਕਿਸਾਨ ਉਸ ਤੋਂ ਹਰ ਤਰ੍ਹਾਂ ਦੇ ਹਲ ਵੀ ਵਹਾਉਂਦਾ ਉਹਦੇ ਕੋਲ, ਉਹ ਕਿਵੇਂ ਉਹਦੇ ਨੱਕ 'ਚ ਨਕੇਲ ਪਾ ਲੈਂਦਾ। ਜਦੋਂ ਨੱਕ 'ਚ ਨਕੇਲ ਪਾ ਲਈ ਇੱਕ ਵਾਰੀ, ਫਿਰ ਤੁਸੀਂ ਚਾਹੋ ਤੇ ਉਸ ਨੂੰ ਜਿੱਥੇ ਮਰਜ਼ੀ ਜਿਸ ਰੂਪ ਵਿੱਚ ਮਰਜ਼ੀ ਲਈ ਚੱਲੋ। ਵਗਦੀ ਵਾਹੀ ਮਨੁੱਖੀ ਮਨ ਇਹ ਥੋੜ੍ਹਾ ਚਾਹੁੰਦਾ ਹੈ ਕਿ ਮੈਨੂੰ ਕੋਈ ਤਕਲੀਫ ਆਵੇ, ਮੈਨੂੰ ਕੋਈ ਮਾੜਾ ਮੋਟਾ ਜਿਹੜਾ ਹੈ ਕਿਸੇ ਰੂਪ ਦੇ ਮੈਂ ਕਿਸੇ ਦੀ ਬਾਤ ਸੁਣਾ, ਕਿਸੇ ਦੀ ਬਾਤ ਮੰਨਾਂ। ਪਰ ਹਾਂ ਕੁਦਰਤ ਐਸੇ ਦਸਤੂਰ ਦੇ ਵਿੱਚੋਂ ਕੱਢਦੀ ਹੈ, ਨੱਕ 'ਚ ਨਕੇਲ ਪਾ ਲੈਂਦੀ ਹੈ। ਅਕਸਰ ਲੋਕ ਕਹਿੰਦੇ ਜੇ ਮੇਰੀ ਵਾਹ ਚੱਲੇ ਮੈਂ ਇੱਕ ਦਿਨ ਵੀ ਨਾ ਰਵਾਂ ਇੱਥੇ, ਪਰ ਉਮਰਾਂ ਕੱਢ ਰਹੀਆਂ ਇੱਥੇ। ਕਿਉਂ? ਕਾਰਨ ਕੀ ਹੈ? ਕਿਉਂਕਿ ਨੱਕ ਨੱਥ ਖਸਮ ਹੱਥ, ਉਹਨੇ ਨੱਕ 'ਚ ਨਕੇਲ ਪਾ ਕੇ ਖਿੱਚ ਕੇ ਰੱਖਿਆ ਉਸ ਰੂਪ ਵਿੱਚ। ਕਿਰਤ ਧੱਕੇ ਦੇ, ਕਿਰਤ ਧੱਕੇ ਸਾਡੇ ਲੋੜ ਦੀ ਪੂਰਤੀ ਲਈ ਜੋ ਅਸੀਂ ਕਿਰਤਕਾਰ ਕਰਦੇ ਹਾਂ ਉਹ ਧੱਕੇ ਦੇ ਰਹੀ ਹੈ। ਇਹ ਕੁਦਰਤ ਦੇ ਬਣਾਏ ਨਿਜ਼ਾਮ ਦੇ ਵਿੱਚ ਹੈ। ਮੈਂ ਕਈ ਵਾਰੀ ਬੇਨਤੀ ਕਰਦਾ, ਬੰਦਾ ਕਹਿੰਦਾ ਓਹੋ ਮੈਂ ਬੜੀ ਮੁਸ਼ੱਕਤ ਕੀਤੀ, ਮੈਂ ਬੜੀ ਕਾਰ ਕੀਤੀ, ਮੈਂ ਬੜਾ ਜਿਹੜਾ ਤਰੱਦਦ ਸਿਆ। ਉਹ ਭਲਿਆ ਤੂੰ ਇਕੱਲਾ ਨਹੀਂ ਗਾ, ਕੁਦਰਤ ਦੇ ਪੂਰੇ ਨਿਯਮ ਹੀ ਐਵੇਂ ਨੇ। ਦਿਨ ਚੜ੍ਹਦਾ ਨਾ, ਕਦੀ ਪੰਛੀ ਪਰਿੰਦਿਆਂ ਨੂੰ ਦੇਖੋ ਜਿਹੜੇ ਸਾਰੀ ਰਾਤ ਆਪਣੇ ਘਰੌਂਦਿਆਂ ਦੇ ਵਿੱਚ, ਆਪਣੇ ਘੁਰਨਿਆਂ 'ਚ ਐਨ ਵੜ ਕੇ ਖੰਭਾਂ ਨੂੰ ਆਪਣਿਆਂ ਨੂੰ ਜਿਹੜਾ ਹੈਗਾ ਇਕੱਠਿਆਂ ਕਰਕੇ ਬੈਠੇ ਹੁੰਦੇ ਨੇ। ਦਿਨ ਚੜ੍ਹਨ ਤੋਂ ਪਹਿਲਾਂ ਆਪਣੇ ਘਰੌਂਦੇ ਛੱਡ ਦਿੰਦੇ ਨੇ। ਕਈ ਵਾਰੀ ਉਹਨਾਂ ਘਰੌਂਦਿਆਂ ਦੇ ਵਿੱਚ ਉਹਨਾਂ ਦੇ ਕੋਲ ਸਪੋਜ਼ ਕਰੋ ਉਹਨਾਂ ਨੇ ਕੁਝ ਆਂਡੇ ਦਿੱਤੇ ਨੇ, ਛੋਟੇ ਬੱਚੇ ਆਂਡਿਆਂ 'ਚੋਂ ਨਿਕਲ ਆਏ ਨੇ, ਉਹਨਾਂ ਦੇ ਕੋਲ ਉਹ ਬਹਿੰਦੇ। ਪਰ ਜਿਵੇਂ ਹੀ ਰੌਸ਼ਨੀ ਆਉਂਦੀ, ਉਹੀ ਪਰਿੰਦੇ ਜਿਹੜੇ ਨੇ ਉਹ ਪਰਵਾਜ਼ਾਂ ਭਰਦੇ ਨੇ ਬਾਹਰ। ਉਹ ਪਰਵਾਜ਼ਾਂ ਭਰ ਕੇ ਦੂਰ ਦੂਰ ਤੱਕ ਕਾਹਦੇ ਲਈ ਉਡਾਰੀਆਂ ਮਾਰ ਰਹੇ ਨੇ? ਚੋਗਾ ਲੈਣ ਜਾਣਾ ਭਾਈ, ਚੋਗੇ ਦੀ ਲੋੜ ਹੈ। ਸੋ ਇਹ ਨਿਜ਼ਾਮਤ ਹੈ ਕੁਦਰਤ ਦੀ। ਬੰਦਾ ਤੇ ਬੰਦਾ ਤੁਸੀਂ ਕੁਦਰਤ ਦੇ ਹਰ ਰੂਪ ਨੂੰ ਦੇਖੋ। ਸੋ ਇੱਥੇ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ। ਦਾਣੇ ਕਦੀ ਤੁਰ ਕੇ ਬੰਦੇ ਤੱਕ ਨਹੀਂ ਆਉਂਦੇ, ਬੰਦੇ ਨੇ ਦਾਣੇ ਲੈਣ ਵਾਸਤੇ ਜਾਣਾ। ਸੋ ਸਾਨੂੰ ਕਮਾਈਆਂ ਤੇ ਕਰਨੀਆਂ ਪੈਣਗੀਆਂ, ਮੁਸ਼ੱਕਤਾਂ ਤੇ ਕਰਨੀਆਂ ਪੈਣਗੀਆਂ, ਮਿਹਨਤਾਂ ਤੇ ਕਰਨੀਆਂ ਪੈਣਗੀਆਂ। ਜਿਹੜੇ ਲੋਕ ਮਿਹਨਤਾਂ ਤੋਂ ਡਰਦੇ ਉਹ ਕਦੀ ਆਪਣੀ ਜ਼ਿੰਦਗੀ ਦੀਆਂ ਲੋੜਾਂ ਨੂੰ ਪੂਰੀਆਂ ਨਾ ਕਰ ਸਕਦੇ। ਮੁਸ਼ੱਕਤੀ ਹੋਣ ਨਾਲ, ਮਿਹਨਤੀ ਹੋਣ ਨਾਲ ਬੰਦੇ ਦਾ ਗੁਜ਼ਰ ਹੁੰਦਾ ਆ, ਬੰਦਾ ਆਪਣਾ ਗੁਜ਼ਾਰਾ ਕਰਦਾ ਆ। ਫਿਰ ਮਿਹਨਤ ਇਕੱਲੀ ਇਹ ਕਹਿਣਾ ਕਿ ਮੈਂ ਜੇਬ ਭਰਨ ਵਾਸਤੇ, ਰੋਕੜ ਕਮਾਉਣ ਵਾਸਤੇ ਮਿਹਨਤ ਕਰਨੀ ਹੈ, ਹਾਂ ਇੱਕ ਪੱਖ ਹੈ ਮਿਹਨਤ ਦਾ। ਮਿਹਨਤ ਇਸ ਤੋਂ ਕਿਤੇ ਬਿਯੋਂਡ ਹੈ, ਕਿਉਂਕਿ ਕਮਾਈ ਇਸ ਤੋਂ ਕਿਤੇ ਬਿਯੋਂਡ ਹੈ। ਹਰ ਵਕਤ ਬੰਦਾ ਆਪਣੀ ਜੇਬ ਦੇ ਵਿੱਚ, ਖੀਸੇ ਦੇ ਵਿੱਚ 4 ਛਿੱਲੜ ਪਾਉਣ ਵਾਸਤੇ ਨਹੀਂ ਦੌੜ ਭੱਜ ਕਰ ਸਕਦਾ। ਬੰਦੇ ਨੇ ਇਸ ਤੋਂ ਅੱਗੇ ਵੀ ਜਾ ਕੇ ਕੁਛ ਸੋਚਣਾ ਹੁੰਦਾ ਹੈ। ਉਹ ਕਿਵੇਂ ਹੈ? ਆਲੇ ਦੁਆਲੇ ਨਾਲ ਸਾਂਝ ਵਧਾਉਣੀ ਹੈ, ਅਤੇ ਸਾਂਝਾਂ ਕਮਾਉਣੀਆਂ ਪੈਂਦੀਆਂ। ਤੁਸੀਂ ਕਿਸੇ ਦੇ ਕੰਮ ਆਓਗੇ, ਕੋਈ ਤੁਹਾਡੇ ਕੰਮ ਆਵੇਗਾ। ਤੁਸੀਂ ਕਿਸੇ ਦਾ ਹੱਥ ਫੜੋਗੇ, ਕੱਲ੍ਹ ਨੂੰ ਕੋਈ ਤੁਹਾਡਾ ਹੱਥ ਫੜੇਗਾ। ਤੁਸੀਂ ਕਿਸੇ ਵਾਸਤੇ ਕੁਝ ਐਕਸਟਰਾ ਮਾਈਲ, ਕੁਝ 4 ਕਦਮ ਜ਼ਿਆਦਾ ਤੁਰ ਕੇ ਉਹਦੇ ਵਾਸਤੇ ਕੋਈ ਆਸਾਨੀ ਪੈਦਾ ਕਰੋਗੇ, ਹੋ ਸਕਦਾ ਕੱਲ੍ਹ ਨੂੰ ਯਾਦ ਰੱਖੇ, ਤੁਹਾਨੂੰ ਉਸ ਰੂਪ ਵਿੱਚ ਉਹ ਪੇ ਬੈਕ ਕਰੇ, ਤੁਹਾਡੇ ਵਾਸਤੇ ਕੋਈ ਇਸ ਰੂਪ ਵਿੱਚ ਆਵੇ। ਇੱਥੋਂ ਸਮਾਜ ਉਸਰਦਾ। ਇਹ ਰਿਸ਼ਤੇ ਨਾਤੇ ਸੰਬੰਧ ਜਿਹਨੂੰ ਨੈਟਵਰਕਿੰਗ ਕਹਿੰਦੇ ਅੱਜ ਦੀ ਦੁਨੀਆ ਦੇ ਵਿੱਚ, ਕਮਾਉਣੀ ਪੈਂਦੀ ਹੈ। ਨਹੀਂ ਕਮਾਓਗੇ ਆਈਸੋਲੇਟ, ਇਕੱਲੇ ਹੋ ਜਾਓਗੇ, ਬਿਲਕੁਲ ਇਕੱਲਤਾ ਆ ਜਾਏਗੀ। ਸੋ ਇਹ ਕਮਾਈ ਦਾ ਇੱਕ ਢੰਗ ਆ। ਫਿਰ ਹੋਰ ਰੂਪ, ਬਹੁਤ ਸਾਰੇ ਰੂਪ ਨੇ। ਅਸੀਂ ਕਈ ਵਾਰੀ ਬਚਨ ਪੜ੍ਹਦੇ ਹਾਂ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ।
ਜਿਹੜਾ ਮਨ ਆ ਇਹ ਬੁਰਾਈਆਂ ਲੋਚਦਾ, ਇਹ ਬੁਰਾ ਲੋਚਦਾ, ਮਾੜਾ ਲੋਚਦਾ, ਮਨ ਮਰਜ਼ੀਆਂ ਕਰਨੀਆਂ ਚਾਹੁੰਦਾ ਆ। ਹੁਣ ਇਸ ਤਰ੍ਹਾਂ ਜਾਣੋ, ਮਨ ਦੇ ਆਖੇ ਲੱਗੇ ਬੰਦਾ, ਮਨ ਕਹੇ ਬਸ ਦਿਨ ਚੜਿਆ ਕੋਈ ਨਾ ਸੁੱਤਾ ਰਹੋ, ਲੋੜ ਕਹਿੰਦੀ ਸੌਣਾ ਨਹੀਂ ਗਾ, ਉੱਠਣਾ ਆ। ਸਰੀਰ ਕਹਿੰਦਾ ਉੱਠ ਹਿਲਜੁਲ ਕਰ ਤਾਂ ਕਿ ਖੂਨ ਦੀ ਹਰਕਤ ਵਧੇ ਤੇ ਕੁਝ ਹੈਲਦੀ ਬਣ ਸਕੀਏ। ਡਾਕਟਰ ਕਹਿੰਦਾ ਐਕਸਰਸਾਈਜ਼ ਕਰਿਆ ਕਰ, ਮਨ ਕਹਿੰਦਾ ਨਹੀਂ ਕੀ ਲੋੜ ਆ। ਇਹ ਬੁਰਾਈ ਲੋਚਦਾ ਤੇ ਬੁਰਾਈ ਨੂੰ ਕਹਿੰਦਾ ਐਕਸਰਸਾਈਜ਼ ਕਰ। ਜੇ ਕੋਈ ਸ਼ਖਸ ਆਪਣੇ ਆਪ ਵਿੱਚ ਕੋਈ ਚੀਜ਼ ਕਮਾਉਣੀ ਚਾਹੁੰਦਾ, ਮੈਂ ਸਰਲ ਭਾਵ ਵਿੱਚ ਬਾਤ ਕੀਤੀ, ਜਿਵੇਂ ਬੰਦਾ ਕਹਿੰਦਾ ਮੈਂ ਹੈਲਥ ਕਮਾਣੀ ਹੈ, ਮੈਂ ਆਪਣੀ ਜਿਹੜੀ ਸਿਹਤਯਾਬਤਾ ਕਮਾਣੀ ਹੈ, ਭਈ ਫਿਰ ਮਿਹਨਤ ਕਰਨੀ ਪਏਗੀ, ਮੁਸ਼ੱਕਤ ਕਰਨੀ ਪਏਗੀ, ਬਿਸਤਰੇ ਦਾ ਤਿਆਗ ਕਰਨਾ ਪਏਗਾ, ਉੱਠਣਾ ਪਏਗਾ, ਤੁਰਨਾ ਪਏਗਾ, ਵਾਕ ਕਰਨੀ ਪਏਗੀ। ਫਿਰ ਇਕੱਲਾ ਇਹ ਨਹੀਂਗਾ, ਮਨ 'ਤੇ ਥੋੜ੍ਹਾ ਕਾਬੂ ਵੀ ਕਰਨਾ ਪਏਗਾ, ਖਾਣ ਪੀਣ ਦੀਆਂ ਚੀਜ਼ਾਂ ਤੋਂ ਰੋਕਣਾ ਪਏਗਾ ਕੁਛ, ਇਹ ਸਾਰਾ ਕੁਛ ਉਹਦੇ ਨਾਲ ਚੱਲੇਗਾ। ਮਨ ਦਾ ਪ੍ਰਭਾਵ ਜਾਂ ਸੁਭਾਅ ਉਹ ਕਹਿੰਦਾ ਨਹੀਂ ਛੱਡ, ਫਿਰ ਇਕੱਲਾ ਇੱਥੇ ਨਹੀਂ, ਇਸ ਤੇ ਅੱਗੇ ਆ ਜਾਓ। ਮਨ ਕਹਿੰਦਾ ਜੋ ਮਨ ਆਉਂਦਾ ਉਹ ਕਮਾਓ, ਉਸ ਰੂਪ ਵਿੱਚ ਆਪਣਾ ਜਿਹੜਾ ਹੈਗਾ ਮਰਜ਼ੀਆਂ ਕਰ ਆਪਣੀਆਂ। ਆਲੇ ਦੁਆਲੇ ਹੁੰਦਾ ਲੋਕੀ ਬਿਨਾਂ ਫਿਲਟਰ ਲਾਏ ਤੋਂ, ਬਿਨਾਂ ਕਿਸੇ ਨਾਪੇ ਤੋਲੇ ਤੋਂ ਜੋ ਮੂੰਹ ਆਉਂਦਾ ਆਪਣੇ ਨੇੜਲੇ ਲੋਕਾਂ ਨੂੰ ਬੋਲ ਦਿੰਦੇ, ਰਿਸ਼ਤਿਆਂ 'ਚ ਉਸੇ ਤਰੀਕੇ ਨਾਲ ਲੋਕੀ ਕਹਿ ਦਿੰਦੇ। ਫਿਰ ਹੁੰਦਾ ਕੀ, ਬਣੇ ਹੋਏ ਰਿਸ਼ਤੇ ਟੁੱਟ ਜਾਂਦੇ, ਸਾਂਝਾਂ ਨਾ ਰਹਿੰਦੀਆਂ। ਕੱਲ੍ਹ ਨੂੰ ਜਦੋਂ ਲੋੜ ਪੈਂਦੀ ਪਤਾ ਲੱਗਦਾ ਓ ਹੋ ਕੋਈ ਪੁੱਛਦਾ ਉਹ ਤੁਹਾਡੇ ਰਿਸ਼ਤੇ ਤੁਹਾਡੇ ਨਾਤੇ, ਕਹਿੰਦਾ ਹੈ ਨਹੀਂ ਜੀ ਕਿਸੇ ਨਾਲ ਸਾਡੀ ਸਾਂਝ ਹੁਣ। ਕਿਉਂ ਨਹੀਂ ਹੈ? ਕਿਉਂਕਿ ਕਮਾਈ ਨਹੀਂ ਕੀਤੀ। ਇਹ ਕਮਾਉਣੇ ਪੈਂਦੇ ਨੇ, ਰਿਸ਼ਤੇ ਵੀ ਕਮਾਉਣੇ ਪੈਂਦੇ ਨੇ, ਬੰਦੇ ਨੇ। ਹੋਰ ਅੱਗੇ ਆ ਜਾਓ, ਮਾਣ ਸਤਿਕਾਰ ਵੀ ਕਮਾਉਣਾ ਪੈਂਦਾ ਹੈ। ਮਾਣ ਸਤਿਕਾਰ ਐਵੇਂ ਨਹੀਂ ਆ ਜਾਂਦਾ। ਜੇ ਤੁਸੀਂ 1000 ਵਾਰੀ ਕਿਸੇ ਨੂੰ ਸਤਿਕਾਰ ਦਿਓਗੇ, ਜੀ ਕਹੋਗੇ, ਹੋ ਸਕਦਾ ਆ ਅਗਲੇ ਦੇ ਮਨ ਵਿੱਚ ਵੀ ਇੱਕ ਦਿਨ ਆਵੇ, ਚਲੋ ਮੈਨੂੰ ਇੰਨੀ ਵਾਰੀ ਇਹਨੇ ਅਦਬ ਸਤਿਕਾਰ ਦਿੱਤਾ ਹੈ, ਮੈਂ ਵੀ ਇਹਨੂੰ ਜੀ ਕਹਿ ਕੇ ਬੁਲਾ ਹੀ ਲੈਣਾ। ਇਹ ਤਰਬੀਅਤ ਬੰਦੇ ਨੂੰ ਲਰਨ ਕਰਨੀ ਪਏਗੀ। ਬੰਦਾ ਆਪ ਮੁਹਾਰਾ ਹੋ ਕੇ ਤੁਰਨਾ ਚਾਹੁੰਦਾ। ਇੱਥੇ ਕਿਹਾ ਗਿਆ ਨਾ ਤੂੰ ਕਮਾ, ਫਿਰ ਆ ਜਾਓ ਹੁਣ ਬਿਲਕੁਲ ਧਨ ਤੋਂ ਧਰਮ ਦੀ ਦੁਨੀਆ ਦੇ 'ਚ। ਧਰਮ ਦੀ ਦੁਨੀਆ ਵੀ ਜਿਹੜੀ ਹੈ ਇਹ ਵੀ ਕਮਾਉਣੀ ਪੈਂਦੀ ਹੈ। ਧਰਮ ਦੀ ਦੁਨੀਆ ਦੇ ਅੰਦਰ ਅਸੀਂ ਕੁਛ ਚੀਜ਼ਾਂ ਦੀ ਕਮਾਈ ਕਰਦੇ ਹਾਂ। ਜਿਵੇਂ ਸਪੋਜ਼ ਕਰੋ ਪਾਠ ਕਰਨਾ ਆ, ਮਤਲਬ ਬੰਦੇ ਨੇ ਇੱਕ ਦਿਨ ਆ ਕੇ ਗੁਟਕਾ ਸਾਹਿਬ ਫੜਿਆ ਅਤੇ ਸਪੋਜ਼ ਕਰੋ ਗੁਰਮੁਖੀ ਅੱਖਰਾਂ ਦੀ ਕੋਈ ਪਹਿਚਾਣ ਸੀ, ਕੋਈ ਅੱਖਰ ਕੁਰੇਦੇ, ਕਹਿੰਦਾ ਜੀ ਬਸ ਪਾਠ ਹੋ ਗਿਆ। ਫਿਰ ਕੋਈ 15 ਦਿਨਾਂ ਬਾਅਦ 20 ਦਿਨਾਂ ਬਾਅਦ ਫਿਰ ਕਿਤੇ ਚੇਤਾ ਆਇਆ, ਗੁਟਕਾ ਸਾਹਿਬ ਫੜਿਆ, ਫਿਰ ਪਾਠ ਕਰ ਦਿੱਤਾ। ਅਤੇ ਕਿਸੇ ਨੇ ਕਿਹਾ ਪਾਠ ਕਰਕੇ ਬੰਦੇ ਨੂੰ ਸ਼ਾਂਤੀ ਮਿਲਦੀ। ਉਹ ਕਹਿੰਦਾ ਸ਼ਾਂਤੀ ਦਾ ਤਾਂ ਪਤਾ ਨਹੀਂ, ਮੈਂ ਤਾਂ ਪਾਠ ਕਰਦਾ, ਮੈਂ ਤਾਂ ਬੜਾ ਸਟਰੈਸਡ ਹੋ ਜਾਂਦਾ, ਮੈਨੂੰ ਤਾਂ ਪਾਠ ਕਰਨਾ ਹੀ ਬੜਾ ਸਟਰੈਸ ਲੱਗਦਾ। ਇਹਦਾ ਮਤਲਬ ਅਜੇ ਤੂੰ ਕਮਾਈ ਕਰਨੀ ਹੈ, ਪਾਠ ਅਜੇ ਕਮਾਉਣਾ ਹੈ ਤੂੰ, ਅਜੇ ਤੂੰ ਬਹੁਤ ਇਹਦੇ 'ਚ ਇਸ ਰੂਪ ਵਿੱਚ ਜਾਣਾ ਹੈ। ਕਰਦਿਆਂ ਜਿਵੇਂ ਸਪੋਜ਼ ਕਰੋ ਆਪ ਇੱਥੇ ਰਾਗੀ ਸਿੰਘਾਂ ਨੂੰ ਦੇਖਦੇ ਹੋ ਸਾਜ਼ ਵਜਾਉਂਦਿਆਂ ਨੂੰ, ਜਦੋਂ ਵਾਜਾ ਤਬਲਾ ਵਜਾਉਂਦੇ ਨੇ, ਅਤੇ ਵਾਜਾ ਤਬਲਾ ਵਜਾਉਣਾ ਉਹਨਾਂ ਲਈ ਜੇ ਸਿਰਦਰਦੀ ਹੋ ਜਾਏ, ਜੇ ਉਹਨਾਂ ਲਈ ਕਠਿਨ ਹੋ ਜਾਏ ਤਾਂ ਨਾ ਵਜਾ ਸਕਣ। ਵਾਜਾ ਤਬਲਾ ਵਜਾਉਣਾ ਉਹਨਾਂ ਲਈ ਇੱਕ ਫਨ, ਇੱਕ ਕਲਾ ਬਣ ਜਾਂਦੀ, ਆਰਟ ਬਣ ਜਾਂਦੀ ਹੈ। ਕਦੋਂ ਬਣ ਜਾਂਦੀ? ਜਦੋਂ ਵਜਾਉਂਦਿਆਂ ਐਨ ਬਿਲਕੁਲ ਉਹਦੇ 'ਚ ਫਲੋ ਜਨਰੇਟ ਹੋ ਜਾਂਦਾ, ਬਿਲਕੁਲ ਉਹਦੇ 'ਚ ਇਨਵੋਲਵ ਹੋ ਜਾਂਦੇ। ਐਗਜ਼ੈਕਟਲੀ ਜਿਹੜਾ ਜਪ ਤਪ ਸੰਜਮ ਆ ਐਵੇਂ ਹੁੰਦਾ ਆ। ਇਹ ਐਵੇਂ ਇਸ ਤਰੀਕੇ ਨਾਲ ਨਹੀਂ ਗਾ ਕਿ ਬੰਦੇ ਨੇ ਇੱਕ ਦਿਨ ਕੀਤਾ ਤੇ ਮਹੀਨਾ ਭੁਲਾ ਦਿੱਤਾ, 2 ਮਹੀਨੇ ਭੁਲਾ ਦਿੱਤੇ, ਨਾ। ਇਹ ਤੇ ਇੱਕ ਫਲੋ ਜਨਰੇਟ ਹੁੰਦਾ, ਇਹ ਕਮਾਉਣਾ ਪੈਂਦਾ ਆ। ਇਹ ਬੰਦੇ ਨੇ ਕਮਾਈ ਨਹੀਂ ਕੀਤੀ। ਮਾਫੀ ਮੰਗਾਂਗਾ, ਬੰਦੇ ਨੂੰ ਕਈ ਉਮਰਾਂ ਲੰਘ ਜਾਂਦੀਆਂ, ਬੰਦੇ ਨੂੰ ਮਤਲਬ ਧਰਮ ਕਰਮ ਕਰਨਾ ਵੀ ਨਹੀਂ ਆਉਂਦਾ, ਗੁਰਦੁਆਰੇ ਬਹਿਣਾ ਨਹੀਂ ਆਉਂਦਾ, ਪੋਥੀ ਗੁਟਕੇ ਦੇ ਨਾਲ ਉਹਨੂੰ ਟਾਈਮ ਸਪੈਂਡ ਕਰਨਾ ਨਹੀਂ ਆਉਂਦਾ, ਉਮਰਾਂ ਲੰਘ ਜਾਂਦੀ ਇਸ ਰੂਪ ਦੇ ਵਿੱਚ। ਇਸ ਰੂਪ ਵਿੱਚ ਜਾਣੋ ਕਿ ਇੱਥੇ ਮੈਂ ਦੇਖਿਆ, ਵੈਨਕੂਵਰ ਵੀ ਦੇਖਿਆ ਕਾਫੀ ਸਾਲ ਪਹਿਲਾਂ, ਕੈਲੀਫੋਰਨੀਆ ਮੈਂ ਨੋਟ ਕੀਤੀ ਇਹ ਚੀਜ਼। ਉੱਥੇ ਜਿਹੜੀ ਫਾਰਮਿੰਗ ਕਮਿਊਨਿਟੀ ਹੈ, ਜਿਨ੍ਹਾਂ ਦਿਨਾਂ 'ਚ ਫਾਰਮਾਂ 'ਤੇ ਕੰਮ ਨਹੀਂ ਹੁੰਦਾ, ਉਹਨਾਂ ਦਿਨਾਂ ਦੇ ਅੰਦਰ ਜ਼ਿਆਦਾਤਰ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਉੱਥੇ ਪੂਰਾ ਜਮਾਵੜਾ ਲੱਗ ਜਾਂਦਾ ਹੁੰਦਾ ਸੀ। ਹੁਣ ਦਾ ਤਾਂ ਮੈਨੂੰ ਪਤਾ ਨਹੀਂ, ਬੜਾ ਸਮਾਂ ਹੋ ਗਿਆ ਗਿਆਨ, ਪਰ ਆਈ ਹੈਵ ਸੀਨ ਇਨ ਅਰਲੀ ਡੇਜ਼ ਉਹਦੇ ਜਮਾਵੜਾ ਲੱਗਿਆ ਹੋਣਾ। ਡੇ ਟਾਈਮ ਆ, ਦਿਨੇ ਪਕੌੜੇ ਬਣ ਰਹੇ ਨੇ, ਲੰਗਰ ਦੇ ਛਕੇ ਜਾ ਰਹੇ ਨੇ, ਬਾਹਰ ਖੁੱਲ੍ਹੇ ਪਾਰਕ 'ਚ ਪੂਰੀਆਂ ਜ਼ਿਆਦਾਤਰ ਉਮਰ ਦਰਾਜ਼ ਲੋਕ, ਜਿਹੜੇ ਗਾਲਬਨ ਕਹਿ ਲਓ ਕਿ 50 60 ਨੂੰ ਹੰਢਾ ਚੁੱਕੇ ਨੇ ਜਾਂ ਇਸ ਤੋਂ ਵੀ ਵੱਡੀ ਉਮਰ ਦੇ ਲੋਕ, ਤਾਸ਼ ਖੇਡ ਰਹੇ ਨੇ, ਸਭ ਚੀਜ਼ਾਂ ਹੋ ਰਹੀਆਂ ਨੇ। ਅਤੇ
ਸਭ ਸਾਰਾ ਦਿਨ ਆਲਮੋਸਟ ਸਪੈਂਡ ਕਰਨਾ। ਜਿਵੇਂ ਹੀ ਸ਼ਾਮ ਪੈਣੀ, ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਹੋਣਾ, ਇੱਧਰ ਭਾਈ ਸਾਹਿਬ ਨੇ ਪਾਠ ਸ਼ੁਰੂ ਕਰਨਾ, ਉਧਰ ਨੇ ਬਿਲਕੁਲ ਢਾਣੀਆਂ ਜਿਹੜੇ ਬੰਨ੍ਹ ਕੇ ਬੈਠੇ ਸੀਗੇ ਉਹਨਾਂ ਨੇ ਬਸ ਰੇਲ ਬੰਨ੍ਹ ਲੈਣੀ ਜਾਣ ਦੀ, ਨਿਕਲਣ ਦੀ। ਅਕਸਰ ਹੋਣੀ ਬਾਤ। ਤੇ ਕੋਈ ਦਾਨੇ ਲੋਕਾਂ ਨੇ ਕਹਿਣਾ ਇਹ ਕਿਉਂ ਕਰਦੇ ਨੇ ਐਵੇਂ, ਕੀ ਬਾਤ ਆ? ਤੇ ਕਿਸੇ ਸਿਆਣੇ ਸੱਜਣ ਨੇ ਕਿਹਾ, ਕਹਿਣ ਲੱਗਾ ਜੀ ਮੁਸ਼ਕਲ ਇਹ ਹੈ ਇਹਨਾਂ ਨੇ ਕਮਾਈ ਨਹੀਂ ਕੀਤੀ। ਕਮਾਈ ਕੀ ਨਹੀਂ ਕੀਤੀ? ਇਹਨਾਂ ਨੂੰ ਗੁਰਦੁਆਰੇ ਬਹਿਣਾ ਨਹੀਂ ਆਉਂਦਾ, ਇਹਨਾਂ ਨੂੰ ਪਤਾ ਨਹੀਂ ਗੁਰੂ ਕੋਲ ਬਹਿਣਾ ਕਿਵੇਂ ਹੈ। ਇਹਨਾਂ ਨੇ ਬਾਣੀ ਸੁਣਨ ਦੀ ਉਹ ਐਕਸਰਸਾਈਜ਼, ਉਹ ਪ੍ਰੈਕਟਿਸ ਨਹੀਂ ਕੀਤੀ। ਇਹ ਚੀਜ਼ਾਂ ਕਮਾਉਣੀਆਂ ਪੈਂਦੀਆਂ ਨੇ। ਜਪ ਤਪ ਸੰਜਮ ਧਰਮ ਨਾ ਕਮਾਇਆ। ਬੰਦਾ ਚੂਕ ਗਿਆ ਇਹਦੇ ਤੋਂ, ਪੋਸੀਬਿਲਿਟੀ ਹੈ, ਸੰਭਾਵਨਾ ਹੈ ਅਸੀਂ ਚੂਕ ਜਾਈਏ। ਸਾਡੀ ਇਹ ਜ਼ਰੂਰਤ ਹੈ, ਲੋੜ ਹੈ, ਸਾਨੂੰ ਕਮਾਈ ਕਰਨੀ ਪੈਣੀ ਹੈ, ਕਰਨੀ ਚਾਹੀਦੀ ਹੈ, ਪਰ ਨਹੀਂ, ਉਮਰ ਲੰਘ ਜਾਂਦੀ ਕਈ ਵਾਰੀ। ਬੜੇ ਲੋਕ ਨੇ ਇਹੋ ਜਿਹੇ। ਫਿਰ ਮੈਂ ਮਿਸਾਲੀ ਤੌਰ 'ਤੇ ਬਾਤ ਕਰਾਂ, ਧਨ ਕਮਾਉਣਾ ਪੈਂਦਾ, ਬੰਦਾ ਕਈ ਵਾਰੀ ਧਨ ਕਮਾਉਣ ਦਾ ਸਮਾਂ ਗੁਜ਼ਰ ਜਾਂਦਾ। ਲੋਕ ਕਹਿੰਦੇ ਇਹ ਟਾਈਮ ਲੰਘ ਗਿਆ। ਹੁਣ ਇੱਕ ਜੋਬਨ ਦਾ ਸਮਾਂ, ਇੱਕ ਐਸਾ ਸਮਾਂ ਹੁੰਦਾ ਜਦੋਂ ਬੰਦਾ ਧਨ ਕਮਾਉਣ ਵਾਸਤੇ ਯਤਨਸ਼ੀਲ ਹੁੰਦਾ ਅਤੇ ਉਸ ਐਨਰਜੀ ਨੂੰ ਜਿਹੜੀ ਉਹਦੇ ਕੋਲ ਆ ਉਹਨੂੰ ਸਰਮਾਏ ਦੇ ਵਿੱਚ ਕਨਵਰਟ ਕਰ ਲੈਂਦਾ। ਉਹ ਕਹਿੰਦੇ ਜੀ ਸਮਾਂ ਲੰਘ ਗਿਆ ਹੁਣ। ਇਹ ਨਹੀਂ ਹੋ ਸਕਦਾ। ਧਨ ਕਮਾਉਣ ਦਾ ਸਮਾਂ ਆ, ਧਰਮ ਕਮਾਉਣ ਦਾ ਵੀ ਸਮਾਂ ਆ। ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਹੈ, ਬਾਬਾ ਜੀ, ਬਾਬਾ ਫਰੀਦ ਜੀ ਕਹਿੰਦੇ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ, ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਹਾਂ, ਬਾਬਾ ਅਮਰਦਾਸ ਨੇ ਇੱਕ ਬੜੀ ਕਾਮਲ ਬਾਤ ਕਰਕੇ ਸਾਨੂੰ ਇਹ ਬਾਤ ਕਹਿ ਦਿੱਤੀ ਕਿ ਹੋਪਲੈਸ ਨਾ ਹੋਈ। ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨ ਲੱਗਹੀ, ਜੇ ਲੋਚੈ ਸਭ ਕੋਏ ਇਤੇ ਪਿਰਮ ਪਿਆਲਾ ਖਸਮ ਕਾ, ਜਿਸ ਭਾਵੈ ਤਿਸ ਦੇ, ਜਿਹਨੂੰ ਉਹ ਬਖਸ਼ੇ ਉਹਨੂੰ ਮਿਲੇ। ਕਿਹਾ ਕਿ ਚੇਤੇ ਰੱਖ, ਇਹ ਜਿਹੜਾ ਸਾਹਿਬ ਆ ਉਹ ਹਰ ਵਕਤ ਹੀ ਮੌਜੂਦ ਆ, ਵਾਹਿਗੁਰੂ ਜਦੋਂ ਚਾਹੇ ਉਦੋਂ ਪ੍ਰਾਪਤ ਹੋ ਸਕਦਾ ਤੈਨੂੰ। ਪਰ ਬਾਬਾ ਫਰੀਦ ਜੀ ਦਾ ਬਚਨ, ਕਾਲੀ ਜਿਨੀ ਨਾ ਰਾਵਿਆ। ਕਾਲੀ ਜਦੋਂ ਬੰਦੇ ਦੀਆਂ ਮੁੱਛਾਂ ਕਾਲੀਆਂ ਨੇ, ਦਾੜੀ ਕਾਲੀ ਹੈ, ਸਿਰ ਦੇ ਵਾਲ ਕਾਲੇ ਨੇ, ਜਦੋਂ ਜੋ ਬੰਦਾ ਸਮਾਂ ਆ ਬੰਦੇ ਨੂੰ, ਉਦੋਂ ਹੋਰ ਹੀ ਕੁਝ ਨਜ਼ਰ ਪਈ ਜਾਂਦਾ, ਉਹ ਆਪਣੇ ਜੀਵਨ ਨੂੰ ਕਿਤੇ ਹੋਰ ਹੀ ਗਵਾਈ ਜਾਂਦਾ ਹੈ। ਮੈਂ ਇੱਥੇ ਯੰਗ ਬੱਚਿਆਂ ਨਾਲ ਡੀਲ ਕਰਦਾ ਜ਼ਿਆਦਾਤਰ। ਹੁਣ ਸਪੋਜ਼ ਕਰੋ 13, 14, 15 ਸਾਲ ਦਾ ਬੱਚਾ ਆ, ਉਹਨੂੰ ਫਿਕਰ ਕਾਹਦਾ ਹੋਣਾ ਚਾਹੀਦਾ? ਪੜ੍ਹਾਈ ਦਾ। ਤੁਹਾਨੂੰ ਫਿਕਰ ਕਾਹਦਾ? ਮੌਜ ਮਸਤੀ ਦਾ। ਉਹਨੂੰ ਲੱਗਦਾ ਦੋਸਤਾਂ ਨਾਲ ਮੌਜ ਕਦੋਂ ਕਰਨੀ, ਆਹ ਕਦੋਂ ਜਾਣਾ ਹੈ। ਉਹਨੂੰ ਸਕੂਲ ਜਾਣ ਦਾ ਫਿਕਰ ਨਹੀਂ, ਉਹਨੂੰ ਫਿਕਰ ਇਹ ਹੈ ਵੀ ਆਪਾਂ ਜਾ ਕੇ ਤੇ ਕਿਸ ਰੂਪ ਵਿੱਚ ਇੱਲਤਬਾਜ਼ੀ ਕਰਨੀ ਹੈ। ਇਹ ਮਨੁੱਖੀ ਮਨ ਦੀ ਦਸ਼ਾ ਆ। ਮਨ ਲੋਚੈ ਬੁਰਿਆਈਆਂ, ਇਹ ਬੁਰਾ ਲੋਚਦਾ। ਇਹ ਕਿਸੇ ਹੋਰ, ਜਿੱਧਰ ਨਹੀਂ ਜਾਣਾ ਚਾਹੀਦਾ ਉੱਧਰ ਜਾਂਦਾ, ਜਿੱਧਰ ਜਾਣਾ ਚਾਹੀਦਾ ਉੱਧਰ ਜਾਣ ਵਾਲੇ ਪਾਸੇ ਨਹੀਂ ਤੁਰਦਾ। ਇਹਦੀ ਇਹ ਸੰਭਾਵਨਾ ਇਸ ਰੂਪ 'ਚ ਬਣੀ ਹੈ। ਸੋ ਇਨ ਬਿਨ ਜੀਵਨ ਯਾਪਨ ਦੇ ਵਿੱਚ ਜਦੋਂ ਧਨ ਕਮਾਉਣਾ ਹੈ ਉਦੋਂ ਜੋਬਨ ਦਾ ਸਮਾਂ, ਉਹ ਸਮਾਂ ਕਾਰਗਰ ਆ। ਧਰਮ ਕਮਾਉਣਾ ਹੈ ਉਹ ਸਮਾਂ ਕਾਰਗਰ ਆ। ਉਦੋਂ ਹਾਂ ਬੰਦੇ ਦਾ ਸਰੀਰ ਵਾਜਬ ਹੈ, ਉਹਦੇ ਹੱਥ ਪੈਰ ਚੱਲਦੇ ਨੇ। ਜੇ ਉਸਨੇ ਸਪੋਜ਼ ਕਰੋ 2-4 ਘੰਟੇ ਕਿਤੇ ਬੈਠ ਕੇ ਕੋਈ ਪੋਥੀ ਸੰਬੰਧੀ ਕਿਤਾਬ, ਕੋਈ ਗੁਰਬਾਣੀ ਦੀ ਵਿਆਖਿਆ, ਕੋਈ ਚੀਜ਼ ਪੜ੍ਹਨੀ ਸੁਣਨੀ ਹੈ, ਜੇ ਐਨਰਜੀ ਹੈ ਤਾਂ ਹੀ ਬਹਿ ਸਕੇਗਾ। ਜੇ ਐਨਰਜੀ ਨਹੀਂ ਹੈ ਕਿਵੇਂ ਬੈਠੇਗਾ? ਇਹ ਕਮਾਈ ਉਸੇ ਸਟੇਜ 'ਤੇ ਹੋ ਸਕਦੀ ਹੈ। ਹੋਰ ਧਿਆਨ ਨਾਲ ਦੇਖਿਓ ਜੇ ਤੁਸੀਂ, ਬੜੇ ਪ੍ਰੈਕਟੀਕਲ ਵੇ ਦੇ ਨਾਲ। ਆਹ ਸਾਡਾ ਸਰੀਰ ਹੈ ਇੱਕ ਬਾਇਓਲੋਜੀਕਲ, ਇਹਦੇ 'ਚ ਕਹਿ ਲਓ ਕਿ ਬਾਇਓ ਕਲੌਕ ਆ। ਹੁਣ ਇੱਕ 20-25 ਸਾਲ ਦਾ ਬੱਚਾ ਬਲੱਡ ਵਰਕ ਕਰਾਉਂਦਾ ਆ ਅਤੇ ਬਲੱਡ ਰਿਪੋਰਟ ਕੀ ਆਉਂਦੀ ਹੈ? ਤੇਰਾ ਹਾਰਟ ਜਿਹੜਾ ਆ ਉਹ 100% ਕੰਮ ਕਰ ਰਿਹਾ ਆ, ਤੇਰੀਆਂ ਕਿਡਨੀਆਂ 100% ਕਾਰਗਰ ਕੰਮ ਕਰ ਰਹੀਆਂ ਨੇ, ਤੇਰਾ ਲੀਵਰ 100% ਬਿਲਕੁਲ ਵਧੀਆ ਕੰਮ ਕਰ ਰਿਹਾ। ਸੋ ਐਵਰੀਥਿੰਗ ਇਜ਼ ਫਾਈਨ। ਔਰਗਨ ਹੈ ਨਾ ਸਾਡੇ ਅੰਦਰ ਜਿਹੜੇ ਚੱਲਦੇ ਸਾਰੇ ਦੇ ਸਾਰੇ। ਅੱਛਾ, ਉਹੀ ਸ਼ਖਸ ਜਦੋਂ ਕਿਤੇ 50ਵਿਆਂ ਨੂੰ ਕ੍ਰਾਸ ਕਰ ਜਾਏ, ਫਿਰ ਬਲੱਡ ਵਰਕ ਕਰਾਏ, ਉਹ ਕਹਿਣਗੇ ਵੀ ਹਾਂ ਹਾਰਟ ਅਰਾਊਂਡ ਠੀਕ ਹੈ 90%, ਥੋੜ੍ਹੀਆਂ ਬਹੁਤੀਆਂ ਆਰਟਰੀਜ਼ ਬਲੌਕ ਹੋਣ ਦੇ ਚਾਂਸਿਸ ਬਣ ਗਏ ਨੇ, ਚੀਜ਼ ਘਟਣੀ ਸ਼ੁਰੂ ਹੋ ਗਈ ਹੈ। ਜਿਹੜਾ ਲਿਵਰ ਸੀਗਾ ਹੁਣ ਫੈਟੀ ਹੋਣ ਦੀ ਪੋਸੀਬਿਲਿਟੀ ਹੈ, ਤੇਰੇ 'ਚ ਹਾਈ ਕੋਲੈਸਟਰੋਲ ਲੱਭ ਰਿਹਾ ਤੈਨੂੰ ਉਸ ਰੂਪ ਦੇ ਵਿੱਚ। ਕਿਡਨੀਜ਼ ਠੀਕ ਨੇ, ਫੰਕਸ਼ਨ ਕਰ ਰਹੀਆਂ ਬਹੁਤ ਵਧੀਆ, ਪਰ ਫਿਰ ਵੀ 80% ਨੇ। ਜਿਵੇਂ 60ਵਿਆਂ ਨੂੰ 70ਵਿਆਂ ਨੂੰ ਕ੍ਰਾਸ ਕਰੇ, ਉਹ ਕਹਿ ਕੇ ਨਹੀਂ ਹੁਣ ਤੇਰੀਆਂ ਕਿਡਨੀਆਂ ਜਿਹੜੀਆਂ ਨੇ ਪਾਣੀ ਜ਼ਿਆਦਾ ਪੀਆ ਕਰ, ਅਤੇ ਬਿਲਕੁਲ ਵੀ ਤਲੀ ਚੀਜ਼ ਖਾ ਨਹੀਂ ਸਕਦਾ, ਹੁਣ ਤੂੰ ਆ ਵੀ ਨਹੀਂ ਖਾ ਸਕਦਾ, ਜਿਹੜਾ ਆ ਲੂਣ ਵੀ ਥੋੜ੍ਹਾ ਤੈਨੂੰ ਪਰਹੇਜ਼ਗਾਰ ਹੋਣਾ ਪਏਗਾ, ਇਸ ਚੀਜ਼ 'ਤੇ ਵੀ ਹੋਣਾ ਪਏਗਾ। ਕਿਉਂ ਕੀ ਹੋ ਗਿਆ? ਕਿਉਂਕਿ ਤੇਰਾ ਹੁਣ ਕਿਡਨੀ ਜਿਹੜੀਆਂ ਨੇ ਉਹ ਸਿਰਫ 30% ਰਹਿ ਗਈਆਂ ਨੇ।
ਹਾਰਟ ਜਿਹੜਾ ਹੈ ਤੇਰੀਆਂ 5-7 ਆਰਟਰੀਜ਼ ਬਲੌਕ ਨੇ, ਉਹਨਾਂ 'ਚ ਹੁਣ ਸਾਨੂੰ ਸਟੰਟ ਪਾਉਣੇ ਪੈਣਗੇ, ਹੋ ਸਕਦਾ ਸਰਜਰੀ ਕਰਨੀ ਪਏ। ਸੋ ਇਹ ਸਾਰੇ ਇਹ ਔਰਗਨਸ ਨੇ ਸਾਡੇ, ਇਹ ਸਾਡੇ ਅੰਦਰ ਕੰਮ ਕਰਨ ਵਾਲੀ ਉਹ ਮਸ਼ੀਨਾਂ ਨੇ ਸਾਰੀਆਂ, ਜਿਹੜੀ ਕੁਦਰਤ ਨੇ ਸਾਨੂੰ ਦਿੱਤੀਆਂ ਸੀਗੀਆਂ। ਉਮਰ ਹੋਣ ਦੇ ਨਾਲ ਇਹ ਉਮਰ ਦਰਾਜ਼ ਹੋ ਗਈਆਂ, ਇਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸਲੀਕਾ ਉਹ ਪਹਿਲੇ ਵਰਗਾ ਨਹੀਂ ਰਿਹਾ। ਇਨ ਬਿਨ ਜਾਣੋ, ਜਿਵੇਂ ਹਾਰਟ ਆ, ਲਿਵਰ ਆ, ਕਿਡਨੀ ਆ, ਸਾਰਾ ਕੁਝ ਐਵੇਂ ਹੀ ਸਾਡਾ ਬ੍ਰੇਨ ਆ। ਇਹ ਉਮਰ ਦਾ ਪ੍ਰਭਾਵ ਕਬੂਲਦਾ ਆ। ਜਿਤਨੀ ਇਹਦੇ 'ਚ ਤਾਕਤ, ਜਿਤਨੀ ਇਹਦੇ 'ਚ ਕਹਿ ਲਓ ਕਿ ਸਮਰੱਥਾ ਜੋਬਨ ਦੀ ਦਹਲੀਜ਼ 'ਤੇ ਆ, ਵਡੇਰਿਆਂ ਹੋਇਆ ਨਾ ਆਏਗੀ। ਜਿਹੜੀ ਚੀਜ਼ ਜੋਬਨ ਦੇ ਸਮੇਂ ਦੇ 'ਚ ਮੈਮਰੀ ਦੇ 'ਚ ਪੈ ਗਈ, ਜਿਹੜੀ ਚੀਜ਼ ਉਸ ਸਮੇਂ ਦੇ 'ਚ ਬੰਦੇ ਨੂੰ ਸਮਝ ਆ ਗਈ, ਉਮਰ ਦਰਾਜ਼ ਹੋਇਆ ਨਾ ਸਮਝ ਆਏਗੀ। ਇੱਥੇ ਫਿਰ ਪਤਾ ਲੱਗਦਾ, ਹਾਂ ਸਮਾਂ ਰਹਿੰਦਿਆਂ ਕਮਾਈ ਨਹੀਂ ਕੀਤੀ, ਹੁਣ ਕਮਾਈ ਨਾ ਕਰਨ ਕਰਕੇ ਸਮਝ ਵੀ ਨਹੀਂ ਆਉਂਦੀ। ਬੜੇ ਲੋਕ ਨੇ ਆਪ ਤੇ ਕੁਝ ਰੂਹਾਂ ਦੇਵਤਿਆਂ ਵਰਗੇ ਲੋਕ ਕੋ ਬੈਠੇ ਹੋ ਗੁਰੂ ਕੇ ਹਜ਼ੂਰ, ਅਦਰਵਾਈਜ਼ ਕਿੱਥੇ। ਬੰਦਾ ਕਹਿੰਦਾ ਬਾਣੀ ਸਮਝ ਨਹੀਂ ਆਉਂਦੀ ਭਾਈ ਸਾਹਿਬ, ਪਤਾ ਨਹੀਂ ਕਿਆ ਗੁਰੂ ਸਾਹਿਬ ਕੀ ਹੁਕਮ ਹੈ ਉਹਦਾ, ਪਤਾ ਨਹੀਂ ਜੀ। ਆਹ ਚੀਜ਼ ਪੜ੍ਹਿਆ ਪਤਾ ਹੀ ਨਹੀਂ ਲੱਗਦਾ ਜੀ, ਪੜ੍ਹ ਵੀ ਲੈਣਾ ਜੀ ਤਾਂ ਵੀ ਨਹੀਂ ਪੱਲੇ ਪੈਂਦਾ। ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਇਹਦੀ ਕਮਾਈ ਨਹੀਂ ਹੋਈ। ਇਹ ਸਮਾਂ ਰਹਿੰਦਿਆਂ ਐਫਰਟ ਨਹੀਂ ਪਾਈ, ਐਨਰਜੀ ਨਹੀਂ ਲਾਈ ਉਸ ਪਾਸੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਉਸ ਹਰੀ ਰਾਏ ਦੀ ਸੇਵਾ ਕਰਨੀ ਕਿਵੇਂ ਕਰੋਗੇ? ਸੇਵਾ ਸਾਧ, ਸਾਧੂ ਜਨਾਂ ਦੀ ਸੇਵਾ ਕਰਨੀ, ਚੰਗੇਰਿਆਂ ਦੀ ਸੰਗਤ ਕਰਨੀ, ਚੰਗੇਰਿਆਂ ਦੀ ਸੋਹਬਤ ਬੈਠਣਾ। ਇਹ ਸੰਸਾਰ ਜਿਹੜਾ ਆ ਗਿਵ ਐਂਡ ਟੇਕ, ਲੈਣ ਦੇਣ ਤੇ ਖੜਾ ਆ। ਅਸੀਂ ਕਿਸੇ ਨੂੰ ਸਤਿਕਾਰ ਦਿਆਂਗੇ, ਕੋਈ ਸਾਨੂੰ ਸਤਿਕਾਰ ਦੀ ਵਜ੍ਹਾ 'ਚ ਕੁਝ ਸਾਨੂੰ ਵਾਪਸ ਦੇਵੇਗਾ। ਬੰਦਾ ਕਿਸੇ ਨੂੰ ਜੀ ਕਹਿ ਕੇ ਬੁਲਾਏਗਾ, ਅਗਲਾ ਵੀ ਉਸ ਨੂੰ ਜੀ ਕਹਿ ਕੇ ਵਾਪਸ ਸਤਿਕਾਰ 'ਚ ਕਹੇਗਾ। ਸੰਗਤ ਉੱਥੇ ਹੀ ਵੱਧਦੀ ਹੈ, ਸਾਂਝ ਉੱਥੇ ਹੀ ਵੱਧਦੀ ਹੈ ਜਿੱਥੇ ਤੁਸੀਂ ਪਿਆਰ, ਮੁਹੱਬਤ, ਖਲੂਸ, ਆਪਣਤ ਦਾ ਇਜ਼ਹਾਰ ਕਰਦੇ ਹੋ। ਅੱਜ ਕੱਲ੍ਹ ਇੱਕ ਤਾਂ ਮੋਟੀ ਜੀ ਗੱਲ ਇਹ ਹੋ ਗਈ ਕਿ ਸਪਿਰਿਚੁਅਲ ਸਾਈਡ ਤੋਂ ਸਪਿਰਿਚੁਅਲ ਪਰਸਨੈਲਿਟੀ ਸਾਡੇ ਕੋਲ ਰਹੀਆਂ ਨਹੀਂ ਗੀਆਂ ਬਹੁਤੀਆਂ, ਮਾਫੀ ਮੰਗਾਂਗਾ। ਅਦਰਵਾਈਜ਼ ਸਾਡੇ ਘਰਾਂ ਥਾਵਾਂ 'ਤੇ ਹੁੰਦਾ ਸੀਗਾ ਕਿ ਗੁਰਮੁਖ ਰੂਹਾਂ ਦਾ ਜਮਾਵੜਾ ਹੋਣਾ, ਆਮਦ ਹੋਣੀ, ਲੋਕਾਂ ਨੇ ਮਿਲਣਾ ਗਿਲਣਾ, ਬੱਚਿਆਂ ਲਈ ਪ੍ਰੇਰਨਾ ਹੋਣੀ, ਇਹ ਚੀਜ਼ਾਂ ਹੁੰਦੀਆਂ ਸੀਗੀਆਂ। ਮਾਹੌਲ ਇਹੋ ਜਿਹਾ ਬਣ ਗਿਆ ਕਿ ਹੌਲੀ ਹੌਲੀ ਉਹਦੀ ਲੈਕਿੰਗ ਬਹੁਤ ਜ਼ਿਆਦਾ ਹੋ ਗਈ। ਹੁਣ ਤਾਂ ਬਿਲਕੁਲ ਇੱਕ ਤਰੀਕੇ ਦਾ ਵੈਕਿਊਮ ਹੀ ਆ ਚੁੱਕਾ, ਮੈਂ ਸਮਝਾਂ। ਤੇ ਉਹਦੇ ਕਰਕੇ ਹੁਣ ਬੰਦਾ ਕਹਿੰਦਾ ਕਿਹਦੀ ਸੇਵਾ ਕਰਾਂ? ਫਿਰ ਪਖੰਡ ਅਡੰਬਰ ਇਤਨਾ ਜ਼ਿਆਦਾ ਆ ਕਿ ਸਹੀ ਗਲਤ ਦਾ ਪਤਾ ਲਾਉਣਾ ਬੜਾ ਔਖਾ ਆ। ਬੰਦਾ ਕਿਸੇ ਨੂੰ ਧਾਰਮਿਕ ਸਮਝ ਕੇ ਨੇੜੇ ਜਾਂਦਾ, ਪਤਾ ਲੱਗਦਾ ਧਾਰਮਿਕ ਤੇ ਹੈ ਹੀ ਨਹੀਂ, ਅਡੰਬਰੀ ਤੇ ਪਖੰਡੀ ਹੈ। ਤੇ ਇਹਦੀ ਹਾਲਤ ਹੀ ਕੁਛ ਹੋ ਰਿਹਾ। ਉੱਥੋਂ ਹੋਰ ਨਵਾਂ ਨੁਕਸਾਨ ਹੋ ਜਾਂਦਾ। ਆਪਨੇ ਕਦੀ ਸ਼ਾਇਦ ਉਹ ਕਹਾਣੀ ਪੜ੍ਹੀ ਹੋ, ਲਿਟਰੇਚਰ ਦਾ ਬੜਾ ਕਲਾਸੀਕਲ ਪੀਸ ਆ। ਉਹ ਇੱਕ ਸਾਧੂ ਸੀਗਾ ਅਤੇ ਉਹਦੇ ਕੋਲ ਕੋਈ ਦਾਨ ਦੇ ਵਿੱਚ ਉਸ ਨੂੰ ਇੱਕ ਘੋੜੀ ਦਾ ਬੱਚਾ ਦੇ ਗਿਆ ਅਤੇ ਉਹਨੇ ਪਾਲਿਆ, ਬੜੇ ਪਿਆਰ ਨਾਲ ਸੰਭਾਲਿਆ, ਪਾਲਿਆ, ਨਾਲ ਉਹਨਾਂ ਨੂੰ ਟ੍ਰੇਨਡ ਕੀਤਾ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ, ਆਖਰਕਾਰ ਉਸ ਦੇ ਕੋਲ ਉਹ ਘੋੜੀ ਛੱਡ ਕੇ ਗਿਆ ਕੋਈ, ਉਹ ਹੌਲੀ ਹੌਲੀ ਜਦੋਂ ਬਿਲਕੁਲ ਪੂਰੀ ਇਸ ਤਰ੍ਹਾਂ ਕਹਿ ਲਓ ਕਿ ਪੂਰਾ ਉਹ ਜਾਨਵਰ ਆਪਣੇ ਜੋਬਨ 'ਤੇ ਆਇਆ ਅਤੇ ਬੜੇ ਕਮਾਲ ਦਾ ਉਹ ਜਿਹੜਾ ਹੈਗਾ ਉਹ ਸਵਾਰੀ ਜਿਹੜੀ ਉਹ ਬਣਿਆ। ਉਹ ਇੱਕ ਤਰੀਕੇ ਨਾਲ ਏਡੀ ਕਮਾਲ ਦੀ ਉਹਦੀ ਸਵਾਰੀ ਕਿ ਲੋਕੀ ਚਰਚਾ ਕਰਦੇ, ਲੋਕ ਕਹਿੰਦੇ ਉਹ ਫਲਾਂ ਸਾਧੂ ਕੋਲ ਜਿਹੜੀ ਘੋੜੀ ਆ ਕਮਾਲ ਦੀ ਘੋੜੀ ਆ ਜੀ, ਉਹ ਅੱਖ ਦੇ ਫੋਰ ਦੇ ਸਮੇਂ 'ਚ ਇੰਨੀ ਦੌੜਦੀ ਹੈ, ਇਸ ਰੂਪ ਦੇ ਵਿੱਚ ਆ, ਉਹਦੀ ਆਹ ਖਾਸੀਅਤ ਹੈ, ਉਹ ਜੰਪ ਬੜਾ ਵੱਡਾ ਹਾਈ ਕਰ ਜਾਂਦੀ ਹੈ। ਉਹ ਕਰਦਿਆਂ ਚਰਚਾ 4 ਚੁਫੇਰੇ ਚੱਲੀ ਖੂਬ ਸਾਰੀ। ਇੱਕ ਇਲਾਕੇ ਦਾ ਬੜਾ ਵੱਡਾ ਧਾੜਵੀ ਡਾਕੂ ਸੀਗਾ, ਉਹਨੂੰ ਪਤਾ ਲੱਗਾ, ਕਹਿੰਦੇ ਬੜਾ ਕਮਾਲ ਦਾ ਉਹਦੇ ਕੋਲ ਇੱਕ ਜਾਨਵਰ ਆ ਘੋੜੀ ਦੇ ਰੂਪ ਵਿੱਚ, ਤੇ ਬਹੁਤ ਵਧੀਆ ਉਹ ਤੇ ਉਮਦਾ। ਉਹ ਕਹਿੰਦਾ ਲੈ ਇਹੋ ਜਿਹੇ ਜਾਨਵਰ ਦਾ ਸਾਧੂ ਨਹੀਂ ਕਰਨਾ, ਉਹ ਸਾਨੂੰ ਚਾਹੀਦਾ। ਅਸੀਂ ਉਸ ਨੂੰ ਆਪਣੇ ਚੋਰੀ ਠੱਗੀ ਵਾਸਤੇ ਇਸਤੇਮਾਲ ਕਰਾਂਗੇ ਕਿਤੇ, ਮਤਲਬ ਸਾਨੂੰ ਰਾਤ ਬਰਾਤੇ ਐਵੇਂ ਦੇ ਜਾਨਵਰਾਂ ਦੀ ਲੋੜ ਪੈਂਦੀ ਹੈ, ਸੋ ਕਿਉਂ ਨਾ ਉਸ ਨੂੰ ਅਸੀਂ ਉਹਦੇ ਕੋਲੋਂ ਲੈ ਲਈਏ। ਉਸਨੇ ਆਪਣਾ ਬੰਦਾ ਭੇਜਿਆ ਅਤੇ ਬੰਦਾ ਭੇਜ ਕੇ ਉਸ ਨੂੰ ਆਫਰ ਦਿੱਤੀ ਵੀ ਦੱਸ ਸਾਧੂ ਮਹਾਰਾਜ ਕੀ ਮੁੱਲ ਲੈਣਾ ਇਹਦਾ? ਜਿੰਨਾ ਕਹੋਗੇ ਉਸ ਤੋਂ ਵੱਧ ਦੇ ਦਿਆਂਗੇ। ਤੁਹਾਨੂੰ ਪਤਾ ਫਲਾਂ ਧਾੜਵੀ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ, ਉਹਦੀ ਅੱਖ ਹੈ ਇਸ ਘੋੜੀ ਦੇ ਉੱਤੇ, ਉਹਨੂੰ ਚਾਹੀਦੀ ਹੈ, ਤੁਸੀਂ ਇਹਨੂੰ ਸੈੱਲ ਕਰ ਦਿਓ। ਉਹ ਕਹਿੰਦਾ ਵੀ ਗੱਲ ਇਹ ਆ, ਪਹਿਲੀ ਤੇ ਚੀਜ਼ ਇਹ ਹੈ ਵੀ ਮੈਂ ਕੋਈ ਵਪਾਰੀ ਬੰਦਾ ਤਾਂ ਹੈ ਨਹੀਂ ਗਾ, ਸਰਮਾਏਦਾਰੀ ਵਾਸਤੇ ਮੈਂ ਜਾਨਵਰ ਪਾਲਿਆ ਨਹੀਂ ਗਾ, ਇਹ ਤਾਂ ਕੋਈ ਮੈਨੂੰ ਦੇ ਗਿਆ, ਮੈਂ ਉਹਨੂੰ ਸੰਭਾਲ ਲਿਆ ਅਤੇ ਇਹਦੇ ਨਾਲ ਮੇਰਾ ਇੱਕ ਸਾਂਝ ਆ ਉਸ ਢੰਗ ਦੀ।
ਸੋ ਇਸ ਕਰਕੇ ਮੇਰੀ ਕੋਈ ਨੂੰ ਵੇਚਣ ਦੀ ਖਾਹਿਸ਼ ਨਹੀਂ, ਨਾ ਮੈਂ ਇਸ ਤਰ੍ਹਾਂ ਕੁਛ ਕਿਹਾ ਕਿਸੇ ਨੂੰ ਮੈਂ ਵੇਚਣਾ ਹੈ। ਬਾਕੀ ਗੱਲ ਰਹਿ ਗਈ ਉਸ ਧਾੜਵੀ ਨੂੰ, ਡਾਕੂ ਨੂੰ ਵੇਚਣ ਦੀ, ਉਹਨੂੰ ਤਾਂ ਕਦੀ ਵੀ ਨਾ ਵੇਚਾਂ ਮੈਂ। ਉਹ ਤੇ ਦਾ ਬੜਾ ਗਲਤ ਇਸਤੇਮਾਲ ਕਰੇਗਾ, ਤੇ ਇੰਨਾ ਤੇਜ਼ ਜਾਨਵਰ ਆ, ਇਤਨਾ ਵਧੀਆ ਆ, ਉਹ ਤੇ ਲੋਕਾਂ ਨੂੰ ਲੁੱਟੇ ਖੋਏਗਾ ਤੇ ਦੌੜ ਜੇ ਕਰੇਗਾ, ਲੱਭੇਗਾ ਹੀ ਨਹੀਂ। ਜਿੰਨਾ ਵਧੀਆ ਇਹ ਤੇ ਪਾਪ ਹੋ ਜਾਏਗਾ। ਮੈਂ ਨਹੀਂ, ਬਿਲਕੁਲ ਵੀ ਨਾ ਨਾ ਖਬਰ ਜਾ ਕੇ ਕਹਿ ਦੇ ਉਸ ਨੂੰ, ਬਿਲਕੁਲ ਇਹਦੇ ਬਾਰੇ ਮੇਰੇ ਨਾਲ ਜ਼ਿਕਰ ਵੀ ਨਹੀਂ ਕਰਨਾ। ਖੈਰ ਉਹ ਉਸ ਨੂੰ ਧਾੜਵੀ ਨੂੰ ਜਾ ਕੇ ਸੁਨੇਹਾ ਵਾਪਸ ਦਿੱਤਾ ਕਿ ਭਾਈ ਉਹ ਨਹੀਂ ਵੇਚਦਾ। ਉਹ ਤਾਂ ਮੰਨਿਆ ਹੀ ਨਹੀਂ। ਉਹ ਤਾਂ ਕਹਿੰਦਾ ਨਾ ਇਹ ਤਾਂ ਬਿਲਕੁਲ ਕਿਸੇ ਤਰੀਕੇ ਦੇ ਨਾਲ ਵੀ ਮੈਨੂੰ ਜਿਹੜਾ ਆ ਗਵਾਰਾ ਹੀ ਨਹੀਂਗਾ, ਖਾਸ ਕਰਕੇ ਧਾੜਵੀ ਨੂੰ ਤਾਂ ਮੈਂ ਘੋੜੀ ਵੇਚਾਂ, ਕਦੀ ਵੀ ਨਹੀਂ ਹੋ ਸਕਦਾ। ਉਹਨੇ ਖੈਰ ਬਕਾਇਦਾ ਤੌਰ 'ਤੇ ਸੁਨੇਹਾ ਵਾਪਸ ਪਹੁੰਚਾਇਆ ਸਾਧੂ ਨੂੰ ਵੀ ਗੱਲ ਸੁਣ, ਅੱਜ ਤੱਕ ਕਿਸੇ ਨੇ ਮੈਨੂੰ ਐਵੇਂ ਨਾ ਨਹੀਂ ਕੀਤੀ, ਅਤੇ ਮੇਰੇ ਬਾਰੇ ਲੋਕ ਜਾਣਦੇ ਆ, ਮੈਂ ਬੜਾ ਅੜੀਅਲ ਹਾਂ, ਬੜਾ ਅੜਬੱਗ ਹਾਂ, ਜਿਸ ਚੀਜ਼ 'ਤੇ ਅੜ ਜਾਵਾਂ ਉਹ ਪੱਕੀ ਹੁੰਦੀ ਹੈ। ਸੋ ਇਹ ਘੋੜੀ ਹੁਣ ਤੇਰੇ ਕੋਲ ਅਸੀਂ ਮੁੱਲ ਦੇ ਕੇ ਲੈ ਰਹੇ ਸੀਗੇ, ਤੂੰ ਉਸ ਰੂਪ ਵਿੱਚ ਸਾਨੂੰ ਨਹੀਂ ਦਿੱਤੀ, ਕੋਈ ਗੱਲ ਨਹੀਂ, ਅਸੀਂ ਚੁਰਾ ਕੇ ਲੈ ਜਾਵਾਂਗੇ। ਉਹ ਇਹਦੇ ਬਾਰੇ ਉਸਨੇ ਉਹਦੇ ਤੱਕ ਸੁਨੇਹਾ ਪਹੁੰਚਾ ਦਿੱਤਾ। ਉਹ ਕਹਿੰਦਾ ਜੀ ਕੋਈ ਗੱਲ ਨਹੀਂ। ਉਹਨੇ ਥੋੜ੍ਹਾ ਇੰਤਜ਼ਾਮ ਕਰ ਦਿੱਤਾ ਵੀ ਭਾਈ ਕੋਈ ਇਸ ਰੂਪ ਵਿੱਚ ਰਾਤ ਬਰਾਤੇ ਕੋਈ ਆਵੇ, ਕੋਈ ਲੁੱਟਣ ਖੋਹਣ ਵਾਸਤੇ, ਜਾਂ ਉਹਦਾ ਧਿਆਨ ਰੱਖਿਓ। ਹੁਣ ਉਹ ਥੋੜ੍ਹਾ ਸਾਵਧਾਨ ਵੀ ਹੋ ਗਿਆ। ਵਕਤ ਆਪਣੀ ਜਾਚੇ ਬਤੀਤ ਹੁੰਦਾ ਗਿਆ। ਆਖਿਰਕਾਰ ਉਹ ਸਾਧੂ ਨੂੰ ਵੀ ਥੋੜ੍ਹਾ ਸਮਾਂ ਪਾ ਕੇ ਚੀਜ਼ਾਂ ਭੁੱਲ ਗਈਆਂ, ਲੋਕਾਂ ਨੂੰ ਵੀ ਨਾ ਚੇਤੇ ਰਿਹਾ। ਇੱਕ ਦਿਨ ਕਿਤੇ ਸਾਧੂ ਦੂਰ ਕਿਤੋਂ ਘੋੜੀ 'ਤੇ ਚੜ੍ਹਿਆ ਲਗਾ ਹੁੰਦਾ, ਸ਼ਾਮ ਪੈ ਰਹੀ ਹੈ, ਅਤੇ ਜਿਸ ਰਾਹ 'ਤੇ ਤੁਰਿਆ ਹੁੰਦਾ ਉਸ ਰਾਹ ਦੇ ਉੱਤੇ ਇੱਕ ਬੰਦਾ ਬੜਾ ਨੀਵੀਂ ਜੀ ਪਾ ਕੇ ਹੌਲੀ ਹੌਲੀ ਕਰਕੇ ਤੁਰ ਰਿਹਾ, ਡੰਡੇ ਦਾ ਸਹਾਰਾ ਲੈ ਕੇ। ਘੋੜੀ ਦੌੜਾਈ ਲਿਆਉਂਦਾ, ਉਹਨੇ ਹੌਲੀ ਕੀਤੀ ਘੋੜੀ ਥੋੜ੍ਹੀ ਜਿਹੀ, ਦੇਖਿਆ ਬੰਦਾ ਬੜੀ ਹੌਲੀ ਤੁਰ ਰਿਹਾ ਹੈ। ਥੋੜ੍ਹੀ ਹੋਰ ਸਲੋਅ ਕਰਕੇ ਉਹਨੂੰ ਪੁੱਛਦਾ ਹੈ ਭਾਈ ਕੀ ਹੋਇਆ। ਬੰਦੇ ਨੇ ਊਂਘਦੇ ਹੋਏ ਨੇ ਆਵਾਜ਼ ਦਿੱਤੀ, ਬਿਮਾਰ ਆ। ਕਹਿੰਦਾ ਬਿਮਾਰ ਆ? ਦੇਰ ਸ਼ਾਮ ਇਸ ਬਿਲਕੁਲ ਸੁਨਸਾਨ ਜਗ੍ਹਾ 'ਤੇ ਇੰਨੀ ਤੁਰਿਆ ਤੇਰੇ ਤੋਂ ਜਾ ਨਹੀਂ ਰਿਹਾ, ਅਤੇ ਬਿਮਾਰ ਹੈ, ਕਿੱਥੇ? ਕਹਿਣ ਲੱਗਾ ਜੀ ਨਾਲ ਦੇ ਨਗਰ ਜਾਣਾ, ਵੈਦ ਕੋਲੋਂ ਦਵਾਈ ਲੈਣ ਵਾਸਤੇ। ਕਹਿੰਦਾ ਕਿਸੇ ਹੋਰ ਨੂੰ ਭੇਜਣਾ ਸੀ? ਕਹਿੰਦਾ ਜੀ ਕੋਈ ਸਾਂਭ ਸੰਭਾਲ ਵਾਸਤੇ ਹੈ ਨਹੀਂਗਾ, ਇਕੱਲਾ ਹੀ ਆ। ਕਹਿੰਦਾ ਉਹ ਅੱਛਾ, ਫਿਰ ਕਿਵੇਂ ਜਾਏਗਾ? ਕਹਿਣ ਲੱਗਾ ਜੀ ਕੋਈ ਨਾ ਜੀ, ਹੌਲੀ ਹੌਲੀ ਤੁਰ ਕੇ ਪਹੁੰਚ ਜਾਵਾਂਗਾ। ਸਾਧੂ ਦਾ ਦਿਲ ਪਸੀਜ ਗਿਆ। ਉਹਨੂੰ ਖਿਆਲ ਆਇਆ, ਓਹੋ ਇਹ ਵਿਚਾਰਾ ਇੰਨਾ ਦੁਖੀ ਹੈ, ਮੇਰੇ ਕੋਲ ਘੋੜੀ ਹੈ, ਵਹੀਕਲ ਹੈ, ਮੈਂ ਇਹਨੂੰ ਰਾਈਡ ਨਾ ਦੇ ਦਿਆਂ। ਉਸਨੇ ਉਸਨੂੰ ਕਿਹਾ ਲਿਆ ਹੱਥ ਫੜਾ ਮੈਨੂੰ, ਚੱਲ ਆ ਮੇਰੀ ਘੋੜੀ 'ਤੇ ਮਗਰ ਬੈਠ ਮੇਰੇ, ਮੈਂ ਤੈਨੂੰ ਛੱਡ ਆਉਣਾ ਉੱਥੇ। ਕਹਿਣ ਲੱਗਾ ਨਹੀਂ ਸਾਧੂ ਮਹਾਰਾਜ ਤੁਸੀਂ ਜਾਓ, ਮੇਰੇ ਲਈ ਔਖਾ ਹੈ। ਕਹਿਣ ਲੱਗਾ ਔਖਾ ਕੀ ਹੈ? ਕਹਿਣ ਲੱਗਾ ਮੇਰੇ ਤੋਂ ਘੋੜੀ 'ਤੇ ਕਿੱਥੇ ਚੜ੍ਹਿਆ ਜਾਣਾ, ਮੇਰਾ ਸਰੀਰ ਤਾਂ ਬਿਲਕੁਲ ਨਹੀਂ ਕੰਮ ਕਰ ਰਿਹਾ, ਮੇਰੇ ਤਾਂ ਬਹੁਤ ਬੁਰੀ ਹਾਲਤ ਆ, ਮੇਰੇ ਤੋਂ ਨਹੀਂ ਤੁਰਿਆ ਜਾਂਦਾ, ਉਹ ਮੇਰੇ ਤੋਂ ਤੇ ਤੁਰਿਆ ਨਹੀਂ ਜਾ ਰਿਹਾ, ਮੈਂ ਘੋੜੀ 'ਤੇ ਕਿਵੇਂ ਚੜ੍ਹ ਜਾਵਾਂਗਾ। ਉਹ ਕਹਿਣ ਲੱਗਾ ਗੱਲ ਇਹ ਹੈ ਵੀ ਤੈਨੂੰ ਹੁਣ ਕਿਹਾ, ਚਲੋ ਕੋਈ ਨਾ। ਸਾਧੂ ਘੋੜੀ ਤੋਂ ਥੱਲੇ ਉਤਰਿਆ, ਉਤਰ ਕੇ ਉਸ ਜਿਹੜੇ ਸ਼ਖਸ ਤੋਂ ਤੁਰਿਆ ਨਹੀਂ ਜਾ ਰਿਹਾ ਉਹਦਾ ਪੈਰ ਫੜ ਕੇ ਰਕਾਬ ਵਿੱਚ ਫਸਾਇਆ ਇੱਕ ਪਾਸੇ ਘੋੜੀ ਦੇ, ਥੋੜ੍ਹਾ ਯਤਨ ਕਰਕੇ ਪ੍ਰਯਾਸ ਕਰਕੇ ਉਹਨੂੰ ਹੈਲਪ ਕੀਤੀ ਘੋੜੀ 'ਤੇ ਚੜ੍ਹਨ ਵਾਸਤੇ। ਜਿਵੇਂ ਹੀ ਚੜ੍ਹ ਗਿਆ, ਘੋੜੀ ਦੇ ਉੱਤੇ ਚੜ੍ਹਦਿਆਂ ਨਾਲ ਜਿਹੜਾ ਪੈਰ ਸਾਧੂ ਨੇ ਫੜ ਕੇ ਰਕਾਬ ਵਿੱਚ ਪਾਇਆ ਸੀਗਾ, ਉਸੇ ਪੈਰ ਨਾਲ ਸਾਧੂ ਨੂੰ ਜ਼ੋਰ ਲਾ ਕੇ ਠੁੱਡਾ ਮਾਰਿਆ। ਸਾਧੂ ਇੰਨੀ ਦੂਰ ਜਾ ਕੇ ਡਿੱਗਾ। ਘੋੜੀ ਸੰਭਾਲ ਲਈ, ਚਾਦਰ ਲਾ ਕੇ ਪਰਾਂ ਮਾਰੀ। ਕਹਿਣ ਲੱਗਾ ਪਛਾਣਿਆ ਮੈਨੂੰ? ਸਾਧੂ ਕਹਿੰਦਾ ਨਹੀਂ ਪਛਾਣਿਆ ਨਹੀਂ। ਕਹਿਣ ਲੱਗਾ ਤੈਨੂੰ ਪਤਾ ਨਹੀਂਗਾ, ਤੇਰੇ ਕੋਲ ਇੱਕ ਬੰਦਾ ਭੇਜਿਆ ਸੀ ਮੈਂ ਘੋੜੀ ਖਰੀਦਣ ਵਾਸਤੇ, ਫਲਾਂ ਡਾਕੂ ਹਾਂ ਮੈਂ। ਸਾਧੂ ਕਹਿੰਦਾ ਹਾਂ ਮੈਨੂੰ ਯਾਦ ਆ ਗਿਆ, ਤੂੰ ਸੁਨੇਹਾ ਭੇਜਿਆ ਸੀ, ਮੈਂ ਘੋੜੀ ਲੈ ਕੇ ਚਲਾ ਜਾਵਾਂਗਾ। ਕਹਿਣ ਲੱਗਾ ਹਾਂ ਦੇਖਿਆ, ਫਿਰ ਆਪਾਂ ਵਾਅਦੇ ਤੇ ਪੂਰੇ ਹਾਂ, ਆਪਾਂ ਤੈਨੂੰ ਕਿਹਾ ਸੀਗਾ, ਤੈਨੂੰ ਮੁੱਲ ਦੇ ਰਹੇ ਸੀ ਉਦੋਂ, ਤੇ ਤੂੰ ਮੁੱਲ ਦੇ ਕੇ ਘੋੜੀ ਨਹੀਂ ਦਿੱਤੀ ਸਾਨੂੰ, ਆ ਦੇਖ ਹੁਣ ਲੈ ਕੇ ਚੱਲੇ ਹਾਂ ਅਸੀਂ। ਇਹ ਕਹਿ ਕੇ ਉਹ ਘੋੜੀ ਤੋਰਨ ਲੱਗਾ। ਸਾਧੂ ਕਹਿੰਦਾ ਇੱਕ ਪਲ ਰੁਕੀ। ਕਹਿਣ ਲੱਗਾ ਕੀ ਗੱਲ ਹੈ? ਕਹਿਣ ਲੱਗਾ ਗੱਲ ਇਸ ਤਰ੍ਹਾਂ ਆ ਵੀ ਜੋ ਇਹ ਸਾਰਾ ਪ੍ਰਸੰਗ ਹੋਇਆ ਤੇਰੇ ਤੇ ਮੇਰੇ ਵਿੱਚ, ਇਹ ਕਿਸੇ ਨੂੰ ਜਾ ਕੇ ਦੱਸੀ ਨਾ। ਕਹਿਣ ਲੱਗਾ ਦੱਸੀ ਨਾ? ਮੈਂ ਤੇ ਸਾਰੀ ਦੁਨੀਆ ਨੂੰ ਦੱਸਾਂਗਾ, ਮੈਂ ਤੇ ਕਹਾਂਗਾ ਵੀ ਆਹ ਦੇਖ ਮੈਂ ਉਹਨੂੰ ਕਦੀ ਮੁੱਲ ਦਿੰਦਾ ਸੀਗਾ, ਉਸਨੇ ਮੁੱਲ ਨਹੀਂ ਸੀ ਲਿਆ, ਮੇਰੀ ਮਰਜ਼ੀ ਹੋਈ ਮੈਂ ਘੋੜੀ ਕੱਢ ਲਿਆ, ਆਪ ਲੈ। ਕਹਿਣ ਲੱਗਾ ਉਹ ਤੇ ਦੱਸਦੇ ਹੀ 100 ਵਾਰੀ ਦੱਸਦੀ, ਪਰ ਜਿਵੇਂ ਤੂੰ ਘੋੜੀ ਖੋਈ ਏ ਐਵੇਂ ਨਾ ਦੱਸੀ। ਉਹ ਕਹਿਣ ਲੱਗਾ ਐਵੇਂ ਕਿਉਂ ਨਹੀਂ? ਐਵੇਂ ਵੀ ਦੱਸਾਂਗਾ ਵੀ ਕਿੱਡਾ ਮੈਂ ਬੇਵਕੂਫ ਬਣਾਇਆ ਤੈਨੂੰ, ਕਿੰਨਾ ਮੂਰਖ ਬਣਾਇਆ। ਕਹਿਣ ਲੱਗਾ ਨਾ ਦੱਸੀ। ਕਿਉਂ ਨਾ ਦੱਸੀ? ਕਹਿਣ ਲੱਗਾ ਇਸ ਕਰਕੇ ਨਾ ਦੱਸੀ ਕਿਉਂਕਿ ਤੂੰ ਜਿਹੜਾ ਭੇਸ ਬਣਾਇਆ ਨਾ, ਉਹ ਬਣਾਇਆ ਕਿਸੇ ਲੋੜਵੰਦ ਦਾ, ਕਿਸੇ ਰਾਹ ਦੇ ਵਿੱਚ ਰਾਹਗੀਰ ਦਾ ਜਿਹੜਾ ਬਿਮਾਰ ਆ,
ਜਿਹੜਾ ਕਿਸੇ ਜ਼ਰੂਰਤ ਵਾਸਤੇ ਹੈ, ਜੇ ਜਾ ਕੇ ਲੋਕਾਂ ਨੂੰ ਦੱਸੇਗਾ ਇਹ ਗੱਲ 4 ਚੁਫੇਰੇ ਫੈਲ ਜਾਏਗੀ। ਕੋਈ ਕਿਸੇ ਲੋੜਵੰਦ ਦੀ ਮਦਦ ਲਈ ਰੁਕੇਗਾ ਨਹੀਂ ਕਦੇ ਵੀ। ਕਦੇ ਕਿਸੇ ਰਾਹਗੀਰ ਨੂੰ ਕਦੀ ਕੋਈ ਆਵਸ਼ਕਤਾ ਹੋਈ, ਕੋਈ ਲੋੜ ਪਈ, ਉਸ ਨੂੰ ਕਿਸੇ ਨੇ ਲੋੜ ਨਹੀਂ ਪਹੁੰਚਾਉਣੀ। ਹਕੀਕਤ ਇਹ ਹੈ, ਜਦੋਂ ਬੰਦੇ ਭੇਖ ਦੇ ਅੰਦਰ ਅਮਲ ਗਲਤ ਕਰ ਜਾਂਦੇ, ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ। ਇਹ ਵੱਡੀ ਸਮੱਸਿਆ ਹੈ। ਸਾਧੂ ਨਾ ਜ਼ਿੰਦਗੀ ਦੀ ਸਾਧਨਾ ਨੂੰ ਕਮਾਉਣ ਦਾ ਹੈ। ਦਾਤਾ ਤਰਸ ਕਰੇ ਅਸੀਂ ਸਾਰੇ ਸਾਧੂ ਬਣੀਏ, ਅਸੀਂ ਸਾਰੇ ਜੀਵਨ ਨੂੰ ਸਾਧ ਸਕੀਏ, ਸੁਧਾਰ ਸਕੀਏ। ਸਾਡੇ ਆਲੇ ਦੁਆਲੇ ਸਾਧੂ ਰੂਹਾਂ ਦਾ ਜਮਾਵੜਾ ਹੋਏ। ਪਰ ਮੁਸ਼ਕਲ ਇਹ ਬਣ ਗਈ ਹੈ ਕਿ ਅਡੰਬਰ, ਪਖੰਡ, ਹੋਰ ਸਭ ਚੀਜ਼ਾਂ ਨਜ਼ਰ ਆ ਜਾਣਗੀਆਂ। ਇਨਸਾਨ ਦੇ ਵਿੱਚ ਰੂਹਾਨੀ ਗੁਣ ਲੱਭਣੇ ਨਾਮੁਮਕਿਨ ਹੋ ਜਾਂਦੇ ਨੇ। ਤੇ ਗੁਰੂ ਬਾਬਾ ਜੀ ਸੈਂਕੜੇ ਵਰੇ ਪਹਿਲਾਂ ਜਿਹੜਾ ਬਚਨ ਲਿਖ ਕੇ ਗਏ ਨੇ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਅਸੀਂ ਨੀਚ ਕਰਮੀ ਹੋ ਗਏ। ਕਰਮ ਬੰਦੇ ਦਾ ਕਰਮ ਹੀ ਨੀਵਾਂ ਹੋ ਗਿਆ। ਬੰਦੇ ਕੋਲੋਂ ਸੰਭਾਵਨਾ ਇਹ ਕੀਤੀ ਜਾਂਦੀ ਕਰਮ ਚੰਗਾ ਕਰੇ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਹਾਲਤ ਇਹ ਬਣ ਗਈ ਹੈ, ਬੰਦਾ ਖਾ ਚੰਗਾ ਰਿਹਾ, ਬੋਲ ਮਾੜਾ ਰਿਹਾ ਹੈ ਨਾ। ਦੇਖੋ ਕਮਾਲ ਦੀ ਗੱਲ। ਜੇ ਖਾਣਾ ਚੰਗਾ ਤੇ ਬੋਲਣਾ ਤੇ ਚੰਗਾ ਕਰ, ਘੱਟ ਤੋਂ ਘੱਟ। ਬੰਦਾ ਪਾ ਚੰਗਾ ਰਿਹਾ, ਹੰਡਾ ਚੰਗਾ ਰਿਹਾ, ਧਰਤੀ ਦੇ ਉੱਤੇ ਜੋ ਫੈਲਾ ਰਿਹਾ ਉਹ ਗੰਦਗੀ ਫੈਲਾ ਰਿਹਾ। ਉਹ ਭਲਿਆ ਜੇ ਪਾਉਣ ਲਈ ਚੰਗਾ ਚਾਹੀਦਾ, ਜੇ ਹੰਡਾਉਣ ਲਈ ਚੰਗਾ ਚਾਹੀਦਾ, ਆਲੇ ਦੁਆਲੇ ਜਿਸ ਚੀਜ਼ ਨੂੰ ਫੈਲਾ ਰਿਹਾ, ਵੰਡ ਰਿਹਾ, ਸਪਰੈਡ ਕਰ ਰਿਹਾ, ਉਹ ਵੀ ਚੰਗਾ ਕਰ। ਬੰਦਾ ਆਪਣੇ ਲਈ ਹਰ ਚੀਜ਼ ਵਧੀਆ ਤੇ ਵਾਜਬ ਚਾਹੁੰਦਾ ਆ, ਕਰਤੂਤ ਉਹ ਮਾੜੀ ਕਰ ਰਿਹਾ। ਇਸ ਸਾਰੀ ਹਾਲਤ ਦੇ ਵਿੱਚ ਸੁਧਰਨ ਦੀ ਪੋਸੀਬਿਲਿਟੀ ਕੋਈ ਨਹੀਂ ਰਹਿ ਗਈ। ਬੰਦੇ ਦੀ ਹਕੀਕਤ ਇਹ ਬਣਦੀ ਲੱਗੀ ਜਾਂਦੀ ਕਿ ਇਹ ਦਰਜਾ ਬਾ ਦਰਜਾ ਲੋਅਰ ਲੈਵਲ ਤੇ ਆਈ ਜਾ ਰਿਹਾ। ਮਹਾਰਾਜ ਕਹਿੰਦੇ ਫਿਰ ਇੱਕ ਕੰਮ ਕਰ, ਜੇ ਤੈਨੂੰ ਲੱਗਦਾ ਕਿ ਮੇਰੇ ਕੋਲੋਂ ਇਹ ਸਭ ਕੁਝ ਨਹੀਂ ਹੋ ਪਾਉਣਾ, ਮੈਂ ਮਤਲਬ ਜਿਹਨੂੰ ਸਾਹਿਬ ਨੇ ਕਿਹਾ, ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹ। ਮਿੱਟੀ ਨੂੰ ਪੌਣੀ 'ਚ ਪਾ ਕੇ ਪੁਣੋ ਤੇ ਕਹੋ ਕਿ ਮਿੱਟੀ ਚੋਂ ਕੀ ਨਿਕਲੇਗਾ? ਗਾਰਾ, ਗਾਬ, ਗੰਦਗੀ। ਜਿਹੜਾ ਪਾਣੀ ਪਾਓਗੇ ਸ਼ੁੱਧ ਸਾਫ਼, ਉਹ ਪਾਣੀ ਵੀ ਗੰਦਾ ਹੋ ਜਾਏਗਾ। ਇਹ ਸਾਡੀ ਪਾਇਆ ਹੈ, ਇਹ ਸਾਡੀ ਹਾਲਤ ਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਫਿਰ ਕਿਆ ਤਰਲਾ ਲਿਆ ਕਰ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਮਾਲਕਾ ਇੰਨੀ ਸ਼ਰਮ ਹੀ ਰੱਖ ਲੈ, ਇੰਨੀ ਲੱਜ ਹੀ ਰੱਖ ਲੈ। ਕੀ ਲੱਜ? ਤੇਰੀ ਸ਼ਰਨ ਆਇਆ। ਜਦੋਂ ਕਿਸੇ ਦੀ ਸ਼ਰਨ ਆਓ ਤੇ ਜਿਹਦੀ ਸ਼ਰਨ ਆਏ ਹੁੰਨੇ ਆ, ਕਈ ਵਾਰੀ ਫਿਰ ਉਹਨੂੰ ਹੁੰਦਾ ਵੀ ਤੂੰ ਮੇਰੀ ਸ਼ਰਨ ਆਇਆ, ਹੁਣ ਤੇਰੀ ਗੱਲ ਨਹੀਂ, ਗੱਲ ਮੇਰੀ ਏ। ਕੀ ਕਹਿਣਗੇ ਵੀ ਇਹ ਮੇਰੀ ਸ਼ਰਨ ਆਇਆ, ਮੇਰਾ ਆਸਰਾ ਲਿਆ, ਤੇ ਮੈਂ ਇਹਦਾ ਉਸ ਰੂਪ ਦੇ ਵਿੱਚ ਆਸਰਾ ਵੀ ਨਹੀਂ ਬਣਿਆ, ਮੈਂ ਇਹਦੀ ਬਾਂਹ ਵੀ ਨਹੀਂ ਫੜੀ, ਫਿਰ ਮੇਰੇ ਤੇ ਬਾਤ ਆ ਜਾਏਗੀ। ਇਸ ਤਰੀਕੇ ਨਾਲ ਗੁਰੂ ਬਾਬਾ ਜੀ ਨੇ ਸਿਖਾਇਆ, ਦੱਸਿਆ। ਉਹਦੀ ਸ਼ਰਨ ਲੈ, ਉਹਦਾ ਓਟ ਆਸਰਾ ਲੈ। ਹੋਰ ਬਚਨ ਪੜ੍ਹ ਲਓ, ਇੱਕ ਦੋ ਸ਼ਬਦ ਕਹਿ ਕੇ ਬਚਨ ਤੇ ਵਾਪਸ ਆਉਂਦੇ ਆ। ਮਹਾਰਾਜ ਜਿਹੜਾ ਵਾਕ ਅੱਜ ਆ, ਤਿਸ ਸ਼ਰਨਾਈ ਸਦਾ ਸੁਖ ਹੋਏ। ਉਹਦੀ ਸ਼ਰਨ ਜਾ, ਜਿਹਦੀ ਸ਼ਰਨ ਜਾਣ ਦੇ ਨਾਲ ਸਦੀਵ ਕਾਲੀ ਤੈਨੂੰ ਸੁਖ ਦੀ ਪ੍ਰਾਪਤੀ ਹੋਏ। ਅਸੀਂ ਵਾਕ ਪੜ੍ਹੀਏ। ਮਹਾਰਾਜ ਬਿਆਨ ਕਰਦੇ, ਕਿਰਤ ਕਰਮ ਕੇ ਵਿਛੜ 12 ਮਾਹ ਦਾ ਬਚਨ ਅਸੀਂ ਪੜ੍ਹਦੇ ਹਾਂ। ਕਰ ਕਿਰਪਾ ਮੇਲੋ ਰਾਮ, 4 ਕੁੰਟ ਦਹਿ ਦਿਸ ਭਰਮੇ ਥਕ ਆਏ, ਪ੍ਰਭ ਕੀ ਸ਼ਾਮ। ਸ਼ਾਮ ਸ਼ਰਨ ਨੂੰ ਕਿਹਾ ਜਾਂਦਾ ਹੈ। ਕਿਰਤ ਕਰਮ ਕੇ ਵਿਛੁੜੇ। ਬੰਦੇ ਨੇ ਆਪਣੇ ਕਰਮ, ਇਹਨੂੰ ਇਹ ਸਰਲ ਕਰਕੇ ਸਮਝਣਾ, ਕੋਈ ਵੀ ਕੰਮ ਇੱਕ ਵਾਰੀ ਕਰਨਾ ਹੋਏ ਉਹ ਕਰਮ ਅਖਵਾਉਂਦਾ ਆ। ਕੋਈ ਵੀ ਕੰਮ ਪਹਿਲੀ ਵਾਰੀ ਜੇ ਕੋਈ ਕੰਮ ਕੀਤਾ ਹੋਵੇ, ਕਿਸੇ ਤਰ੍ਹਾਂ ਦਾ ਚੰਗਾ ਮਾੜਾ, ਬਹੁਤ ਮੁਸ਼ਕਲ ਹੁੰਦਾ। ਜਿਹਨੇ ਕਦੀ ਸਾਈਕਲ ਨਹੀਂ ਚਲਾਇਆ, ਉਹਨੂੰ ਤੁਸੀਂ ਸਾਈਕਲ ਚਲਾਉਣ ਵਾਸਤੇ ਸਿਖਾਉਣਾ ਸ਼ੁਰੂ ਕਰੋ, ਕਿੱਡੀ ਮੁਸ਼ਕਲ ਹੋਏਗੀ। ਕਾਰਾਂ ਸਿੱਖਦੇ ਹਾਂ ਅਸੀਂ ਇਹਨਾਂ ਮੁਲਕਾਂ 'ਚ ਆ ਕੇ, ਖਾਸ ਕਰਕੇ ਜਿਹੜੇ ਲੋਕ ਇੱਥੇ ਪਹਿਲੀ ਵਾਰੀ ਆ ਕੇ ਕਾਰ ਦਾ ਲਾਇਸੈਂਸ ਵਗੈਰਾ ਲੈਂਦੇ ਨੇ, ਕਿੰਨੀ ਮੁਸ਼ਕਲ ਆਉਂਦੀ ਹੈ, ਬੜਾ ਔਖਾ ਲੱਗਦਾ। ਹੌਲੀ ਹੌਲੀ ਕਰਕੇ ਟ੍ਰੇਨਿੰਗ ਵੱਧਦੀ ਜਾਂਦੀ ਹੈ। ਟ੍ਰੇਨਡ ਹੁੰਦਿਆਂ ਪ੍ਰੈਕਟਿਸ ਕਰਦਿਆਂ ਇੱਕ ਲੈਵਲ 'ਤੇ ਆ ਜਾਂਦੇ ਆ। ਕਾਰ ਚਲਾਉਂਦੇ ਆ, ਹੁਣ ਪਤਾ ਹੀ ਨਹੀਂ ਲੱਗਦਾ। ਲੋਕ ਇੱਕ ਹੱਥ ਨਾਲ ਕਾਰ ਚਲਾਈ ਜਾਂਦੇ, ਆਰਾਮ ਨਾਲ ਗੱਲਾਂ ਕਰੀ ਜਾਂਦੇ, ਸਪੋਜ਼ ਕਰੋ ਫੋਨ 'ਤੇ, ਆਲੇ ਦੁਆਲੇ ਬੈਠੇ ਸੱਜਣਾਂ ਨਾਲ, ਕੋਈ ਪਤਾ ਹੀ ਨਹੀਂ ਲੱਗ ਰਿਹਾ। ਕਿਉਂ? ਕਿਉਂਕਿ ਕਰਮ ਕਿਰਤ ਬਣ ਗਿਆ, ਕਸਬ ਬਣ ਗਿਆ, ਸੁਭਾਅ ਬਣ ਗਿਆ, ਨੈਚੁਰਲੀ ਹੋ ਗਈ ਚੀਜ਼।
ਜਿਸ ਬੰਦੇ ਨੇ ਕਦੀ ਝੂਠ ਨਹੀਂ ਬੋਲਿਆ ਉਹਨੂੰ ਪਹਿਲੀ ਵਾਰੀ ਝੂਠ ਬੋਲਣ ਵਾਸਤੇ ਕਹੋ, ਸ਼ਾਇਦ ਹਾਰਡ ਹੋਏਗਾ। ਇੱਕ ਵਾਰੀ ਬੋਲ ਲਵੇ, 2 ਵਾਰੀ ਬੋਲ ਲਵੇ, 3 ਵਾਰੀ 4 ਵਾਰੀ, ਸੁਭਾਅ ਬਣ ਗਿਆ। ਹੁਣ ਝੂਠ ਬੋਲੀ ਜਾਂਦਾ, ਪਤਾ ਹੀ ਨਹੀਂਗਾ। ਇੱਕ ਬੰਦੇ ਨੇ ਕਦੀ ਕਿਸੇ ਨੂੰ ਮਾੜਾ ਨਹੀਂ ਬੋਲਿਆ, ਇੱਕ ਦਿਨ ਮਾੜਾ ਬੋਲਿਆ, ਬੁਰਾ ਲੱਗਾ, ਮੈਂ ਮਾੜਾ ਬੋਲਿਆ ਕਿਸੇ ਨੂੰ, 2 ਵਾਰੀ 3 ਵਾਰੀ, ਹੌਲੀ ਹੌਲੀ ਹੁਣ ਉਹ ਰੋਜ਼ ਮਾੜਾ ਬੋਲੀ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ। ਸੁਭਾਅ ਬਣ ਗਿਆ ਉਹਦਾ, ਉਹ ਮਾੜਾ ਹੀ ਬੋਲ ਰਿਹਾ ਹੁਣ। ਇਹ ਕਸਬ ਬਣ ਜਾਂਦਾ ਹੈ। ਇਹ ਇਨਸਾਨੀ ਫਿਤਰਤ ਆ। ਇਹਦੇ ਵਿੱਚ ਜਦੋਂ ਤੁਸੀਂ ਮਾੜੇ ਚੰਗੇ ਦੋਨਾਂ ਪੱਖ ਤੋਂ ਹੈ, ਪਰ ਹਾਂ ਕਿਉਂਕਿ ਭੈੜ ਜਿਹੜੀ ਹੈ ਇਹਦਾ ਪ੍ਰਭਾਵ ਬੜੀ ਜਲਦੀ ਪੈਂਦਾ ਹੈ। ਇਹ ਮਾੜਾਪਨ ਬੰਦੇ 'ਚ, ਮਹਾਰਾਜ ਕਹਿੰਦੇ ਹਾਲਤ ਇਹ ਬਣ ਗਈ ਹੈ ਵਾਹਿਗੁਰੂ ਜੀ, ਮਾੜੇ ਕਰਮ ਦਾ ਸੁਭਾਅ ਅਖਤਿਆਰ ਕਰ ਲਿਆ, ਕਿਰਤ ਕਰਮ ਕੇ ਵਿਛੁੜੇ। ਇਹ ਸੁਭਾਅ ਐਸਾ ਜਿਹੜਾ ਤੇਰੇ ਤੋਂ ਵਿਛੋੜਾ ਹੀ ਬਣਾਈ ਤੁਰਿਆ ਲੱਗਾ ਜਾਂਦਾ, ਵਿਛੜਦਾ ਤੁਰਿਆ ਲੱਗਾ ਜਾਂਦਾ, ਦੂਰੀ ਵੱਧਦੀ ਲੱਗੀ ਜਾਂਦੀ ਹੈ। ਮੈਂ ਗਲਤ ਡਾਇਰੈਕਸ਼ਨ ਨੂੰ ਆਪਣੇ ਆਪ ਨੂੰ ਤੋਰ ਲਿਆ। ਜੇ ਸਪੋਜ਼ ਕਰੋ ਆਪਾਂ ਇੱਥੋਂ ਮੌਂਟਰੀਅਲ ਨੂੰ ਜਾਣਾ ਹੋਏ ਅਤੇ ਆਪਾਂ 401 ਈਸਟ ਲਵਾਂਗੇ, ਅਤੇ ਜੇ ਆਪਾਂ ਬਿਲਕੁਲ 401 'ਤੇ ਜਾਈਏ ਅਤੇ ਈਸਟ ਲੈਣ ਦੀ ਬਜਾਏ ਅਸੀਂ ਵੈਸਟ ਲੈ ਲਈਏ, ਇੱਕ ਸਿਰਫ ਜਿਹੜਾ ਆ ਮਾੜਾ ਜਿਹਾ ਉਸ ਰੈਂਪ ਤੋਂ ਹੀ ਸੱਜੇ ਖੱਬੇ ਹੋਣਾ, ਇੱਥੋਂ ਆਪਾਂ ਨਿਕਲ ਰਹੇ ਹੋਈਏ ਸਪੋਜ਼ ਕਰੋ 427 ਤੋਂ ਜਾਂ 410 ਤੋਂ, ਅਤੇ ਆਪਾਂ ਈਸਟ ਦੀ ਬਜਾਏ ਵੈਸਟ ਨੂੰ ਪਾ ਲਈਏ ਗੱਡੀ। ਅੱਛਾ, ਗੱਡੀ ਚੱਲੀ ਜਾਂਦੀ ਹੈ, ਮੇਰੇ ਵਰਗਾ ਬੰਦਾ ਸੋਚਦਾ ਲੈ ਘੰਟਾ ਹੋ ਗਿਆ ਗੱਡੀ ਚੱਲਦੀ ਨੂੰ, ਹੁਣ ਐਟਲੀਸਟ ਕਹਿੰਦੇ ਸੀ 5 ਘੰਟੇ ਲੱਗਣੇ ਨੇ ਉੱਥੇ ਪਹੁੰਚਦੇ ਆ, ਹੁਣ 4 ਰਹਿ ਗਏ, ਅਤੇ ਮੇਰਾ GPS ਕਹਿੰਦਾ ਤੇਰੇ ਕੋਲ 4 ਨਹੀਂ, ਤੇਰੇ ਕੋਲ 6 ਹੋ ਗਏ ਨੇ, 6 ਹੋ ਗਏ ਨੇ, ਘੰਟਾ ਤੇ ਗੱਡੀ ਆਲਰੇਡੀ ਚੱਲ ਗਈ, 5 ਪਹਿਲਾਂ ਸੀਗਾ। ਇਹ ਕੀ ਹੋਇਆ? ਐਕਸਟਰਾ ਆਵਰ ਹੋਰ ਨਾਲ ਐਡ ਹੋ ਗਿਆ, ਤੇਰੀ ਦੂਰੀ ਹੋਰ ਵੱਧ ਗਈ ਹੈ ਕਿਉਂਕਿ ਤੂੰ ਡਾਇਰੈਕਸ਼ਨ ਗਲਤ ਲੈ ਲਈ ਹੈ। ਜੇ ਕਿਤੇ ਸਪੋਜ਼ ਕਰੋ 5 ਘੰਟੇ ਗੱਡੀ ਚੱਲ ਗਈ ਅਤੇ 5 ਘੰਟੇ ਬਾਅਦ ਪਤਾ ਲੱਗਾ ਤੇਰਾ ਸਫ਼ਰ ਜੇ ਵਾਪਸ ਹੁਣ ਤੂੰ ਇੱਥੋਂ ਵੀ ਪਰਤੇਗਾ, ਹੁਣ 5 ਨਹੀਂ 10 ਘੰਟੇ ਦਾ ਹੋ ਗਿਆ। 5 ਆਲਰੇਡੀ ਸਪੈਂਡ ਤੂੰ ਕਰ ਲਏ, 10 ਹੋਰ ਸਪੈਂਡ ਕਰੇਗਾ ਤਾਂ ਵਾਪਸ ਜਾਏਗਾ। ਵਿਛੋੜਾ, ਦੂਰੀ ਵੱਧ ਗਈ ਹੈ। ਸਾਡੀ ਅਮਲ ਅਮਾਲਤਾ ਇਹੋ ਜਿਹੀ ਹੈ, ਅਸੀਂ ਰੂਹਾਨੀ ਤੌਰ 'ਤੇ ਇਨਸਾਨੀ ਕਦਰਾਂ ਕੀਮਤਾਂ ਤੋਂ ਦੂਰੀ ਬਣਾਈ ਤੁਰੇ ਲੱਗੇ ਜਾਂਦੇ ਹਾਂ। ਜਿੰਨਾ ਮੈਂ ਅੱਜ ਤੋਂ 10 ਸਾਲ ਪਹਿਲਾਂ ਮਾੜਾ ਸੀਗਾ, ਅੱਜ ਉਸ ਤੋਂ ਕਿਤੇ ਵੱਧ ਮਾੜਾ ਹੋ ਗਿਆ। ਇਹ ਵੱਡੀ ਅਲਾਮਤ ਹੈ ਮੇਰੇ ਵਾਸਤੇ। ਇਹ ਮਨੁੱਖਤਾ ਦੀ, ਮਾਨਵਤਾ ਦੀ ਭੈੜ ਜਿਹੜੀ ਵੱਧਦੀ ਜਾਂਦੀ ਹੈ। ਜੇ ਕਿਤੇ ਸਹੀ ਰੂਪ ਵਿੱਚ ਡਾਇਰੈਕਸ਼ਨ ਪਕੜ ਲਈ ਜਾਏ ਤੇ ਇਹ ਵੀ ਚੀਜ਼ ਆ। ਸਾਡੀ ਹਾਲਤ ਹੈ ਦੇਖਾ ਦੇਖੀ ਸਭ ਕਰੇ। ਇੱਕ ਦੂਜੇ ਵੱਲ ਵੇਖ ਕੇ ਬੰਦਾ ਕਹਿੰਦਾ ਅੱਛਾ ਉਹ ਮਾੜਾ ਤੇ ਮੈਨੂੰ ਕੀ, ਮੈਂ ਵੀ ਮਾੜਾ ਹੋ ਜਾਂਦਾ, ਮੈਂ ਵੀ ਮਾੜਾ ਹੋ ਜਾਂਦਾ। ਸੁਭਾਅ ਛੱਡੀ ਜਾਂਦਾ ਆਪਣਾ। ਉਹ ਸੁਭਾਅ ਤਿਆਗਦਿਆਂ ਗੁਰੂ ਮਹਾਰਾਜ ਬਿਆਨ ਕਰਦੇ ਹੋ ਵਿੱਚ ਕਹਿੰਦੇ ਕਿ ਜਿਹੜਾ ਹਰਜਨ ਹੈ ਨਾ, ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ। ਜੇ ਕੋਈ ਹਰੀ ਦੇ ਜਨ ਨੂੰ ਉਸ ਰੂਪ ਵਿੱਚ ਸਤਿਕਾਰ ਅਦਬ ਨਾ ਦੇ, ਬਲਕਿ ਉਹਦੇ ਨਾਲ ਮਾੜਾ ਹੋ ਕੇ ਪੇਸ਼ ਆਵੇ, ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਆਪਣਾ ਗੁਣ ਨਹੀਂ ਛੱਡਣਾ। ਮੈਂ ਜੇ ਗੁਣ ਛੱਡ ਗਿਆ ਤਾਂ ਮੈਂ ਉਹਦੇ ਬਰਾਬਰ ਆ ਜਾਵਾਂਗਾ। ਮੈਂ ਉਸ ਲੈਵਲ 'ਤੇ ਕਿਉਂ ਜਾਵਾਂ? ਮੈਂ ਤਾਂ ਆਪਣੇ ਆਪ ਨੂੰ ਉਸ ਸੁਚਮਤਾ ਦੇ ਉਸ ਰੰਗ 'ਚ ਰੰਗ ਕੇ ਰੱਖਣਾ ਹੈ। ਕਿਰਤ ਕਰਮ ਕੇ ਵਿਛੁੜੇ, ਪਰ ਜਦੋਂ ਕਸਬ ਬਣ ਜਾਏ ਫਿਰ ਬੰਦੇ ਨੂੰ ਨਹੀਂ ਪਤਾ ਲੱਗਦਾ, ਵਿਛੋੜਾ ਵੱਧਦਾ ਤੁਰੇ ਲੱਗ ਜਾਂਦਾ। ਮਹਾਰਾਜ ਕਰ ਕਿਰਪਾ ਮੇਲੋ ਰਾਮ, ਮੇਰੇ ਤੇ ਕਿਰਪਾ ਕਰਕੇ ਮਿਲਾ। 4 ਕੁੰਟ ਦਹਿੰਦਿਸ ਭਰਮੇ, ਹੋਰ ਸਾਰੇ ਉਪਰਾਲੇ ਕਰ ਲੈਣੇ, ਪਰ ਜਿਹੜਾ ਅਸਲ ਉਪਰਾਲਾ ਕਰਨਾ ਉਸ ਪਾਸੇ ਨਾ ਜਾਣਾ। 2 ਸ਼ਬਦ ਗੁਰੂ ਗ੍ਰੰਥ ਸਾਹਿਬ 'ਚੋਂ ਹੋਰ ਮਿਸਾਲੀ ਤੌਰ 'ਤੇ ਦੇ ਕੇ ਫਿਰ ਬਚਨ 'ਤੇ ਵਾਪਸ ਆ ਜਾਂਦੇ। ਗੁਰੂ ਅਰਜਨ ਸਾਹਿਬ ਦੇ ਜੀਵਨ ਯਾਪਨ ਨੂੰ ਪੜ੍ਹੀਏ। ਮਹਾਰਾਜ ਅਸੀਂ ਕਹਿੰਦੇ ਹਾਂ ਹਰ ਸਮੇਂ 'ਚ ਬੰਦਾ ਕਹਿੰਦਾ ਬੜੀ ਚੈਲੰਜ ਆ ਰਹੇ ਸਾਨੂੰ, ਬੜਾ ਸਾਡੇ ਲਈ ਮੁਸ਼ਕਿਲ ਬਣ ਰਹੀ। ਬਈ ਇਤਿਹਾਸ ਪੜ੍ਹੋ ਆਪਣਾ, ਗੁਰੂ ਸਾਹਿਬ ਦਾ ਇਤਿਹਾਸ ਪੜ੍ਹੋ। ਜਿੰਨਾ ਚੈਲੰਜਿੰਗ ਟਾਈਮ ਗੁਰੂ ਅਰਜਨ ਸਾਹਿਬ ਦਾ ਆ, ਇੰਨਾ ਚੈਲੰਜਿੰਗ ਟਾਈਮ ਤੁਸੀਂ ਦੇਖ ਵੀ ਨਹੀਂ ਸਕਦੇ। ਹਾਲਤ ਇਹ ਬਣ ਗਈ ਹੈ, ਘਰ ਦੇ ਵਿੱਚ ਰਹਿਣਾ ਕਾਰਗਰ ਨਹੀਂ ਰਹਿ ਗਿਆ। ਬਾਬਾ ਪ੍ਰਿਥੀ ਚੰਦ ਬਿਲਕੁਲ ਆਪੋਜ਼ਿਟ ਸਾਈਡ 'ਤੇ ਖੜਾ ਹੋ ਗਿਆ ਜਾ ਕੇ। ਇੱਥੋਂ ਤੱਕ ਕਿ ਚਾਹਤ ਇਹ ਹੈ ਵੀ ਕਿਹੜਾ ਸਮਾਂ ਹੋਏ ਵੀ ਗੁਰੂ ਅਰਜਨ ਸਾਹਿਬ ਦੀ ਹੋਂਦ ਹੀ ਮੁਕਾ ਦਿਆਂ ਮੈਂ। ਇਹ ਹਾਲਤ ਹੈ। ਬਾਹਰ ਉਸ ਤੋਂ ਹਾਲਾਤ ਖਰਾਬ ਹੋ ਰਹੇ ਨੇ। ਲਗਾਤਾਰ ਨਾਲ ਧਾਰਮਿਕ ਤੌਰ 'ਤੇ ਜਹਾਂਗੀਰ ਦੇ ਆਮਦ ਆਉਣ ਦੀ ਅਸਰਾਰ ਬਣ ਰਹੇ ਨੇ। ਅਕਬਰ ਬਹੁਤ ਬੁੱਢਾ ਹੋ ਚੁੱਕਾ ਆ, ਜਿਹਨੂੰ ਅੱਜ ਕੱਲ੍ਹ ਅਸੀਂ ਆਈਸਿਸ ਦੇ ਰੂਪ ਦੇ ਵਿੱਚ ਜਾਂ ਥੋੜ੍ਹਾ ਸਮਾਂ ਪਹਿਲਾਂ ਤਾਲਿਬਾਨ ਵਗੈਰਾ ਦੇ ਰੂਪ ਵਿੱਚ ਲੋਕ ਯਾਦ ਕਰਦੇ ਸੀਗੇ। ਇਹ ਜਿਹੜੀ ਸੋਚ ਆ, ਇਹ ਉਸ ਵਕਤ ਆਪਣੇ ਪੂਰੇ ਉਸ ਸਮੇਂ ਉਸ ਜ਼ਮਾਨੇ 'ਚ ਚਰਮ 'ਤੇ ਸੀਗੀ। ਇਹ ਕਾਜ਼ੀ ਬਾਕੀ ਬਿੱਲਾ ਸੀਗਾ ਈਰਾਨ ਦਾ, ਉਸਨੇ ਇੱਕ ਮੂਵਮੈਂਟ ਚਲਾਈ ਸੀ ਜਿਹਨੂੰ ਨਕਸ਼ਬੰਦੀ ਸੰਪਰਦਾ ਕਹਿੰਦੇ ਸੀਗੇ। ਇਹ ਜਿਹੜੀ ਨਕਸ਼ਬੰਦੀ ਤਨਜ਼ੀਮ ਸੀ ਇਹਨਾਂ ਦੀ,
ਇਹਦਾ ਆਗੂ ਸੀਗਾ ਇੱਥੇ ਸ਼ੇਖ ਅਹਿਮਦ ਸਰਹੰਦੀ। ਇਹ ਵੱਡੇ ਪੱਧਰ ਤੇ ਗੁਰੂ ਅਰਜਨ ਮਹਾਰਾਜ ਦੇ ਖਿਲਾਫ ਦਿਨ ਰਾਤ ਡੇ ਐਂਡ ਨਾਈਟ ਕੰਮ ਕਰ ਰਿਹਾ ਸੀ। ਉਹ ਕਹਿੰਦੇ ਸੀ ਇਹਨਾਂ ਨੂੰ ਮੁਕਾ ਦੇਣਾ ਇਸ ਰੂਪ ਵਿੱਚ। ਸੋ ਚੈਲੰਜ ਇੱਕ ਨਹੀਂ, ਮਲਟੀ ਲੇਅਰ ਚੈਲੰਜ ਗੁਰੂ ਮਹਾਰਾਜ ਵਾਸਤੇ ਉੱਥੇ ਬਿਲਟ ਹੋ ਰਹੇ ਨੇ। ਹੋਇਆ ਕਿ ਚੱਕ ਚਕਾ ਕੇ ਜਿਹੜਾ ਮੁਗਲ ਹੁਕਮਰਾਨ ਸੀਗਾ, ਖਾਸ ਕਰਕੇ ਬੜਾ ਵੱਡਾ ਫੌਜਦਾਰ ਸੁਲਹੀ ਖਾਨ, ਉਸ ਨੂੰ ਚੜ੍ਹਾ ਕੇ ਲੈ ਆਏ ਵੀ ਚੱਲ ਗੁਰੂ ਅਰਜਨ ਸਾਹਿਬ ਨਾਲ ਜਾ ਕੇ ਤੂੰ ਨਾ ਉਹਨਾਂ ਦਾ ਨੁਕਸਾਨ ਕਰ। ਤੇ ਗੁਰੂ ਅਰਜਨ ਸਾਹਿਬ ਤੱਕ ਖਬਰ ਪਹੁੰਚ ਗਈ ਵੀ ਸੁਲਹੀ ਖਾਨ ਆ ਰਿਹਾ। ਜਦੋਂ ਸੁਲਹੀ ਖਾਨ ਦਾ ਪਤਾ ਲੱਗਾ ਵੀ ਉਹ ਆ ਰਿਹਾ, ਹੁਣ ਕੀਤਾ ਕੀ ਜਾਏ। ਮਹਾਰਾਜ ਪਹਿਲੀ ਗੱਲ ਤੇ ਇਹ ਹੈ, ਬੰਦਾ ਖੌਫ ਵਿੱਚੋਂ, ਡਰ ਵਿੱਚੋਂ ਜਦੋਂ ਰਿਐਕਟ ਕਰਦਾ ਆ, ਉਹਦਾ ਰਿਐਕਸ਼ਨ ਬਹੁਤ ਕਈ ਵਾਰੀ ਇਨਸਾਨੀ ਪੱਧਰ ਤੋਂ ਲੋਅਰ ਲੈਵਲ ਤੇ ਆ ਜਾਂਦਾ। ਮਹਾਰਾਜ ਸ਼ਬਦ ਪਏ ਨੇ ਬਾਬਾ ਜੀ ਦੀ ਬਾਣੀ 'ਚ। ਬਾਬਾ ਜੀ ਕਹਿੰਦੇ ਪਹਿਲਾਂ ਮੈਨੂੰ ਇਹ ਸਲਾਹ ਦਿੱਤੀ ਗਈ, ਪ੍ਰਥਮੇ ਮਤਾ ਜੇ ਪੱਤਰੀ ਚਲਾਓ ਵੀ ਤੁਸੀਂ ਕੋਈ ਚਿੱਠੀ ਲਿਖੋ ਉਹਨੂੰ ਸੁਲਹੀ ਖਾਨ ਨੂੰ ਵੀ ਦੇਖ ਅਸੀਂ ਨਾ ਸੁਲ੍ਹਾ ਸਫਾਈ ਕਰ ਲੈਂਦੇ ਹਾਂ, ਇਸ ਤਰੀਕੇ ਨਾਲ ਕਰ ਲੈਂਦੇ ਹਾਂ। ਮਤਲਬ ਇੱਕ ਡਰ ਦੇ ਖੌਫ ਦੇ ਵਿੱਚੋਂ ਅਮਲ ਲੈ ਆਂਦਾ ਜਾਏ। ਮਹਾਰਾਜ ਕਹਿੰਦੇ ਨਹੀਂ, ਮਹਾਰਾਜ ਨੇ ਉਹ ਪ੍ਰਥਮੇ ਮਤਾ ਜੇ ਪੱਤਰੀ ਚਲਾਓ, ਦੂਤੀਏ ਮਤਾ ਦੋਏ ਮਨੁੱਖ ਪਹੁੰਚਾਓ। ਵੀ ਹੋ ਸਕਦਾ ਚਿੱਠੀ ਦਾ ਕਿਤੇ ਗੁੱਸਾ ਕਰ ਜੇ ਹੋ, ਕਿਉਂ ਨਾ ਪੰਚਾਇਤ ਹੀ ਭੇਜਤੀ ਜਾਏ, 2-4 ਬੰਦੇ ਇਕੱਠੇ ਕਰਕੇ ਭੇਜੇ ਜਾਣ, ਸੁਲਹੀ ਖਾਨ ਨੂੰ ਕਿਹਾ ਜਾਏ ਵੀ ਦੇਖ ਤੇਰੀ ਸਾਡੀ ਲੜਾਈ ਕੋਈ ਨਹੀਂ, ਇਸ ਰੂਪ ਵਿੱਚ ਸਾਰੀ ਗੱਲਬਾਤ ਕੀਤੀ ਜਾਏ। ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ। ਕਿਸੇ ਨੇ ਕਿਹਾ ਨਹੀਂ ਨਹੀਂ ਨਹੀਂ, ਇਹ ਵੀ ਚੱਲਣਾ ਨਹੀਂਗਾ, ਕੋਈ ਹੋਰ ਉਪਾਅ, ਕੋਈ ਦੈਵੀ ਸ਼ਕਤੀ ਦਾ ਉਪਾਅ, ਕੋਈ ਇਸ ਕਿਸਮ ਦੇ ਕੋਈ ਹੋਰ ਟੇਵਾ ਲਾਇਆ ਜਾਏ, ਕਿਸੇ ਬਾਤ ਕੀਤੀ ਜਾਏ। ਬਾਬਾ ਜੀ ਕਹਿੰਦੇ ਨਹੀਂ, ਆਪਾਂ ਤਿੰਨੇ ਹੀ ਤਿਆਗ ਦਿੱਤੇ। ਪ੍ਰਥਮੇ ਮਤਾ क्या जे पत्री चलाऊं, द्वितीय मता दो मनुख पहुँचाऊं, तृतीय मता कुछ करूं उपाया, क्या मैं सब कुछ छोड़ प्रभु तू है ते आया। आप सब कुछ छड़ के क्या जो वाहगुरू करेगा, अपनी बिल्कुल जो बनदा वाजिब कारज मेरा मनुख के रूप में सीगा, करतारी हुक्म नूं पालदिया होया उस रूप में चलना। ये शरण आउण दा कंसैप्ट है, जिसनूं वाहगुरू ते ਆਪਣੇ ਆਪ ਦਾ ਤਵੱਕੋਂ ਤੇ ਭਰੋਸਾ ਹੈ। ਅਸੀਂ ਬਚਨ ਪੜ੍ਹਦੇ ਹਾਂ, ਕਿਸ ਹੀ ਕੋਈ ਕੋਈ ਮੰਝ ਨੇ ਮਾਣੀ ਇੱਕ ਤੋਂ, ਜਿਹਦਾ ਓਟ ਆਸਰਾ ਹੀ ਵਾਹਿਗੁਰੂ ਤੂੰ ਆਪ ਆ, ਉਹ ਕਿਉਂ ਡਿੱਗੇਗਾ, ਕਿਉਂ ਡੋਲੇਗਾ। ਅਸੀਂ ਬੜੇ ਹੁਕਮਨਾਮੇ ਦਾ ਆਪਣੇ ਕਈ ਵਾਰੀ ਵਾਕ ਸੁਣਿਆ ਹੋਣਾ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ओए जो बीच हम तुम कुछ होते तिन की बात बिलानी, अलंकार मिल थैली हुई हैं तांते कनिक वखानी। बड़ी आलमी मिसाल है दार्शनिक पक्ष से देखोगे तो। क्या अमृत नाम निर्मोलक हीरा गुर दीनो मंतानी, गुरु ने एक मंत्र दृढ़ कराया, जे तेनों मंत्र पकड़े जा जे थे उस पकड़ च आउण करके डिगे ना डोलै। हुण डिगना डोलना की है, ये मन की अवस्था है। मन बड़ी छेती घबराउंदा, बड़ी छेती डिगदा डोलदा है। ਇਹਦੀ ਮਿਸਾਲ ਭਾਈ ਗੁਰਦਾਸ ਜੀ ਦੀ ਰਚਨਾ 'ਚ ਇੱਕ ਪੜ੍ਹ ਲੈਂਦੇ ਆ, ਉਹਦੇ 'ਚ ਉਹਨਾਂ ਨੇ ਬੜੀ ਖੂਬਸੂਰਤ ਸਮਝਾਈ ਹੈ। ਇੱਕ ਪਲ ਮੇਰੇ ਨਾਲ ਹੀ ਰਿਹਾ ਜੇ ਉਸ ਰੂਪ ਵਿੱਚ। ਉਹ ਕਹਿੰਦੇ ਉਹਨੇ 2-3 ਐਗਜ਼ਾਮਪਲਸ ਕੀਤੀਆਂ ਬੜੇ ਦਾਰਸ਼ਨਿਕ ਰੂਪ ਦੇ 'ਚ। ਇੱਕ ਜ਼ਿਕਰ ਕੀਤਾ, ਉਹ ਕਹਿੰਦੇ ਪਵਨ ਗਵਨ ਜੈਸੇ ਗੁੜੀਆ ਉਡਤ ਰਹੇ, ਪਵਨ ਰਹਤ ਗੁੱਡੀ ਉਡ ਨਾ ਸਕਤ ਹੈ, ਡੋਰੀ ਕੀ ਮਰੂਰ ਜੈਸੇ ਲੱਡੂ ਅਕੇਰਤ ਰਹੇ, ਤਾਓ ਹਾਓ ਝੂਮ ਗਿਰੇ ਪਰੇ ਹੋ ਥਕਤ ਹੈ। ਕਹਿਣਗੇ ਕੰਚਨ ਅਸੁੱਧ ਕੁਠਾਲੀ ਠਹਿਰਾਤ ਨਾ, ਸੁੱਧ ਭਏ ਨਿਰਮਲ ਛਬ ਕਾ ਛਕਤ ਹੈ। ਕਹਿੰਦੇ ਮਿਸਾਲਾਂ ਦਿੱਤੀਆਂ ਉਹਨਾਂ ਨੇ 3, 2 ਦੀ ਗੱਲ ਕਰਾਂਗੇ ਲੰਮੀ ਹੋ ਜਾਏਗੀ, ਤੀਸਰੀ ਦੀ ਮਿਸਾਲ ਦੀ ਗੱਲ ਕਰਦੇ ਹਾਂ ਸਿਰਫ। ਉਹ ਕਹਿੰਦੇ ਕੰਚਨ ਅਸੁੱਧ ਕੁਠਾਲੀ ਠਹਿਰਾਤ ਨਾ, ਜਿਹੜਾ ਸੋਨਾ ਹੈ ਨਾ ਜਦੋਂ ਅਸ਼ੁੱਧ ਆ, ਜਦੋਂ ਇਹਦੇ 'ਚ ਹੋਰ ਧਾਤਾਂ ਮਿਲੀਆਂ ਨੇ, ਹੋਰ ਕੋਈ ਧਾਤ ਹੈ, ਮੁਲੰਮਾ ਹੈ, ਪਿੱਤਲ ਹੈ, ਕੱਪ ਮਤਲਬ ਤਾਂਬਾ, ਕੋਈ ਵੀ ਹੋਰ ਧਾਤ ਆ, ਜਦੋਂ ਸੁਨਿਆਰ ਨੂੰ ਕੁਠਾਲੀ 'ਚ ਪਾਏਗਾ ਉਹਦੀ ਜਿਹੜੀ ਡਲੀ ਆ ਉਹਦੀ ਉਛਲੇਗੀ, ਉਹ ਕੁਠਾਲੀ 'ਚ ਆਰਾਮ ਨਾਲ ਨਹੀਂ ਬੈਠੇਗਾ। ਜਿਹੜੀ ਸਾਡੇ ਜੀਵਨ ਦੀ ਖੋਟ ਆ, ਆਪਣੀ ਕਮੀ ਖਾਮੀ ਆ, ਉਹ ਸਾਨੂੰ ਡਰਾਉਂਦੀ ਹੈ, ਉਹ ਸਾਨੂੰ ਭੜਕਾਉਂਦੀ ਹੈ, ਉਹ ਸਾਨੂੰ ਸੱਜੇ ਖੱਬੇ ਜਾਣ ਵਾਸਤੇ ਮਜਬੂਰ ਕਰਦੀ ਹੈ। ਜਿਵੇਂ ਜਿਵੇਂ ਉਹ ਕੁਠਾਲੀ ਦੀ ਅੱਗ ਮੱਚਦੀ ਹੈ ਤੇ ਮੱਚ ਕੇ ਅੱਗ ਕਰਦੀ ਕੀ ਹੈ, ਕੰਚਨ ਅਸੁੱਧ ਕੁਠਾਲੀ ਠਹਿਰਾਤ ਨਾ, ਸੁੱਧ ਭਏ ਨਿਰਮਲ। ਜਦੋਂ ਬਿਲਕੁਲ ਸ਼ੁੱਧ ਹੋ ਗਿਆ, ਜਦੋਂ ਸਾਰਾ ਖੋਟ ਜਿਹੜਾ ਅੱਗ ਨੇ ਉਹ ਸੋਨੇ ਦੇ ਵਿੱਚੋਂ ਜਲਾ ਦਿੱਤਾ, ਸਾੜ ਦਿੱਤਾ, ਕਿਹਾ ਕਿ ਉਸੇ ਵਕਤ ਹੀ ਛਬ ਭਏ, ਉਸੇ ਵਕਤ ਉਹਦੀ ਛਵੀ ਹੈ ਉਹ ਨਿਖਰ ਆਉਂਦੀ ਹੈ ਤੇ ਨਿਸ਼ਚਲ ਬਿਲਕੁਲ ਟਿਕਾ ਵਿੱਚ ਆ ਜਾਂਦਾ ਹੈ। ਸਾਡੀ ਉਨੀ ਦੇਰ ਤੱਕ ਹੀ
ਅਵਸਥਾ ਜਿਹੜੀ ਹੈ ਡਾਵਾਂਡੋਲ ਹੋਣ ਵਾਲੀ ਹੈ, ਜਿੰਨੀ ਦੇਰ ਤੱਕ ਅਸੀਂ ਕਮੀਆਂ ਖਾਮੀਆਂ ਨਾਲ ਦੋ ਚਾਰ ਹੋ ਰਹੇ ਹਾਂ। ਬਚਨ ਤੇ ਵਾਪਸ ਆਈਏ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿਗੈ ਨਾ ਡੋਲੇ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਜਿਹੜੇ ਮੇਰੇ ਤੇ ਉਹਦੇ ਦਰਮਿਆਨ ਪੜਦੇ ਪਏ ਸੀ, ਉਹ ਪੜਦੇ ਲੈ ਗਏ ਸਾਰੇ। ਘਬਰਾਉਣਾ ਕਿਉਂ ਹੈ, ਡਰਨਾ ਕਿਉਂ ਹੈ? ਜਦੋਂ ਵਾਹਿਗੁਰੂ ਅੰਗ ਸੰਗ ਆ, ਜਦੋਂ ਮੈਂ ਉਹਦੀ ਸ਼ਰਨ ਚਲਾ ਗਿਆ, ਉਹ ਮੇਰਾ ਓਟ ਆਸਰਾ ਬਣ ਗਿਆ, ਮੈਨੂੰ ਘਬਰਾਉਣ ਦੀ ਕੀ ਲੋੜ ਹੈ? ਇੱਥੋਂ ਫਿਰ ਸ਼ਬਦ ਸ਼ੁਰੂ ਹੁੰਦਾ ਸਾਡਾ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਛੰਦਾ। ਹੁਣ ਮੁਛੰਦਗੀ ਕੀ ਰਹਿ ਗਈ? ਜਦੋਂ ਵੱਲ ਤੂੰ ਹੈ, ਜਦੋਂ ਤੂੰ ਕਰਤੇ ਤੂੰ ਮੇਰੇ ਵੱਲ ਆ, ਤੇ ਫਿਰ ਮੈਂ ਕਿਉਂ ਘਬਰਾਵਾਂ, ਫਿਰ ਮੈਂ ਕਿਉਂ ਡਰਾਂ? ਮੈਂ ਤੇਰੀ ਸ਼ਰਨ ਆ ਗਿਆ। ਬਚਨ ਆਇਆ, ਮਹਾਰਾਜ ਬਿਆਨ ਕਰਦੇ, ਡਿਗੈ ਨਾ ਡੋਲੇ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬਿਲਾਨੀ। अलंकार मिल थैली हुई हैं। अलंकार कोई मुंदरी है, कोई कड़ा आ, कोई कैंठा हार आ, कोई जंजीरी है, ये वक्रे वक्रे रूप बने। ਜਦੋਂ ਸਾਰਿਆਂ ਨੂੰ ਚੁੱਕ ਕੇ ਕੁਠਾਲੀ 'ਚ ਪਾ ਦਿੱਤਾ ਤੇ ਸਾਰੇ ਢਲ ਕੇ ਇੱਕ ਧਾਤ ਹੋ ਗਏ। ਕਿਹੜੀ ਧਾਤ ਹੋ ਗਏ? ਸੋਨਾ। ਬਿਲਕੁਲ ਨਿਸ਼ਚਲ ਧਾਤ ਵਿੱਚ ਕਨਵਰਟ ਹੋ ਗਏ। ਬਸ ਇਨ ਬਿਨ ਸਾਡੇ ਮਨ ਦਾ ਸਾਰੀ ਪ੍ਰਵਿਰਤੀ ਹੈ ਸਾਡੇ ਅੰਦਰ। ਜਿਵੇਂ ਜਿਵੇਂ ਤੁਸੀਂ ਵਾਹਿਗੁਰੂ ਦਾ ਓਟ ਆਸਰਾ ਗਹਿਰੇ ਤਲ 'ਤੇ ਲਈ ਜਾਓਗੇ, ਮਨ ਦੇ ਪੱਧਰ 'ਤੇ ਸਾਰੀਆਂ ਵਿਚਾਰਾਂ ਇੱਕ ਵਿਚਾਰ 'ਚ ਮਰਜ ਹੋ ਜਾਣਗੀਆਂ, ਜੋ ਵਾਹਿਗੁਰੂ ਕਰੇਗਾ ਭਲਾ ਕਰੇਗਾ। ਇਹ ਸ਼ਰਨ ਆਉਣ ਦਾ ਕਨਸੈਪਟ ਆ। ਜਿੰਨਾ ਬੰਦਾ ਸ਼ਰਨ ਆਵੇਗਾ, ਮਹਾਰਾਜ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਉਹਨੂੰ ਗੱਲ ਲਾ ਲੈਂਦਾ। ਇਹ ਬਿਰਧ ਸੁਆਮੀ ਸੰਧਾ, ਉਹਦਾ ਸੰਧੜਾ ਸੁਭਾਅ ਹੈ। ਇਸ ਸੁਭਾਅ ਦਾ ਤੂੰ ਰੂਪ ਅਖਤਿਆਰ ਕਰ। ਮਨ ਦੀ ਅਵਸਥਾ ਡਿੱਗਣ ਡੋਲਣ ਵਾਲੀ ਜਿਹੜੀ, ਇਹਨੂੰ ਹੋਰ ਇਸ ਸਮਝ ਲੈਣਾ, ਸਾਨੂੰ ਮੋਸਟਲੀ ਸਾਡੀਆਂ ਆਪਣੀਆਂ ਰਾਵਾਂ ਚਲਾਉਂਦੀਆਂ ਨੇ, ਅਤੇ ਇਹਨਾਂ ਰਾਵਾਂ ਦੇ ਵਿੱਚ ਜਿਹਨੂੰ ਅਸੀਂ ਓਵਰ ਥਿੰਕਿੰਗ ਕਹਿੰਦੇ ਹਾਂ, ਚੀਜ਼ਾਂ ਹੋਈਆਂ ਨਹੀਂ, ਵਾਪਰੀਆਂ ਨਹੀਂ, ਕੁਛ ਨਹੀਂ ਹੋਇਆ ਅਜੇ, ਮੈਂ ਹੀ ਥਿੰਕ ਕਰੀ ਜਾਂਦਾ। ਬਹੁਤੀ ਪੋਜ਼ੀਟਿਵਿਟੀ ਵੀ ਜਿਹੜੀ ਹੈ ਥਿੰਕ ਕਰ ਕਰਕੇ ਲੈ ਆਉਣੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬੰਦਾ ਕਈ ਵਾਰੀ ਐਵੇਂ ਬਸ ਕਹਿ ਲਓ ਕਿ ਸ਼ੇਖ ਚਿੱਲੀ ਦੇ ਮਹਿਲ ਖੜੇ ਕਰ ਲੈਂਦਾ। ਓਵਰ ਥਿੰਕਿੰਗ ਹੈ। ਉਸ ਨੂੰ ਕਿਸੇ ਨੇ, ਮਤਲਬ ਤੁਸੀਂ ਉਹ ਕਹਾਣੀ ਕਈ ਵਾਰੀ ਸੁਣੀ ਹੋਣੀ ਹੈ ਕਿ ਉਹ ਘਿਓ ਦਾ ਪੀਪਾ ਉਹਦੇ ਸਿਰ 'ਤੇ ਰੱਖਿਆ ਅਤੇ ਉਹਨੂੰ ਕਿਹਾ ਚੱਲ ਆ ਦਰਿਆ ਪਾਰ ਕਰਵਾ ਦੇ, ਅਤੇ ਤੈਨੂੰ ਮੈਂ ਕੁਝ ਸ਼ਾਇਦ ਉਸ ਜ਼ਮਾਨੇ 'ਚ ਮਜ਼ਦੂਰੀ ਦੇਵਾਂ, ਕੋ ਆਨਾ ਕਿ ਦੋ ਆਨਾ। ਅਤੇ ਉਹਨੂੰ ਘਿਓ ਦਾ ਪੀਪਾ ਸਿਰ 'ਤੇ ਚੁੱਕਿਆ ਅਤੇ ਪਾਣੀ 'ਚੋਂ ਠੱਲਣ ਲੱਗਾ। ਜਿਹਦਾ ਪੀਪਾ ਸੀਗਾ ਸ਼ਾਹੂਕਾਰ ਨਾਲ ਨਾਲ ਤੁਰਿਆ ਜਾਂਦਾ ਪਾਣੀ ਦੇ ਵਿੱਚੋਂ। ਤੂੰ ਨਾਲੇ ਲੰਘ ਰਿਹਾ ਅਤੇ ਨਾਲੇ ਸੋਚ ਰਿਹਾ, ਅੱਛਾ ਇਹ ਮੈਨੂੰ 2 ਆਨੇ ਦੇਵੇਗਾ ਅਤੇ ਮੈਂ ਇਹਨਾਂ 2 ਆਨਿਆਂ ਦਾ ਕੀ ਕਰਾਂਗਾ? 2 ਆਨਿਆਂ ਦਾ ਜਾ ਕੇ ਮੈਂ ਇੱਕ ਮੁਰਗੀ ਖਰੀਦ ਕੇ ਲੈ ਕੇ ਆਵਾਂਗਾ, ਉਹ ਇੱਕ ਆਂਡਾ ਦੇਵੇਗੀ, ਅਗਲੇ ਦਿਨ ਫਿਰ ਉਹ 'ਚੋਂ ਇੱਕ ਚੂਚਾ ਨਿਕਲੇਗਾ, ਫਿਰ 2, ਫਿਰ 4, ਫਿਰ ਮੇਰੇ ਕੋਲ 1000 ਮੁਰਗੀ ਹੋ ਜਾਏਗੀ। ਫਿਰ ਮੈਂ 1000 ਮੁਰਗੀ ਦੇ ਵਿੱਚੋਂ ਫਿਰ ਮੈਂ 200 ਬੱਕਰੀ ਲੈ ਆਵਾਂਗਾ, ਫਿਰ ਗਾਵਾਂ ਲੈ ਆਵਾਂ, ਉਹ ਪੂਰਾ ਦਾ ਪੂਰਾ ਮੇਰਾ ਵਿਆਹ ਹੋ ਜਾਏਗਾ, ਕਾਰੋਬਾਰ ਹੋ ਜਾਏਗਾ, ਸਾਰੀਆਂ ਚੀਜ਼ਾਂ। ਅਤੇ ਸੋਚਦਾ ਮਤਲਬ ਓਵਰ ਥਿੰਕਿੰਗ ਹੈ ਸਾਰੀ। ਬੰਦਾ ਕਹਿੰਦਾ ਪੋਜ਼ੀਟਿਵ ਵੀ ਕਿਸੇ ਪ੍ਰੈਕਟੀਕਲ ਸਾਈਡ ਤੋਂ ਸੋਚੋ। ਬਿਲਕੁਲ ਦਰਿਆ ਦੇ ਦਰਮਿਆਨ ਤੁਰ ਗਿਆ ਅਤੇ ਇੱਕ ਜਗ੍ਹਾ ਜਾ ਕੇ ਇਸ ਤਰ੍ਹਾਂ ਅਹਿਸਾਸ ਹੈ, ਪਿੱਲਾ ਜਦੋਂ ਮੇਰੇ ਬੱਚੇ ਹੋ ਜਾਣਗੇ, ਮੇਰਾ ਨਿਆਣਾ ਮੇਰੇ ਆਖੇ ਨਹੀਂ ਲੱਗਾ, ਮੈਂ ਖਬਰਦਾਰ। ਉਹ ਦੌੜ ਕੇ ਆਪਣੇ ਨਿਆਣੇ ਨੂੰ ਜਦੋਂ ਆਖਣ ਵਾਸਤੇ ਭੱਜਣ ਲੱਗਾ, ਇੱਕਦਮ ਉਹ ਪੀਪਾ ਉਲਟਿਆ ਅਤੇ ਉਹ ਪਾਣੀ ਘਿਓ ਸਾਰਾ ਡੁੱਲ ਗਿਆ। ਸ਼ਾਹੂਕਾਰ ਗਾਲਾਂ ਕੱਢੇ, ਉਹ ਆ ਕੇ ਕੀਤਾ, ਤੂੰ ਐਡਾ ਨੁਕਸਾਨ ਕਰਤਾ, ਉਹ ਪੀਪਾ ਡੁੱਲ ਗਿਆ ਸਾਰਾ। ਉਹ ਸ਼ਾਹੂਕਾਰ ਗਾਲਾਂ ਕੱਢੇ, ਉਹ ਰੋਈ ਜਾਏ, ਕਹਿਣ ਲੱਗਾ ਹੁਣ ਰੋਣ ਦਿਆਂ ਤੂੰ, 10 ਹੱਦ ਹੋ ਗਈ, ਇੰਨਾ ਨੁਕਸਾਨ ਕਰਤਾ। ਉਹ ਕਹਿੰਦਾ, ਲਾਲਾ ਤੇਰਾ ਤਾਂ ਨੁਕਸਾਨ ਹੋਇਆ ਹੀ ਕੁਛ ਨਹੀਂ। ਕਹਿਣ ਲੱਗਾ ਹੋਇਆ ਹੀ ਕੁਛ ਨਹੀਂ, ਮੇਰਾ ਘਿਓ ਦਾ ਪੀਪਾ ਡੁੱਲ ਗਿਆ, ਤੂੰ ਕਿ ਨੁਕਸਾਨ ਕੁਛ ਨਹੀਂ ਹੋਇਆ। ਕਹਿਣ ਲੱਗਾ ਤੇਰਾ ਘਿਓ ਦਾ ਪੀਪਾ ਡੁੱਲਿਆ, ਮੇਰਾ ਸਾਰਾ ਖਾਨਦਾਨ ਡੁੱਲ ਗਿਆ ਵਿੱਚ ਦੇ, ਮੇਰੀ ਦੇ ਸਾਰੀ ਪਲਾਨਿੰਗ ਹੀ ਡੁੱਲ ਗਈ ਹੈ। ਓਵਰ ਥਿੰਕਿੰਗ ਹੈ ਸਾਰੀ। ਇਹ ਡਿੱਗਣਾ ਡੁੱਲਣਾ ਸਿਰਫ ਡਰ ਵਿੱਚ ਨਹੀਂ ਹੁੰਦਾ, ਬੰਦਾ ਮਨ ਮੰਡਲ 'ਚ ਵੀ ਐਸੀਆਂ ਫਿਤਰਤਾਂ ਬਣਾ ਕੇ ਬੈਠ ਜਾਂਦਾ। ਜੇ ਸਾਰੇ ਕਾਸੇ ਨੂੰ ਵਿਰਾਮ ਲਾ ਕੇ ਵਾਹਿਗੁਰੂ ਦਾ ਓਟ ਆਸਰਾ ਤੱਕ ਲੈ, ਕਹੇ ਮਾਲਕ ਜੋ ਕਰੇਗਾ ਭਲਾ ਹੋਏਗਾ। ਬੱਚਿਆਂ ਦੇ ਨਾਲ ਅਸੀਂ ਸਟੱਡੀ ਪਲਾਨ ਬਣਾਉਂਦੇ ਹਾਂ ਕਈ ਵਾਰੀ, ਅਤੇ ਬੱਚੇ ਸਪੋਜ਼ ਕਰੋ ਬੱਚਾ ਆਇਆ ਅਤੇ ਉਹਦਾ ਕੌਨਫੀਡੈਂਸ ਕਈ ਵਾਰੀ ਲੋਅਰ ਲੈਵਲ 'ਤੇ ਆ ਜਾਂਦਾ ਆ, ਅਤੇ ਇਹ ਇਕੱਲੇ ਦੁਕੱਲੇ ਬੰਦੇ ਦਾ ਨਹੀਂ, ਬੜੇ ਲੋਕਾਂ 'ਚ ਇਹ ਚੀਜ਼ ਦੇਖੀ ਗਈ। ਪੰਜਾਬੀ ਜ਼ਬਾਨ ਦਾ ਇੱਕ ਬੜਾ ਵੱਡਾ ਸ਼ਾਇਰ ਹੋਇਆ, ਹਾਲਾਂਕਿ ਉਹ ਮਤਲਬ ਬੜਾ
ਮਸਨਵੀ ਜਾਂ ਸ਼ਾਇਰ ਸੀਗਾ, ਜਿਹਨੂੰ ਅਸੀਂ ਕਹਿੰਦੇ ਮਜਾਜੀ ਰੂਪ ਵਿੱਚ ਰੰਗਤ ਕਰਨ ਵਾਲਾ। ਤੇ ਚਲੋ ਇਹ ਸੀਗਾ, ਲਫ਼ਜ਼ਾਂ ਦੇ ਮੇਚ ਬੜੇ ਕਮਾਲ ਦੇ ਕਰਦਾ ਸੀ। ਸ਼ਿਵ ਕੁਮਾਰ ਬਟਾਲਵੀ ਬੜਾ, ਅਜੇ ਵੀ ਲੋਕੀ ਉਹਨੂੰ ਸ਼ਾਇਰਾਨਾ ਢੰਗ ਨਾਲ ਬੜੀਆਂ ਚੀਜ਼ਾਂ ਪੜ੍ਹਦੇ ਉਹਦੀਆਂ। ਤੇ ਉਹਦੇ ਆਪਣੇ ਜੀਵਨ ਦੀ ਬਾਤ ਆ। ਉਹ ਆਪਣੇ ਟੇਬਲ ਤੇ ਜਿਹੜੇ ਕੋਰੇ ਕਾਗਜ਼ ਹੁੰਦੇ ਨੇ, ਇਹ ਨਹੀਂ ਸੀ ਰੱਖਦਾ ਹੁੰਦਾ। ਜੇ ਕਿਤੇ ਉਹਦੇ ਟੇਬਲ ਤੇ ਕੋਰੇ ਕਾਗਜ਼ ਬਿਲਕੁਲ ਸਾਫ਼ ਪੇਪਰ ਪਏ ਹੁੰਦੇ ਸੀ ਨਾ, ਉਹ ਕਹਿੰਦੇ ਮੈਨੂੰ ਡਰ ਲੱਗਣ ਲੱਗ ਜਾਂਦਾ। ਕਿਉਂ? ਵੀ ਮੈਨੂੰ ਹੁਣ ਕਵਿਤਾ ਨਹੀਂ ਉਕਰਨੀ, ਮੇਰੀ ਸਿਰਜਣਾ ਖਤਮ ਹੋ ਗਈ ਹੈ। ਆਈ ਵੋਂਟ ਬੀ ਏਬਲ ਟੂ ਰਾਈਟ ਪੋਇਮਸ ਐਨੀ ਮੋਰ। ਪੋਇਮ ਖਤਮ ਹੋ ਗਈ ਹੈ ਮੇਰੇ ਅੰਦਰੋਂ, ਇਸ ਕਰਕੇ ਮੈਨੂੰ ਡਰ ਲੱਗਣ ਲੱਗ ਜਾਂਦਾ ਹੈ। ਉਸ ਨੂੰ ਕਿਸੇ ਨੇ ਕਿਹਾ, ਅੱਛਾ ਇਹ ਗੱਲ ਹੁੰਦੀ ਏ, ਤੈਨੂੰ ਇੱਕ ਤਰੀਕਾ ਦੱਸ ਦਿੰਦੇ ਆ। ਕੀ ਤਰੀਕਾ ਆ? ਕੋਰੇ ਕਾਗਜ਼ ਨਾ ਰੱਖਿਆ ਕਰ ਆਪਣੀ ਜਿਹੜੀ ਏ ਟੇਬਲ ਦੇ ਉੱਤੇ। ਜਿੰਨੇ ਕਾਗਜ਼ ਲੈ ਕੇ ਉਹਨਾਂ ਸਾਰਿਆਂ ਉੱਤੇ ਪਹਿਲਾਂ ਇੱਕ ਓਂਕਾਰ ਪਾ ਦਿਆ ਕਰ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹਦਾ ਮਤਲਬ ਇੱਕ ਓਂਕਾਰ ਹਮੇਸ਼ਾ ਰਹਿਣ ਵਾਲਾ ਹੈ। ਸਿਰਜਣਹਾਰ ਆ, ਉਹਦੀ ਸਿਰਜਣਾ ਕਦੀ ਮੁੱਕਦੀ ਨਹੀਂ ਗਈ। ਉਹਨੇ ਹਰ ਪੇਪਰ ਤੇ ਐਵੇਂ ਲਿਖ ਕੇ ਰੱਖ ਦੇਣਾ ਉੱਥੇ। ਕਹਿੰਦਾ ਹੁਣ ਮੈਨੂੰ ਪਤਾ, ਹੁਣ ਸਿਰਜਣਾ ਮੁੱਕੇਗੀ ਨਹੀਂ, ਸਿਰਜਣਾ ਹੁੰਦੀ ਰਹੇਗੀ। ਇਹ ਓਟ ਆਸਰਾ ਵਾਹਿਗੁਰੂ ਦਾ। ਹਰ ਬੰਦਾ, ਹਰ ਬਸ਼ਰ ਇਸ ਰੂਪ ਵਿੱਚ ਉਹਨੂੰ ਚਾਹੁੰਦਾ ਹੈ। ਮੈਂ ਕਈ ਵਾਰ ਦੇਖਦਾ, ਬੱਚੇ ਨੇ ਬੜੀ ਮੁਸ਼ੱਕਤ ਕੀਤੀ, ਗ੍ਰੇਡ 12 ਡਨ ਕੀਤਾ, ਯੂਨੀਵਰਸਿਟੀ ਚਲਾ ਗਿਆ। ਯੂਨੀਵਰਸਿਟੀ ਜਾ ਕੇ ਥੋੜ੍ਹਾ ਬਹੁਤਾ ਕੋਈ ਜਿਹੜਾ ਧਿਆਨ ਨਹੀਂ ਦਿੱਤਾ, ਇੱਕ ਅੱਧਾ ਕੋਈ ਐਗਜ਼ਾਮ ਫੇਲ ਕਰ ਗਿਆ, ਕਿਸੇ ਅੱਗਾ ਕੋਈ ਅਸਾਈਨਮੈਂਟ ਆ ਰਹੀ, ਉਹਦੇ ਵਾਸਤੇ ਕੰਮ ਨਹੀਂ ਹੋ ਰਿਹਾ, ਇੱਕਦਮ ਕੌਨਫੀਡੈਂਸ ਲੋਅਰ ਲੈਵਲ 'ਤੇ ਆ ਗਿਆ। ਬੱਚੇ ਦੇ ਵਿੱਚ ਉਹਨੂੰ ਅਸੀਂ ਕਹਿੰਦੇ ਹਾਂ ਇੱਕ ਤਰੀਕੇ ਦਾ ਡਾਊਟ ਜਿਹੜਾ ਉਹ ਕ੍ਰੀਏਟ ਹੋ ਜਾਣਾ, ਡਾਊਟ ਸਿੰਡਰਮ। ਉਹਨੂੰ ਇਹ ਪਤਾ ਮਹਿਸੂਸ ਹੋਣ ਲੱਗ ਗਿਆ, ਮੇਰੇ ਤੋਂ ਤਾਂ ਨਹੀਂ ਹੋਣਾ, ਮੈਂ ਨਹੀਂ ਕਰ ਸਕਣਾ। ਇੱਥੋਂ ਐਨਗਜ਼ਾਇਟੀ ਵੱਧ ਗਈ। ਜਦੋਂ ਐਨਗਜ਼ਾਇਟੀ ਵੱਧ ਗਈ, ਹੁਣ ਜਿਹੜਾ ਹੋ ਰਿਹਾ ਸੀਗਾ ਉਹ ਵੀ ਹੋਣਾ ਬੰਦ ਹੋ ਗਿਆ। ਹੱਥ ਫੁੱਲ ਗਏ ਹੁਣ ਉਹ ਜਦੋਂ ਸਪੋਜ਼ ਕਰੋ ਕੋਈ ਅਸਾਈਨਮੈਂਟ, ਕੋਈ ਟੈਸਟ ਆਉਂਦਾ, ਉਸ ਤੋਂ ਪਹਿਲਾਂ ਇਹ ਯੂਜੂਅਲੀ ਤੁਸੀਂ ਦੇਖੋਗੇ ਯੰਗ ਬੱਚਿਆਂ 'ਚ ਮੁਸ਼ਕਲ ਆਉਂਦੀ ਕਈ ਵਾਰੀ। ਉਹਦਾ ਕਾਰਨ, ਉਹਦਾ ਵੱਡਾ ਕਾਰਨ ਇਹ ਹੈ ਕਿ ਉਹਨਾਂ ਨੂੰ ਜਿਹੜੀ ਸਹੀ ਰੂਪ ਵਿੱਚ ਪਲਾਨਿੰਗ ਉਹ ਬਣਾਉਣੀ ਪਏਗੀ। ਪਲਾਨਿੰਗ ਕੀ ਹੈ? ਪਲਾਨਿੰਗ ਇਹ ਹੈ, ਮੇਰੇ ਕੋਲ ਇੱਕ ਸਮੇਂ 'ਚ ਆਹ ਪਲ, ਆਹ ਘੜੀ, ਆਹੀ ਵਕਤ ਆ ਮੇਰੇ ਕੋਲ। ਇੰਨੇ 'ਚ ਜਿੰਨਾ ਮੈਨੂੰ ਕਰਨਾ ਹੈ ਉਨਾ ਹੀ ਮੈਂ ਸੋਚਣਾ ਹੈ। ਇਸ ਤੋਂ ਬਿਯੋਂਡ ਸੋਚਣ ਦੀ ਕੋਸ਼ਿਸ਼ ਕਰਾਂਗਾ, ਮੈਂ ਇਸ ਪਲ ਨੂੰ ਵੇਸਟ ਕਰ ਦਿਆਂਗਾ। ਇਹੀ ਮੇਰਾ ਨੁਕਸਾਨ ਹੈ। ਪਰ ਇਹ ਕਿਵੇਂ ਕਰ ਸਕਦਾ? ਜੇ ਮੈਂ ਵਾਹਿਗੁਰੂ 'ਤੇ ਭਰੋਸਾ ਰੱਖਾਂ। ਆਉਂਦੇ ਪਲ ਉਹ ਮੇਰੇ ਨਾਲ ਹੋਏਗਾ, ਘਬਰਾਉਣ ਦੀ ਲੋੜ ਨਹੀਂ ਹੈ। ਤਰੀਕੇਕਾਰਤਾ ਆ। ਅੱਜ ਵਾਸਤੇ ਕਿੰਨਾ ਕੰਮ ਕਰਨਾ, ਫਾਈਨਲਾਈਜ਼ ਕਰ ਲਿਆ, ਆਹ ਕੰਮ ਆ ਮੇਰਾ, ਇੰਨਾ ਹੀ ਕਰਨਾ ਬਸ। ਇੰਨਾ ਹੋ ਗਿਆ, ਸਫੀਸ਼ੀਐਂਟ ਆ। ਕੱਲ੍ਹ ਨੂੰ ਇੰਨਾ ਕੰਮ ਅੱਗੇ ਕਰਨਾ, ਇਸ ਤੋਂ ਬਾਅਦ ਇਸ ਢੰਗ ਦੇ ਨਾਲ। ਇਹ ਸਟੈਪ ਬਾਏ ਸਟੈਪ ਜਿਹੜੀ ਇਹ ਸਾਰੀ, ਇਹੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ ਬਾਤ ਗੁਰੂ ਮਹਾਰਾਜ ਸਮਝਾ ਰਹੇ। ਮਹਾਰਾਜ ਬਿਆਨ ਕਰਦੇ, ਤੂੰ ਡਿਗ ਡੋਲ ਨਾ, ਘਬਰਾ ਨਾ, ਉਹਦੀ ਸ਼ਰਨ ਪਕੜ। ਤੇ ਉਹਦੀ ਸ਼ਰਨ ਇਹ ਹੈ, ਕਾਰਜ ਉਹਦਾ ਆ, ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਮਾਲਕ ਮੈਂ ਕੌਣ ਨਾ ਕਰਨ ਵਾਲਾ। ਆਪ ਫਿਰ ਧਿਆਨ ਨਾਲ ਦੇਖਿਓ ਜੇ, ਗੁਰੂ ਅਰਜਨ ਸਾਹਿਬ ਦਾ ਸ਼ਬਦ ਆ। ਮਹਾਰਾਜ ਨੇ ਉਸ ਜ਼ਮਾਨੇ ਦੇ ਵਿੱਚ, ਅੱਜ ਅਸੀਂ ਸਿੱਖ ਹਾਂ, ਸਿੱਖ ਸਮਾਜ ਦੇ ਤੌਰ 'ਤੇ ਸੋਚੀਏ, ਪੂਰੀ ਦੁਨੀਆ 'ਚ ਫੈਲੇ ਆ। ਇੰਨਾ ਸਾਡੇ ਕੋਲ ਡਾਇਸਪੋਰਾ ਆ, ਸਾਡੀ ਬਾਇੰਗ ਐਬਿਲਿਟੀ ਇੰਨੀ ਵੱਧ ਚੁੱਕੀ ਹੈ। ਇਸ ਵਕਤ ਹਰ 5ਵਾਂ ਸਿੱਖ ਪਰਿਵਾਰ ਡਿਵੈਲਪਡ ਕੰਟਰੀਜ਼ ਦੇ ਅੰਦਰ ਬੈਠਾ ਆ, ਜਿਨ੍ਹਾਂ ਦੇ ਕੋਲ ਆਪਣੀ ਇੱਕ ਸਿੰਡੀਕੇਟ ਖੜੀ ਹੋ ਸਕਦੀ ਹੈ। ਇਹ ਬਹੁਤ ਵੱਡੀ ਐਬਿਲਿਟੀ ਤੁਹਾਡੇ ਕੋਲ। ਇਹਨੂੰ ਤੁਸੀਂ ਤੇ ਨਹੀਂ ਸਮਝ ਰਹੇ। ਆ ਐਂਟਰਟੇਨਮੈਂਟ ਕਰਾਉਣ ਵਾਲੇ ਆ, ਫਿਲਮਾਂ ਵਾਲੇ, ਦੂਸਰੇ ਤੀਸਰੇ ਸਾਰੇ ਜਾਣਦੇ ਆ। ਇਸੇ ਲਈ ਉਹ ਸਾਰੀਆਂ ਫਿਲਮਾਂ 'ਚ ਕਿਤੇ ਪੰਜਾਬੀ ਤੜਕਾ ਲਾ ਰਹੇ ਆ, ਕੁਛ ਲਾ ਰਹੇ, ਕਿਉਂਕਿ ਤੁਹਾਡੇ ਕੋਲੋਂ ਸਾਰੇ ਡਾਇਸਪੋਰਾ 'ਚ ਪੈਸੇ ਕਢਾਉਣੇ ਆ। ਇੱਥੇ ਸਾਰਾ ਸਰਮਾਇਆ ਤੇ ਇੱਥੇ ਸਾਰਾ ਇਸ ਰੂਪ ਦੇ ਚੀਜ਼ਾਂ ਆ ਰਹੀਆਂ। ਹੁਣ ਜਿਹੜੀ ਮੈਂ ਮੌਲਿਕ ਰੂਪ ਵਿੱਚ ਗੱਲ ਕਰਨ ਲੱਗਾ, ਕਿਉਂਕਿ ਲੈਕ ਆਫ ਵਿਜ਼ਨ ਆ, ਲੈਕ ਆਫ ਕੌਨਫੀਡੈਂਸ ਆ, ਉਹਦੇ ਕਰਕੇ ਚੀਜ਼ਾਂ ਸਾਨੂੰ ਵਾਪਰਦੀਆਂ ਹੁੰਦੀਆਂ ਨਜ਼ਰ ਨਹੀਂ ਪੈ ਰਹੀਆਂ, ਨਾ ਸਾਡੇ ਤੋਂ ਹੋ ਪਾ ਰਹੀਆਂ। ਉਸ ਜ਼ਮਾਨੇ ਨੂੰ ਚੇਤੇ ਕਰੋ ਜਦੋਂ ਗੁਰੂ ਅਰਜਨ ਸਾਹਿਬ ਸਰੀਕੀ ਰੂਹ ਗੱਦੀ 'ਤੇ ਬੈਠੀ ਹੈ। ਹਾਲਤ ਇਹ ਬਣ ਗਈ ਹੈ, ਆਪਨੇ ਕਦੀ ਮਹਿਸੂਸ ਕੀਤਾ? ਤੁਸੀਂ ਦੇਖੋ ਅੰਮ੍ਰਿਤਸਰ ਸ਼ਹਿਰ ਜਾਓ ਕਦੇ, ਲੋਕੀ ਮੋਸਟਲੀ ਇਹ ਕਹਿੰਦੇ ਮਿਲਣਗੇ, ਧੰਨ ਗੁਰੂ ਰਾਮਦਾਸ। ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੈ ਜੀ, ਧੰਨ ਗੁਰੂ ਰਾਮਦਾਸ। ਕਦੀ ਮਨ 'ਚ ਆਇਆ ਨਹੀਂਗਾ ਵੀ ਗੁਰੂ ਅਰਜਨ ਸਾਹਿਬ ਕਿਉਂ ਨਹੀਂ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ? ਇਹ ਗੁਰੂ ਹਰਗੋਬਿੰਦ ਮਹਾਰਾਜ ਕਿਉਂ ਨਹੀਂ ਕਹਿੰਦੇ ਧੰਨ ਗੁਰੂ ਹਰਗੋਬਿੰਦ ਮਹਾਰਾਜ? ਇਹ ਕੀ ਹੋਣਾ? ਇਹ ਧੰਨ ਗੁਰੂ ਅਮਰਦਾਸ ਕਿਉਂ ਨਹੀਂ ਕਹਿੰਦੇ? ਇਹ ਧੰਨ ਗੁਰੂ ਨਾਨਕ ਸਾਹਿਬ ਕਿਉਂ ਨਹੀਂ ਕਹਿੰਦੇ? ਇਹ ਨਾ ਜਦੋਂ ਉਹ ਸੋਢੀ ਪਰਿਵਾਰ ਸੀ ਸਾਰੇ ਦੇ ਸਾਰੇ, ਉਹ ਸੋਢੀ ਪਰਿਵਾਰਾਂ ਨੇ, ਉਹਨਾਂ ਨੇ ਕੀ ਕੀਤਾ, ਕਿਉਂਕਿ ਉਹ ਗੁਰੂ ਅਰਜਨ ਸਾਹਿਬ ਨੂੰ ਗੁਰੂ ਨਹੀਂ ਸਨ ਤਸੱਵੁਰ ਕਰਦੇ।
ਉਹ ਕਹਿੰਦੇ ਨੇ ਗੁਰੂ ਰਾਮਦਾਸ ਗੁਰੂ ਨੇ, ਉਸ ਤੋਂ ਬਾਅਦ ਪ੍ਰਿਥੀਆ ਹਰਜੀ ਜਿਹੜਾ ਮਿਹਰਬਾਨ, ਇਸ ਪਾਸੇ ਨੂੰ ਗੱਦੀ ਚੱਲੀ ਸਾਰੀ। ਇਹਨੂੰ ਲੰਬਾ ਸਮਾਂ ਉਹਨਾਂ ਨੇ ਇਸ ਕਿਸਮ ਦੇ ਨਾਲ ਫੈਲਾ ਕੇ ਰੱਖਿਆ। ਮਿਹਰਬਾਨ ਨੇ ਨਾਨਕ ਦੀ ਮੋਹਰ ਨਾਲ ਕਿੰਨੀ ਸਾਰੀ ਬਾਣੀ ਵੀ ਲਿਖ ਦਿੱਤੀ। ਉਹ ਕਹਿੰਦੇ ਇਸੇ ਕਰਕੇ ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ, ਤਾਂ ਕਿ ਸਮਾਜ ਵਿੱਚ ਇਹ ਭੁਲੇਖਾ ਨਾ ਪਵੇ ਵੀ ਅਸਲ ਆਖਰਕਾਰ ਨਾਨਕ ਜਿਹੜੀ ਹੈ, ਨਾਨਕ ਦੀ ਪ੍ਰਸਤਗੀ ਇਸ ਬਾਣੀ ਦੇ ਨਾਲ ਹੋਣੀ ਹੈ। ਖੈਰ ਜੀ, ਨਾ ਮਾਤਰ ਬੇਨਤੀ ਕਰ ਰਿਹਾ, ਘਰ ਵਿੱਚ ਚੈਲੰਜ ਕਿੰਨਾ ਆ, ਬਾਹਰ ਚੈਲੰਜ ਅੱਗੇ ਮੈਂ ਥੋੜ੍ਹਾ ਜ਼ਿਕਰ ਕਰਕੇ ਹਟਿਆ ਵਾਂ। ਅਤੇ ਮਹਾਰਾਜ ਦਾ ਖਾਬ ਕੀ ਹੈ, ਇੱਕ ਨਾ ਕੌਲ ਦੀ ਤਰ੍ਹਾਂ ਖਿੜਿਆ ਹੋਇਆ ਪਾਣੀ ਦੇ 'ਚ ਅਸਥਾਨ ਉਸਾਰਨਾ ਹੈ ਦਰਬਾਰ ਸਾਹਿਬ। ਉਸ ਜ਼ਮਾਨੇ ਦੇ ਵਿੱਚ ਮਹਾਰਾਜ ਨੇ ਜਦੋਂ ਇਹ ਬਾਤ ਕਹੀ, ਮਹਾਰਾਜ ਕਿਵੇਂ ਹੋਏਗਾ ਪੋਸੀਬਲ, ਸਰਕਾਰੇ ਦਰਬਾਰੇ ਕਿਤੇ ਕੋਈ ਹੋਇਆ ਹੀ ਨਹੀਂ, ਕੋਈ ਮਤਲਬ ਕਿਸੇ ਰੂਪ ਵਿੱਚ। ਦੂਜੇ ਪਾਸੇ ਗ੍ਰੰਥ ਸਾਹਿਬ ਦੀ ਸਥਾਪਨਾ ਕਰਨੀ, ਬਾਣੀ ਲਿਖਾਣੀ ਸ਼ੁਰੂ ਕੀਤੀ ਭਾਈ ਗੁਰਦਾਸ ਜੀ ਤੋਂ, ਆਪ ਕੋਲ ਬੈਠ ਕੇ ਨਵੇਂ ਸਿਰ ਤੋਂ ਆਡਿਟ ਕਰਵਾ ਕੇ ਸਾਰੀ ਰਚਨਾ ਉਸ ਰੂਪ ਵਿੱਚ ਬਣਾਉਣੀ ਸ਼ੁਰੂ ਕਰ ਦਿੱਤੀ। ਸਾਰਾ ਕੁਝ ਕਰਦਿਆਂ ਹੋਇਆਂ ਹੋਏਗਾ ਕਿ ਐਨਗਜ਼ਾਇਟੀ ਹੋਏਗੀ, ਡਰ ਹੋਏਗਾ, ਫਿਕਰ ਹੋਏਗਾ, ਪਤਾ ਨਹੀਂ ਕੰਮ ਸਿਰੇ ਚੜ੍ਹੇਗਾ ਕਿ ਨਹੀਂ ਚੜ੍ਹੇਗਾ। ਪਰ ਸਾਰੇ ਕੰਮ ਐਨ ਸਿਰੇ ਚੜ੍ਹਦੇ ਗਏ। ਆਖਰਕਾਰ ਉਹ ਦਿਨ ਆਇਆ ਜਦੋਂ ਦਰਬਾਰ ਸਾਹਿਬ ਦੀ ਇਮਾਰਤ ਪੂਰੀ ਹੋ ਗਈ। ਉਸ ਦਰਬਾਰ ਸਾਹਿਬ ਦੀ ਇਮਾਰਤ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਜਦੋਂ ਆਦਿ ਗ੍ਰੰਥ ਦੇ ਰੂਪ ਵਿੱਚ ਪ੍ਰਕਾਸ਼ਨਾ ਹੋਈ ਬਾਣੀ ਦੀ, ਤੇ ਜਿਹੜਾ ਪਹਿਲਾ ਹੁਕਮਨਾਮਾ ਆਇਆ, ਉਹ ਹੁਕਮਨਾਮਾ ਹੀ ਆਪਣੇ ਆਪ ਹੀ ਦੱਸਦਾ ਆ, ਜਿਸ ਨੇ ਇਹ ਕਾਰਜ ਕੀਤਾ ਕਰਵਾਇਆ ਹੈ, ਉਹ ਕੀ ਤੁਹਾਨੂੰ ਕਹਿ ਰਿਹਾ ਹੈ। ਮਹਾਰਾਜ ਬਿਆਨ ਕਰਦੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਮੇਰਾ ਨਹੀਂ ਗਾ, ਰਾਮ ਦਾ ਕਾਰਜ ਆ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜਿਹੜਾ ਉਹਦੀ ਸ਼ਰਨ ਓਟ ਆਸਰੇ ਤੇ ਹੋਏਗਾ, ਉਹਦੀ ਪਿੱਠ ਨਾ ਲੱਗੇਗੀ। ਇਹਨੂੰ ਮਹਾਰਾਜ ਬਿਆਨ ਕਰਦੇ, ਤਿਸ ਸ਼ਰਨਾਈ ਸਦਾ ਸੁਖ ਹੋਏ। ਉਹਦੀ ਸ਼ਰਨ ਪਕੜ, ਸਦਾ ਹੀ ਸੁਖ ਆ। ਘਬਰਾਹਟਾਂ ਖਤਮ ਹੋ ਜਾਣਗੀਆਂ, ਡਿੱਗਣ ਡੋਲਣ ਵਾਲਾ ਕੌਨਸੈਪਟ ਮੁੱਕ ਜਾਏਗਾ। ਕਰ ਕਿਰਪਾ ਜਾਂ ਕੋ ਮੇਲੇ ਸੋਏ। ਪਰ ਇਹ ਵੀ ਤਾਂ ਆ, ਇਹ ਵੀ ਇੱਕ ਹਾਇਰ ਲੈਵਲ ਦਾ ਥਾਟ ਆ। ਉਹ ਤਰਸ ਦੇ ਘਰ ਵਿੱਚ ਆਵੇ ਅਤੇ ਇਹ ਥਾਟ, ਇਹ ਵਿਚਾਰ, ਇਹ ਰਾਏ ਸਾਨੂੰ ਮਿਲੇ, ਅਸੀਂ ਇਹਨੂੰ ਆਪਣੀ ਸੁਰਤ 'ਚ ਪਾ ਕੇ ਇਹਨੂੰ ਪ੍ਰੈਕਟਿਸ ਕਰ ਸਕੀਏ, ਐਕਸਰਸਾਈਜ਼ ਕਰ ਸਕੀਏ। ਰਹਾਓ ਸ਼ੁਰੂਆਤੀ ਬੰਦ ਆ, ਸਭ ਤੇ ਊਂਚ ਜਾਕਾ ਦਰਬਾਰ। ਉਹਦੀ ਸ਼ਰਨ ਪਵੋ ਜਿਹਦਾ ਦਰਬਾਰ ਸਭ ਤੋਂ ਉੱਚਾ ਹੈ, ਜਿਹੜਾ ਉੱਚਿਆਂ ਤੋਂ ਉੱਚਾ ਆ। ਸਭ ਤੋਂ ਉੱਚਾ ਕੌਣ ਆ? ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਾਰੇ ਨਿਵੰਦੇ ਤੇ ਲਿਖਦੇ ਨੇ, ਉਹਦੇ ਅੱਗੇ ਜਾ ਕੇ ਨਿਵ। ਸਾਡੀ ਆਮ ਫਿਤਰਤ ਇਹ ਹੈ, ਅਸੀਂ ਬੰਦਿਆਂ ਤੋਂ ਸਹਾਰਾ ਲੱਭਦੇ ਹਾਂ। ਸੰਸਾਰਕ ਤੌਰ 'ਤੇ ਵੀ ਬੰਦਾ ਬੰਦੇ ਦਾ ਸਹਾਰਾ ਨਹੀਂ ਗਾ, ਬੰਦਾ ਬੰਦੇ ਲਈ ਜ਼ਰੀਆ ਆ, ਸਹਾਰਾ ਕਰਤਾਰ ਆ। ਰਹਿਰਾਜ ਸਾਹਿਬ ਦੀ ਬਾਣੀ 'ਚ ਰੋਜ਼ ਪੜ੍ਹੀਏ। ਆਮ ਸੰਸਾਰੀ ਸਾਡਾ ਇਹ ਆਮ ਵਿਹਾਰ ਆ, ਅਸੀਂ ਨਾ ਇੱਕ ਦੂਜੇ 'ਤੇ ਰੋਹ ਪਾਉਂਦੇ ਹਾਂ। ਰੋਹ ਪਾ ਕੇ ਕਹਿਣਾ ਚਾਹੁੰਦੇ ਹਾਂ ਵੀ ਮੈਂ ਹੀ ਹਾਂ ਜਿਹੜਾ ਤੇਰੇ ਵਾਸਤੇ ਤੇਰਾ ਸਹਾਰਾ ਆ, ਨਹੀਂ ਤੇ ਤੇਰਾ ਸਹਾਰਾ ਕੋਈ ਨਹੀਂ ਗਾ। ਇਹ ਪਤਾ ਕਿੱਥੋਂ ਗੱਲ ਸ਼ੁਰੂ ਹੋ ਜਾਂਦੀ ਹੈ? ਜਦੋਂ ਬੱਚਾ ਬਹੁਤ ਛੋਟਾ ਜਿਹਾ ਜੇ ਪੈਦਾਇਸ਼ ਵਿੱਚ ਆਉਂਦਾ ਹੈ, ਉਦੋਂ ਮਾਂ ਉਹਨੂੰ ਰੋਹ ਪਾਉਂਦੀ ਹੈ ਕਿ ਮੈਂ ਨਾ ਹੋਵਾਂ ਅਤੇ ਤੈਨੂੰ ਕੋਈ ਨਾ ਪਾਲੇ, ਤੈਨੂੰ ਕੋਈ ਨਾ ਸੰਭਾਲੇ, ਤੂੰ ਮੇਰੇ ਕਰਕੇ ਹੀ ਜੀਵਨ ਮਾਣ ਰਿਹਾ ਹੈ, ਤੂੰ ਮੇਰਾ ਹੀ ਅਸਲ ਦੇ ਵਿੱਚ ਸਮਝ ਕੇ ਅਹਿਸਾਨਮੰਦ ਰਹੋ। ਬਾਬਾ ਜੀ ਪਤਾ ਕੀ ਬਿਆਨ ਕਰਦੇ? ਬਾਬਾ ਜੀ ਕਹਿੰਦੇ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਧਰਿਆ। ਕੋਈ ਕਿਸੇ ਦੀ ਧਿਰ ਨਹੀਂ ਗੇ। ਉਹ ਵੀ ਬੱਚੇ ਪਲ ਜਾਂਦੇ ਜਿਨ੍ਹਾਂ ਦੀਆਂ ਮਾਵਾਂ ਜਨਮ ਦੇਣ ਦੇ ਨਾਲ ਹੀ ਗੁਜ਼ਰ ਜਾਂਦੀਆਂ, ਬਲਕਿ ਵਧੀਆ ਪਲਦੇ ਕਈ ਵਾਰੀ। ਮੈਂ ਨਾ ਅਮਰੀਕਨ ਪ੍ਰੈਜ਼ੀਡੈਂਟਸ ਦੀ ਹਿਸਟਰੀ ਪੜ੍ਹ ਰਿਹਾ ਸੀ, ਜਿਹਨੇ ਪ੍ਰੈਜ਼ੀਡੈਂਟ ਹੋਏ ਨੇ। ਗਾਲਬਨ ਮੋਸਟਲੀ ਪ੍ਰੈਜ਼ੀਡੈਂਟਸ ਉਹ ਬਣੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਸਿੰਗਲ ਪੇਰੈਂਟਸ, ਇੱਕ ਨੇ ਬੱਚੇ ਨੂੰ ਪਾਲਿਆ, ਉਹ ਪ੍ਰੈਜ਼ੀਡੈਂਟ ਬਣਿਆ। ਜ਼ਿਆਦਾਤਰ ਉਹ ਪ੍ਰੈਜ਼ੀਡੈਂਟ ਬਣਿਆ ਜਿਹਦੇ ਮਾਂ-ਬਾਪ ਆਈਦਰ ਜੁਦਾ ਹੋ ਗਏ ਨੇ ਜਾਂ ਗੁਜ਼ਰ ਗਏ ਨੇ। ਕਮਾਲ ਹੋ ਗਈ ਹੈ। ਕਿਵੇਂ? ਕਿਉਂਕਿ ਜੀਵਨ ਬੜੀ ਛੋਟੀ ਉਮਰੇ ਹੀ ਉਸਰ ਗਿਆ, ਵੱਡਾ ਹੋ ਗਿਆ, ਐਡਾ ਵੱਡਾ ਹੋ ਗਿਆ ਕਿ ਉਸ ਵੱਡੇ ਤੋਂ ਵੱਡੇ ਚੈਲੰਜ ਨੂੰ ਵੀ ਐਕਸੈਪਟ ਕਰਨ ਵਾਸਤੇ ਉਹਦੇ 'ਚ ਐਬਿਲਿਟੀ ਜਨਰੇਟ ਹੋ ਗਈ ਹੈ। ਇਹ ਕਰਤਾਰ ਦੀ ਖੇਡ ਹੈ ਬੜੀ ਵੱਡੀ। ਅਸੀਂ ਕਈ ਵਾਰੀ ਘਬਰਾ ਜਾਂਦੇ ਹਾਂ। ਮਹਾਰਾਜ ਕਹਿੰਦੇ ਜਨਨੀ ਜਾਣੇ ਮੇਰੇ ਆਸਰੇ ਆ। ਮਹਾਰਾਜ ਕਹਿੰਦੇ ਨਹੀਂ, ਤੇਰੇ ਆਸਰੇ ਨਹੀਂ, ਤੈਨੂੰ ਜ਼ਰੀਆ ਬਣਾਇਆ। ਪਿਤਾ ਬ੍ਰੈਡ ਵਿਨਰ ਮੈਂ ਆ ਜੀ, ਮੈਂ ਨਾ ਹੋਵਾਂ ਤੇ ਕੁਛ ਵੀ ਨਹੀਂ। ਬਾਬਾ ਜੀ ਕਹਿੰਦੇ ਨਹੀਂ, ਪਿਤਾ ਕਰਤਾਰ ਹੀ ਹੈ। ਅਸਲੀ ਤੈਨੂੰ ਸਿਰਫ
ਰੋਲ ਪਲੇਅਰ ਦੇ ਤੌਰ ਤੇ ਰੱਖਿਆ ਆ। ਜਨਨ ਪਿਤਾ ਲੋਕ ਸੁਤ ਬਨਿਤਾ, ਲੋਕ ਸੁਤ ਬਨਿਤਾ, ਲੋਕ ਖਸਮ ਹਸਬੈਂਡ। ਉਹ ਕਹਿੰਦਾ ਲੈ ਮੈਂ ਮੇਰੇ ਕਰਕੇ ਤੇ ਸਾਰਾ ਕੁਝ ਹੋ ਰਿਹਾ ਆ। ਸੁਤ ਔਲਾਦ, ਬੱਚੇ ਕਈ ਵਾਰੀ ਕਹਿ ਦੇਣਗੇ, ਬੱਚੇ ਕਹਿੰਦੇ ਲੈ ਤੁਸੀਂ ਤੇ ਰੁਲ ਜਾਣਾ ਸੀਗਾ, ਅਸੀਂ ਤੇ ਸਾਰੀ ਤੁਹਾਡੀ ਪੈਸਾ ਕਮਾ ਕੇ ਦਿੱਤਾ ਸੀ, ਤੁਹਾਨੂੰ ਇੱਜ਼ਤ ਕਮਾ ਕੇ ਦਿੱਤੀ, ਅਸੀਂ ਤੇ ਇਹ ਸਭ ਕੁਝ। ਉਹ ਕਹਿੰਦੇ ਨਹੀਂ ਨਹੀਂ, ਜਨਨ ਪਿਤਾ ਲੋਕ ਸੁਤ ਬਨਿਤਾ ਇਸਤਰੀ, ਕੋਈ ਨਾ ਕਿਸ ਕੀ ਧਰਿਆ। ਕੋਈ ਕਿਸੇ ਦੀ ਧਿਰ ਨਹੀਂ ਗੀ ਜੀ, ਕੋਈ ਕਿਸੇ ਦਾ ਇਹ ਮਤ ਜਾਣੇ ਵੀ ਮੈਂ ਹੀ ਓਟ ਆਸਰਾ। ਮਹਾਰਾਜ ਕਹਿੰਦੇ ਨਾ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਹਰ ਸਿਰ ਤੇ ਉਸਨੇ ਰਿਜ਼ਕ ਦਾ ਸਿਰਨਾਵਾ ਪਾਇਆ ਤੇ ਸੰਭਾਹੇ ਸੰਭਾਲਣ ਵਾਲਾ ਠਾਕੁਰ ਆਪ ਆ। ਕਾਹੇ ਮਨ ਭਉ ਕਰਿਆ, ਉਹ ਮਨਾ ਕਿਉਂ ਡਰਦਾ ਤੂੰ? ਉਹਦੇ ਨਾਲ ਜੁੜ ਜਿਹਦਾ ਓਟ ਆਸਰਾ ਸਭ ਤੋਂ ਉੱਚਾ ਹੈ। ਮਿਸਾਲ ਪਤਾ ਕੀ ਦਿੱਤੀ ਇਸੇ ਬਾਣੀ 'ਚ? ਮਹਾਰਾਜ ਕਹਿੰਦੇ ਸੱਚ ਇਹ ਹੈ ਕਿ ਕਾਹੇ ਮਨ ਭਉ ਕਰਿਆ, ਊੜੇ ਊੜ ਆਵੇਂ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉੜੇ ਊੜ ਆਵੇਂ ਸਹਿ ਕੋਸਾਂ, ਆਹ ਜਿਹੜੀਆਂ ਗੀਜ਼ ਨੇ ਸਾਡੇ ਮੁਲਕ ਦੇ ਵਿੱਚ, ਪੰਜਾਬੀ 'ਚ ਕੂੰਜਾਂ ਕਹਿੰਦੇ ਸੀ ਇਹਨਾਂ ਨੂੰ। ਇਹ ਆਲ ਦਾ ਵੇ ਉਹ ਰਸ਼ੀਆ ਤੋਂ ਉੱਤੇ ਜਿਹੜੇ ਪਹਾੜ ਨੇ ਉਹਨਾਂ ਪਹਾੜਾਂ ਤੋਂ ਉੱਡਦੀਆਂ ਨੇ, ਤੇ ਆਲ ਦਾ ਵੇ ਉੱਡਦੀਆਂ ਏਸ਼ੀਆ ਦੇ ਮੈਦਾਨਾਂ ਤੱਕ, ਪੰਜਾਬ ਤੇ ਇੱਧਰ ਗੰਗਾ ਜਮਨਾ ਦੇ ਮੈਦਾਨਾਂ ਤੱਕ ਆ ਕੇ ਇੱਥੇ ਖੁਰਾਕ ਖਾਣ ਆਉਂਦੀਆਂ ਨੇ, ਪਿੱਛੇ ਆਂਡੇ ਦੇ ਆਉਂਦੀਆਂ ਨੇ। ਤੇ ਗਜਬ ਇਹ ਹੈ ਉਹਨਾਂ ਆਂਡਿਆਂ 'ਚੋਂ ਬੱਚੇ ਵੀ ਨਿਕਲਦੇ ਨੇ, ਬੱਚੇ ਵੱਡੇ ਵੀ ਹੁੰਦੇ ਨੇ, ਪਲਦੇ ਵੀ ਨੇ, ਨਸਲਾਂ ਵੀ ਚੱਲ ਰਹੀਆਂ ਨੇ। ਜੇ ਇਹ ਜਿਹੜਾ ਕਨਸੈਪਟ ਹੈ ਤੈਨੂੰ ਸਮਝ ਨਹੀਂ ਆ ਰਿਹਾ, ਤੈਨੂੰ ਲੱਗ ਰਿਹਾ ਨਾ 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 ਮੈਂ ਤੇ ਜੇ ਉਹ ਕਰਤਾ ਕਰਨ ਵਾਲਾ ਆ, ਭਉ ਤੋਂ ਬਾਹਰ ਆ, ਸਿਮਰਨ ਦੀ ਪ੍ਰਵਿਰਤੀ 'ਚ ਆ। ਸਿਮਰਨ ਇਹ ਹੈ, ਸਿਮਰਨ ਵਿਖਾਵੇ ਦੀ ਚੀਜ਼ ਨਹੀਂ ਹੁੰਦੀ, ਆਪਣੇ ਆਪ ਨਾਲ ਇੱਕ ਤੁਹਾਡਾ ਕਮਿਊਨੀਕੇਸ਼ਨ ਆ। ਇਟਸ ਅ ਸੈਲਫ ਕਮਿਊਨੀਕੇਟਿੰਗ ਥਿੰਗ। We can communicate with our own self. We can tell ourselves, okay, ਵਾਹਿਗੁਰੂ ਅੰਗ ਸੰਗ ਹੈ, ਘਬਰਾਉਣਾ ਕਿਉਂ ਹੈ? ਇਹ ਸ਼ਰਨ ਆਉਣ ਦਾ ਸੰਕਲਪ ਹੈ। ਤੇ ਉਹਦਾ ਦਰਬਾਰ ਬੜਾ ਬੇਅੰਤ ਤੇ ਬੜਾ ਉੱਚਾ ਆ, ਉਹ ਸਭ ਨੂੰ ਸਹਾਰਾ ਦੇਣ ਵਾਲਾ ਆ। ਡਰਨਾ ਕਿਉਂ ਹੈ ਤੂੰ? ਇੱਥੋਂ ਮਹਾਰਾਜ ਬਿਆਨ ਕਰਦੇ ਬਚਨ ਆਇਆ, ਸਭ ਤੇ ਊਂਚ ਜਾ ਕਾ ਦਰਬਾਰ। ਉਹਦੇ ਨਾਲ ਜੁੜ, ਉਹਦੀ ਵਡਿਆਈ, ਉਹਦੀ ਉਚਾਈ, ਉਹਦੀ ਹੋਂਦ ਦਾ ਅਹਿਸਾਸ ਸੁਰਤ 'ਚ ਪਾ। ਸਦਾ ਸਦਾ ਤਾਂ ਕੋ ਜੋਹਾਰ, ਜੋਹਾਰ ਹਮੇਸ਼ਾ ਉਹਦੀ ਜੈ ਜੈਕਾਰ ਕਰਨੀ, ਉਹਨੂੰ ਵਡਿਆਉਣਾ। ਅਨਫੋਰਚੂਨੇਟ ਪਾਰਟ ਇਹ ਹੁੰਦਾ ਆ ਕਿ ਅਸੀਂ ਆਈਦਰ ਆਪਣੀ ਵਡਿਆਈ ਕਰਦੇ ਹਾਂ ਜਾਂ ਉਹਨਾਂ ਦੀ ਵਡਿਆਈ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਕੋਈ ਸਾਡਾ ਸਵਾਰਥ ਹੁੰਦਾ ਆ, ਤਵੱਕੋ ਹੁੰਦੀ ਹੈ। ਮਤਲਬ ਘਰਾਂ ਥਾਵਾਂ ਦੇ ਵਿੱਚ ਮਾਂ-ਬਾਪ ਬੱਚਿਆਂ ਤੋਂ ਇਹ ਤਵੱਕੋ ਕਰਦੇ ਨੇ ਸਾਡੀ ਬੱਚੇ ਤਾਰੀਫ ਕਰਨ, ਵਡਿਆਈ ਕਰਨ। ਜੇ ਕਿਤੇ ਕਮੀ ਖਾਮੀ ਵੀ ਦਿਸੇ, ਉਹ ਕਮੀ ਖਾਮੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਨ, ਅਤੇ ਉਹ ਬੱਚਿਆਂ ਨੂੰ ਕਹਿਣ ਖਬਰਦਾਰ ਜੇ ਐਵੇਂ ਕਿਹਾ ਕਿਉਂ ਮੈਨੂੰ ਵਡਿਆ ਤੂੰ ਬਸ। ਇਹਦੇ ਨਾਲ ਫਿਰ ਸੁਧਾਰ ਦੀ ਪੋਸੀਬਿਲਿਟੀ ਖਤਮ ਹੋ ਜਾਂਦੀ ਹੈ। ਅਸੀਂ ਨਾ ਕਈ ਵਾਰੀ ਮਾਫੀ ਮੰਗਾਂਗਾ, ਸਿੱਖੀ ਆਸ਼ੇ ਨੂੰ ਅਸੀਂ ਸਮਝਣਾ ਕਿ ਕਮਾ ਨਹੀਂ ਪਾਉਂਦੇ। ਉਹਦਾ ਕਾਰਨ ਇਹ ਹੈ, ਆਪ ਕਦੇ ਨਾ ਅੱਜ ਬੱਚਿਆਂ ਦੇ ਬਾਬਤ ਘਰਾਂ 'ਚ ਅਰਦਾਸਾਂ ਸੁਣੋ ਤੁਸੀਂ। ਅਰਦਾਸਾਂ ਇਹ ਹੁੰਦੀਆਂ ਨੇ, ਮਾਲਕਾ ਬੱਚੇ ਨੇ ਇਹਨਾਂ ਨੂੰ ਨਾ ਮਾਂ ਬਾਪ ਦੇ ਆਗਿਆਕਾਰੀ ਬਣਾਈ। ਆਪ ਨੇ ਅਰਦਾਸ ਸੁਣੀ ਹੋਣੀ ਬੜੀ ਵਾਰੀ, ਮਹਾਰਾਜ ਇਹ ਬੱਚੇ ਦੀ ਅਰਦਾਸ ਹੈ, ਮਾਂ ਬੱਚੇ ਨੂੰ ਮਾਂ ਬਾਪ ਦਾ ਆਗਿਆਕਾਰੀ ਬਣਾਈ। ਮਾਫੀ ਮੰਗਾਂਗਾ, ਸਿੱਖੀ ਆਸ਼ੇ ਮੁਤਾਬਕ ਇਹ ਗੱਲ ਗਲਤ ਹੈ। ਅਸੀਂ ਸਾਰੇ ਆਗਿਆਕਾਰੀ ਬਣਨਾ ਗੁਰੂ ਦੇ, ਮਾਂ ਬਾਪ ਦਾ ਟਹਿਲੂਆ ਬਣਾਈ। ਟਹਿਲ ਸੇਵਾ ਮਾਂ ਬਾਪ ਦੀ ਹੈ। ਮਾਂ ਬਾਪ ਨੂੰ ਲੋੜ ਪਏ, ਪਰਿਵਾਰ ਨੂੰ ਲੋੜ ਪਏ, ਬੱਚਾ ਉਹਨਾਂ ਦੀ ਟਹਿਲ ਕਰ ਸਕੇ, ਸੇਵਾ ਕਰ ਸਕੇ, ਜਿਸ ਵਾਸਤੇ ਉਹ ਸੰਭਾਲ ਪਾਲ ਰਹੇ ਨੇ ਉਸਨੂੰ। ਆਗਿਆ ਤੇ ਵਾਹਿਗੁਰੂ ਦੀ ਪਾਲਣੀ ਹੈ, ਗੁਰੂ ਦੀ ਪਾਲਣੀ ਹੈ। ਜੇ ਆਗਿਆਕਾਰ ਬੱਚਾ ਹੀ ਬਣਨਾ ਆ ਤੇ ਫਿਰ ਪ੍ਰਹਿਲਾਦ ਤੇ ਕੋਈ ਆਗਿਆਕਾਰ ਨਹੀਂਗਾ। ਉਹ ਤੇ ਬਿਲਕੁਲ ਬਾਪ ਦੀ ਆਗੇ ਨਹੀਂ ਮੰਨਦਾ, ਉਹ ਬਾਪ ਦੇ ਖਿਲਾਫ ਖੜਾ ਹੁੰਦਾ ਜਾ, ਉਹਨੂੰ ਭਗਤ ਕਿਵੇਂ ਕਹੋਗੇ ਫਿਰ ਤੁਸੀਂ? ਇੱਥੇ ਪਤਾ ਲੱਗਦਾ ਜੋਹਾਰ, ਜੈ ਜੈਕਾਰ ਕਿਹਦੀ ਕਰਨੀ ਹੈ? ਜੈ ਜੈਕਾਰ ਉਹਦੀ ਕਰਨੀ ਜਿਹਦੀ ਕਰਨ ਦੀ ਵਾਕਿਆ 'ਚ ਲੋੜ ਆ, ਉਹਦੀ ਹੀ ਜੈ ਕਰੋ, ਉਹਦੇ ਹੀ ਆਖੇ ਲੱਗੋ। ਗੁਰੂ ਨਾਨਕ ਸਾਹਿਬ ਤੇ ਬਾਬਾ ਮੈਂ ਤਾਂ ਕਾਲੂ ਜੀ ਦੇ ਆਖੇ ਹੀ ਲੱਗੇ, ਕੋਈ ਗੱਲ ਨਹੀਂ ਮੰਨੀ ਉਹਨਾਂ ਦੀ। ਅਸੀਂ ਉਹਨਾਂ ਨੂੰ ਗੁਰੂ ਦੇ ਰੂਪ ਵਿੱਚ ਸਤਿਕਾਰਦੇ ਹਾਂ। ਸਮਝੀਏ ਚੀਜ਼ਾਂ ਨੂੰ। ਇੱਥੇ ਥਾਟ ਵੱਡਾ ਆ, ਇੱਥੇ ਆਈਡੀਆ ਵੱਡਾ ਆ,
ਇੱਥੇ ਆਈਡੀਓਲੋਜੀ ਦਾ ਕਨਸੈਪਟ ਆ, ਇੱਥੇ ਗੁਣ ਦਾ ਇੱਥੋਂ ਹੀ ਸਾਰੀ ਚੀਜ਼ ਨਿਕਲਦੀ। ਅਦਰਵਾਈਜ਼ ਦੇਖਾ ਦੇਖੀ ਸਭ ਕਰੇ, ਉਹ ਤੇ ਸੰਸਾਰ ਕਰੀ ਜਾ ਰਿਹਾ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਸਭ ਤੇ ਊਂਚ ਜਾਂਕਾ ਦਰਬਾਰ, ਸਦਾ ਸਦਾ ਤਾਂ ਕੋ ਜੋਹਾਰ। ਉੱਚੇ ਤੇ ਉੱਚਾ ਜਾਂਕਾ ਥਾਨ, ਬਾਕੀ ਵਾਹਿਗੁਰੂ ਦਾ ਸਥਾਨ ਸਭ ਤੋਂ ਉੱਚਾ ਹੈ। ਅਸੀਂ ਸਭ ਨੂੰ ਥਾਂ ਸਿਰੇ ਰੱਖੋ ਸਾਰਿਆਂ ਨੂੰ। ਭਈ ਥਾਂ ਸਿਰੇ ਰੱਖਣ ਦਾ ਮਤਲਬ ਇਹ ਹੈ, ਕਈ ਵਾਰੀ ਲੋਕ ਲਿਟਰਲੀ ਤੌਰ 'ਤੇ ਕਹਿੰਦੇ ਨੇ ਮਾਂ ਬਾਪ ਨੂੰ ਰੱਬ ਸਮਝ ਕੇ ਪੂਜਾ ਕਰੋ। ਮਾਂ ਬਾਪ ਨੂੰ ਰੱਬ ਸਮਝ ਕੇ ਪੂਜਾ ਕਰੋ, ਮਾਂ ਬਾਪ ਵਿੱਚ ਰੱਬ ਦੀ ਜੋਤ ਵੇਖੋ, ਇਹ ਚੀਜ਼ ਕਰੋ। ਮਾਂ ਬਾਪ ਨੂੰ ਰੱਬ ਦੀ ਥਾਂ ਨਾ ਰੱਖੋ, ਰੱਬ ਗੁਣਾਂ ਦਾ ਮੁਜੱਸਮ ਆ। ਹੋ ਸਕਦਾ ਮਾਂ ਬਾਪ ਵਿੱਚ ਵੀ ਕੋਈ ਕਮੀ ਹੋਏ, ਖਾਮੀ ਹੋਏ ਕੋਈ, ਉਹਨੂੰ ਵੀ ਉਜਾਗਰ ਕਰੋ, ਉਹਨੂੰ ਕਿਹਾ ਜਾ ਸਕੇ। ਹਰਨਾਕਸ਼ ਨੂੰ ਪ੍ਰਹਿਲਾਦ ਕਹਿੰਦਾ ਆ, ਪਿਤਾ ਗਲਤ ਹੈ ਤੂੰ ਇੱਥੇ, ਜਲੇ ਹਰਨਾਕਸ਼ ਥਲੇ ਹਰਨਾਕਸ਼ ਕਿਵੇਂ ਹੋ ਸਕਦਾ ਆ? ਤੂੰ ਇੱਥੇ ਹੈ, ਤੂੰ ਇੱਥੇ ਕਿਵੇਂ ਹੋ ਸਕਦਾ? ਇੱਥੇ ਕਿਵੇਂ ਹੋ ਸਕਦਾ? ਇੱਥੇ ਰੱਬ ਹੋ ਸਕਦਾ। ਉਹ ਕਹਿੰਦਾ ਤੂੰ ਨਿਆਣਾ ਹੋ ਕੇ ਮੈਨੂੰ ਅਕਲ ਦੱਸੇਗਾ? ਮੈਂ ਤੇ ਤੈਨੂੰ, ਮੈਂ ਹੀ ਜ਼ਿੰਦਗੀ ਦਿੱਤੀ ਹੈ ਨਾ ਤੈਨੂੰ, ਮੈਂ ਹੀ ਖੋਹ ਲੈਣੀ ਹੈ ਤੇਰੇ ਤੋਂ। ਬਾਬਾ ਜੀ ਕਹਿੰਦੇ ਐਵੇਂ ਹੋ ਨਹੀਂ ਸਕਦਾ। ਅਸੀਂ ਬੀਤੇ ਕੱਲ ਵਿਚਾਰੇ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਤਾਕਤ ਨਾਲ ਤੂੰ ਕਿਸੇ ਤੋਂ ਜੀਵਨ ਖੋਲੇਗਾ ਜੀਵਨ ਹੈ ਹੁੰਦਾ। ਲੋਕੀ ਕਹਿੰਦੇ ਕਈ ਵਾਰੀ ਇਹ, ਹੁਣ ਇੱਥੇ ਤਾਂ ਚਲੋ ਵੱਖਰੇ ਮਾਹੌਲ 'ਚ ਰਹਿੰਦੇ ਆ, ਪੰਜਾਬ ਦੀ ਫਿਜ਼ਾਂ 'ਚ ਆਪ ਨੇ ਦੇਖਿਆ ਹੋਏਗਾ, ਮੈਂ ਕਲਾਸੀਫਾਈਡ ਭਰੇ ਦੇਖੇ ਪੂਰੇ ਅਖਬਾਰਾਂ ਦੇ ਹਵਾਰ, ਮੈਂ ਫਲਾਂ ਸਿੰਘ ਪੁੱਤਰ ਫਲਾਂ ਸਿੰਘ ਆਪਣੇ ਫਲਾਂ ਸਿੰਘ ਪੁੱਤਰ ਨੂੰ ਆਪਣੀ ਅਚਲ ਸੰਪત્ਤੀ ਤੋਂ ਬੇਦਖਲ ਕਰ ਰਿਹਾ। ਬਿਲਕੁਲ, ਕਿਉਂ? ਇਹਦੇ ਹੱਥ ਕਟੋਰਾ ਫੜਾ ਦੇਣਾ, ਇਹਨੂੰ ਭੁੱਖਿਆਂ ਮਰਦੇ ਹੋਏ ਦੇਖਣਾ ਸਾਰਾ ਕੁਝ। ਉਹ ਭਲਿਆ ਐਵੇਂ ਨਹੀਂ ਹੁੰਦਾ, ਇਹ ਕਰਤਾਰ ਦੀ ਵਿਧ ਆ, ਉਹਦਾ ਆਪਣਾ ਰੰਗ ਆ ਦੇਣ ਦਾ। ਤੂੰ ਕੌਣ ਹੁੰਦਾ ਕਿਸੇ ਤੋਂ ਰਿਜ਼ਕ ਖੋਹਣ ਵਾਲਾ? ਜਿਉਣ ਦਾ ਹੱਕ ਸਭ ਨੂੰ ਕੁਦਰਤ ਨੇ ਦਿੱਤਾ ਹੈ, ਇਹ ਵੱਡੀ ਚੀਜ਼ ਆ। ਬਾਕੀ ਸਭ ਨੂੰ ਥਾਂ ਥਾਂ ਰੱਖਣਾ, ਹਾਂ ਬਿਲਕੁਲ ਰੱਖਣਾ ਭਾਈ। ਜਿੱਥੇ ਮਾਂ ਬਾਪ ਦੀ ਥਾਂ ਉਹਨਾਂ ਨੂੰ ਰੱਖੋ, ਉੱਥੇ ਭੈਣ ਭਰਾਵਾਂ ਦੀ ਥਾਂ ਉੱਥੇ ਰੱਖੋ ਉਹਨਾਂ ਨੂੰ। ਜਿੱਥੇ ਇਨਸਾਨੀ ਤੌਰ 'ਤੇ, ਹਾਂ ਜਿੱਥੇ ਰੱਬ ਦੀ ਵਾਹਿਗੁਰੂ ਦੀ ਬਾਤ ਆਏਗੀ, ਉਹ ਗੁਣਾਂ ਦਾ ਪੱਖ ਹੈ, ਉਹ ਸਭ ਤੋਂ ਸਰਵੋੱਚ, ਸਭ ਤੋਂ ਉੱਚਾ ਹੈ। ਅਤੇ ਉਹ ਜਿੱਥੇ ਵੀ ਹੋਏਗਾ, ਜਿੱਥੇ ਸਤਿਕਾਰ ਹੋਏਗਾ, ਲੋਕ ਕਹਿੰਦੇ ਹਾਂ, ਜਿਵੇਂ ਸਮਾਜਾਂ ਦੀ ਬਾਤ ਕਰੀਏ ਅਸੀਂ, ਸਾਡੇ ਉਸ ਸਮਾਜ ਦੇ ਵਿੱਚ ਜਾਤ ਪ੍ਰਥਾ ਦਾ ਵੱਡਾ ਬੋਲਬਾਲਾ ਰਿਹਾ, ਅਜੇ ਤੱਕ ਵੀ ਹੈਗਾ। ਬਾਬਾ ਜੀ ਨੇ ਕਿਹਾ ਨਾ, ਜਾਤ ਵੱਡੀ ਨਹੀਂ ਹੁੰਦੀ, ਬੰਦੇ ਦਾ ਕਰਮ ਵੱਡਾ ਹੁੰਦਾ। ਜਿੱਥੇ ਕਰਮ ਹੈ, ਤੇ ਕਰਮ ਤੋਂ ਵੀ ਬਾਤ ਇਹ ਹੈ ਵੱਡੀ, ਜੇ ਬੰਦੇ 'ਚ ਆਈਡੀਓਲੋਜੀ, ਜੇ ਖਿਆਲਤਾ ਬੰਦੇ ਦੀ ਵੱਡੀ ਹੈ। ਤੇ ਸਾਡੇ ਵਾਸਤੇ ਭਗਤ ਰਵਿਦਾਸ ਦਾ ਜੋ ਸਥਾਨ ਆ, ਉਹ ਕਿਸੇ ਹੋਰ ਦਾ ਹੋ ਹੀ ਨਹੀਂ ਸਕਦਾ। ਦੇਖੋ ਤੁਸੀਂ, ਕਿਉਂ? ਕਿਉਂਕਿ ਪਤਾ ਉਹ ਗੁਣ ਦਾ ਮੁਜੱਸਮ ਆ। ਬਚਨ ਆਇਆ, ਉੱਚੇ ਤੇ ਉੱਚਾ ਜਾਂਕਾ ਥਾਨ, ਸਾਡੇ ਵਾਸਤੇ ਸਭ ਤੋਂ ਉੱਚਾ ਥਾਨ ਰੱਬ ਦਾ, ਤੇ ਰੱਬ ਦੇ ਗੁਣਾਂ ਦੀ ਬਾਤ ਪਰ ਕਰਨ ਵਾਲਿਆਂ ਦਾ ਹੈਗਾ। ਫਿਰ ਕੋਟ ਅਗਾਂ ਮਿਟੈ ਹਰ ਨਾਮ, ਕੋਟ ਅਗਾਂ, ਅਗ ਪਾਪਾਂ ਨੂੰ ਕਹਿੰਦੇ ਹਾਂ ਅਸੀਂ। ਇਹ ਸਾਰੇ ਪਾਪ ਸਾਡੇ ਮਨ ਵਿੱਚ ਹੀ ਚੱਲਦੇ ਨੇ। ਇਹ ਪਾਪ ਹੀ ਹੈ ਕਿ ਮੈਂ ਦੂਜਿਆਂ ਨੂੰ ਵੱਡਾ ਹੋ ਕੇ ਵਿਖਾਵਾਂ, ਉੱਚਾ ਹੋ ਕੇ ਵਿਖਾਵਾਂ। ਮੈਂ ਦੂਜਿਆਂ ਨੂੰ ਕਹਾਂ ਤੁਸੀਂ ਨੀਵੇਂ ਤੇ ਮੈਂ ਵੱਡਾ। ਭਈ ਵੱਡਾ ਤੇ ਵਾਹਿਗੁਰੂ ਹੈ, ਵੱਡਾ ਤੇ ਵਾਹਿਗੁਰੂ ਦਾ ਨਾਮ ਹੈ, ਉਹਦਾ ਗੁਣ ਆ। ਜੇ ਕਿਤੇ ਮੈਨੂੰ ਉਹਦੇ ਗੁਣ ਕਰਕੇ ਵਡਿਆਈ ਮਿਲ ਰਹੀ ਹੈ, ਤੇ ਮੈਨੂੰ ਸਾਹਮਣੇ ਖੜੇ ਹੋ ਕੇ ਕਹਿਣਾ ਚਾਹੀਦਾ ਇਹ ਉਹਦਾ ਤਰਸਿਆ ਭਾਊ, ਮੈਂ ਕੁਛ ਨਹੀਂ ਹੈਗਾ। ਆਪਾਂ ਤੇ ਮਿੱਟੀ ਆ, ਆਪਾਂ ਬਚਨ ਕਹਿ ਰਹੇ ਮਾਟੀ ਕਾ ਕਿਆ ਧੋਪ ਹੈ ਸੁਆਮੀ। ਇਹਨੂੰ ਕੀ ਧੋਣਾ ਪੁਣਨਾ ਆ? ਇਹਦੇ ਚੋਂ ਕੀ ਕੱਢਣਾ ਹੈ? ਇਹ ਤੇ ਮਿੱਟੀ ਦਾ ਪੁਤਲਾ, ਕੱਖਾਂ ਤੋਂ ਹੌਲਾ ਆ, ਇਹ ਤੇ ਮਾਲਕ ਦਾ ਤਰਸ ਆ ਸਾਰਾ। ਸੋ ਇਸ ਰੂਪ ਵਿੱਚ ਬਾਬਾ ਜੀ ਬਾਤ ਕੀਤੀ, ਉਹਦੀ ਸ਼ਰਨ, ਉਹਦਾ ਓਟ ਆਸਰਾ ਪਕੜ। ਕਿਆ ਜਾਂ ਕੇ ਕਰਤਬ ਲਖੇ ਨਾ ਜਾਏ। ਕਰਤਬ ਕਹਿ ਲਓ ਕਿ ਉਹਦੀ ਜਿਹੜੀ ਕਿਰਿਆ ਕਰਨ ਦਾ ਢੰਗ ਆ, ਜਿਹੜਾ ਉਹਦਾ ਕਿਰਿਆਤਮਕ ਪੱਖ ਆ। ਹੁਣ ਆਪਾਂ ਇੰਨੀ ਆਈਡੀਅਲ ਬਾਤ ਪੜ੍ਹੀ ਸਾਰੀ, ਤੇ ਮੇਰੇ ਵਰਗਾ ਅਦਨਾ ਮਨੁੱਖ ਇਹ ਸੋਚੇਗਾ ਮਨ ਵਿੱਚ, ਆਪਣੇ ਤੋਂ ਨਹੀਂ ਹੋਣਾ ਹੈ। ਇਹ ਬਹੁਤ ਵੱਡੀਆਂ ਗੱਲਾਂ ਨੇ, ਸੋ ਆਪਣੇ ਤੋਂ ਨਹੀਂ ਹੋਣੀਆਂ, ਛੱਡੋ ਪਰਾਂ। ਇਹ ਕਿਸ ਰਾਹ ਤੇ? ਬਾਬਾ ਜੀ ਕਹਿੰਦੇ ਉਹਦੇ ਕਰਤੱਵ ਤੂੰ ਨਹੀਂ ਜਾਣਦਾ। ਜਦੋਂ ਕਰਾਉਣ ਤੇ ਆਉਂਦਾ, ਉਹ ਮਿੱਟੀ ਨੂੰ ਵੀ, ਜ਼ਰਰੇ ਨੂੰ ਵੀ ਸੋਨਾ ਬਣਾ ਦਿੰਦਾ। ਬਚਨ ਆਇਆ, ਜਾਂ ਕੇ ਕਰਤੱਵ ਲਖੇ ਨਾ ਜਾਏ, ਜਾਂ ਕਾ ਪ੍ਰਵਾਸਾ ਸਭ ਕਟਮਾ ਹੈ। ਤੇ ਉਹਦਾ ਪ੍ਰਵਾਸ ਸਾਰੇ ਹਿਰਦਿਆਂ ਦੇ ਵਿੱਚ ਆ। ਲੇਟਰ ਔਰ ਸੂਨਰ ਸਭ ਦੇ ਵਿੱਚ ਤੁਹਾਨੂੰ ਉਹਦੀ ਕੁਝ ਨਾ ਕੁਝ ਲੋਚ ਚਿਣਕ ਜ਼ਰੂਰ ਦਿਸੇਗੀ। ਕਿਆ ਪ੍ਰਗਟ ਭਇਆ ਸਾਧੂ ਕਾ ਸੰਗ, ਸਾਧੂ ਕਾ ਸੰਗ, ਜਿਹੜਾ ਸਾਧਕ ਬਣ ਗਿਆ, ਜੀਵਨ ਜਿਹਨੇ ਉਸਾਰ ਲਿਆ ਹੈ। ਮਹਾਰਾਜ ਕਹਿੰਦੇ ਉਹਦੇ ਸੰਗ ਵਿੱਚ ਇਹੋ ਜਿਹੀ ਨਾਮ ਦੀ ਕਣੀ ਬੰਦੇ ਦੇ ਹਿਰਦੇ 'ਚ ਪ੍ਰਗਟ ਹੋ ਸਕਦੀ ਹੈ। ਭਗਤ ਅਰਾਧਾ ਹੈ ਅਨ ਦਿਨ ਰੰਗ, ਜਿਹੜੇ ਭਗਤ ਜਨ ਨੇ ਅਨ ਦਿਨ ਰਾਤ ਦਿਨ ਉਹਦੇ ਪ੍ਰੇਮ ਦੇ ਰੰਗ 'ਚ ਰੰਗੇ ਹੋਏ ਉਹਦੀ ਅਰਾਧਨ ਕਰਦੇ ਨੇ। ਦਿਨ ਦੇ ਦੋਟ ਨਹੀਂ ਭੰਡਾਰ,
ਬਾਕੀ ਉਹਦੇ ਕੋਲ ਕਮੀ ਕੋਈ ਨਹੀਂ। ਉਹ ਨਵਾਜਣ ਵਾਲੇ ਦੇ ਭੰਡਾਰ ਹਰ ਵਕਤ ਭਰੇ ਹੋਏ ਨੇ। ਖਿਨ ਮੈਂ ਥਾਪ ਉਥਾਪਣ ਹਾਰ, ਤੇ ਹੁਕਮ ਉਹਦਾ ਐਸਾ ਆ, ਇੱਕ ਪਲ ਆਉਂਦਾ ਘੜਨ ਤੇ ਢਾਉਣ ਦੇ ਵਿੱਚ, ਜਾਂ ਕਾ ਹੁਕਮ ਨਾ ਮੇਟਾ ਕੋਈ, ਕੋਈ ਉਹਦੇ ਹੁਕਮ ਦੀ ਕਾਰ ਮੇਟ ਨਹੀਂ ਸਕਦਾ। ਸਿਰ ਪਾਤਸ਼ਾਹ ਸੱਚਾ ਸੋਏ, ਤੇ ਸਿਰ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹੀ ਸੱਚ ਰੂਪ ਸਭ ਵਿੱਚ ਵਰਤ ਰਿਹਾ ਹੈ। ਜਿਸ ਕੀ ਓਟ ਤਿਸੈ ਕੀ ਆਸਾ, ਜਿਸ ਨੂੰ ਉਸ ਮਾਲਕ ਦੀ ਓਟ ਆਸ ਹੋ ਜਾਏ, ਉਹਦੀ ਆਸ ਪੁੱਗਦੀ ਹੋ ਜਾਂਦੀ ਹੈ। ਦੁੱਖ ਸੁੱਖ ਹਮਰਾ ਤਿਸ ਹੀ ਪਾਸਾ, ਆਪਣੇ ਆਪ ਤੇ ਟੁਕਾ ਕੇ ਗੁਰੂ ਅਰਜਨ ਸਾਹਿਬ ਬਾਤ ਕਹਿੰਦੇ, ਮੇਰਾ ਦੁੱਖ ਸੁੱਖ ਉਹਦੀ ਹੀ, ਉਹਦੇ ਕੋਲ ਹੀ ਹੈ, ਮੈਂ ਉਹਦੀ ਹੀ ਸ਼ਰਨ ਪਕੜ ਰਿਹਾ ਹਾਂ। ਬਿਲਕੁਲ ਅੰਤਲੀਆਂ ਲਾਈਨਾਂ ਨੇ, ਰਾਖ ਲੀਨੋ ਸਭ ਜਨ ਕਾ ਪੜਦਾ। ਸ਼ਰਨ ਆਉਂਦਾ ਬੰਦਾ ਇਸ ਕਰਕੇ ਵੀ ਮੇਰਾ ਪੜਦਾ ਕੱਜੀ ਮਾਲਕ। ਹਕੀਕਤ ਇਹ ਹੈ, ਦੋ ਚੀਜ਼ਾਂ ਸਾਡੀਆਂ ਬਣੀਆਂ ਰਹਿਣ, ਸਾਡੇ ਦਿਲ ਦੀ ਸ਼ਰਧਾ ਤੇ ਸਾਡੇ ਜੀਵਨ ਦਾ ਪੜਦਾ। ਦੋਨਾਂ 'ਚੋਂ ਇੱਕ ਵੀ ਗਈ, ਤੁਹਾਡੀ ਆਸਥਾ ਗਈ, ਉਸ ਕਰਤਾਰੀ ਹਸਤੀ ਤੇ ਅੱਧਾ ਖਤਮ ਹੋ ਗਿਆ ਕੰਮ। ਤੁਹਾਡੇ ਜੀਵਨ ਦਾ ਪੜਦਾ ਲੱਥਾ, ਸਾਰਾ ਖਤਮ ਹੋ ਗਿਆ ਕੰਮ। ਪੜਦੇ ਹੀ ਬਣੇ ਨੇ ਬੰਦੇ ਦੇ। ਅਸੀਂ ਨਾ ਬਿਲਕੁਲ ਨੂਰ ਹਾਂ ਤੇ ਨਾ ਮਿੱਟੀ ਹਾਂ, ਮੌਕੇ ਦੇ ਰੂਪ ਦੇ ਵਿੱਚ ਆ। ਉਹੀ ਬੰਦਾ ਸਰਕਮਸਟਾਂਸਸ ਦੇ ਚੰਗਾ ਆ, ਸਰਕਮਸਟਾਂਸਸ ਮਾੜੇ ਬਣਾ ਦਿਓ ਮਾੜਾ ਹੋ ਜਾਏਗਾ। ਇਸ ਲਈ ਬੰਦੇ ਨੂੰ ਜੱਜ ਨਹੀਂ ਕਰਨਾ ਚਾਹੀਦਾ। ਹਮੇਸ਼ਾ ਹਾਲਾਤ ਦੇਖੋ ਕਿਹੋ ਜਿਹੇ ਨੇ, ਸਰਕਮਸਟਾਂਸਸ। ਜਦੋਂ ਸਰਕਮਸਟਾਂਸਸ ਉਸ ਤਰੀਕੇ ਦੇ ਹੋਣ ਨਾ, ਉਹਨਾਂ 'ਚ ਬੰਦੇ ਨੂੰ ਸਰਕਮਸਟਾਂਸਸ ਦੇ ਅਕੋਰਡਿੰਗਲੀ ਦੇਖੋ। ਮਾਲਕ ਅੱਗੇ ਅਰਦਾਸ ਕਰੋ, ਮਾਲਕ ਮੇਰਾ ਪੜਦਾ ਬਣਾ ਕੇ ਰੱਖੇ। ਸਾਹਿਬ ਨੇ ਬਿਆਨ ਕੀਤਾ, ਰਾਖ ਲਿਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਉਸਤਤ ਕਰਦਾ। ਇਹ ਨਾਨਕ ਆਪ ਉਹਦੀ ਉਸਤਤ ਕਰਦਾ ਹੈ, ਜਿਹੜਾ ਉਸਤਤ ਕਰਨ ਦੇ ਯੋਗ ਹੈ, ਜਿਹਦੀ ਉਸਤਤ ਕਰਕੇ ਸਾਡੇ ਜੀਵਨ 'ਚ ਗੁਣ ਤੇ ਸਾਡੇ ਜੀਵਨ 'ਚ ਸ਼ਰਧਾ ਆਸਥਾ ਵੱਧ ਸਕਦੀ ਹੈ। ਸਾਹਿਬ ਮਿਹਰਾਮਤ ਕਰਨ, ਇਹਨਾਂ ਆਲਮੀ ਇਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ। ਤੇ ਦਿਲੀ ਅਰਦਾਸ ਦੁਆ ਹੈ। ਸਰਵਨ ਕਰਨ ਵਾਸਤੇ ਧੰਨਵਾਦ। ਆਓ ਰਲ ਮਿਲ ਕੇ ਆਨੰਦ ਸਾਹਿਬ ਦਾ ਜਾਪ ਕਰਕੇ ਸਮੁੱਚੀ ਸਮਾਪਤੀ ਕਰੀਏ। ਭੁੱਲਾਂ ਗਲਤੀਆਂ ਨਾ ਚਤਾਰਨੀਆਂ, ਸਭ ਪ੍ਰੇਮ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ।